ਸਵਾਗਤ ਜੀ ਆਪ ਜੀ ਦਾ ਪ੍ਰਾਈਮ ਏਸ਼ੀਆ ਟੀਵੀ ਤੇ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਆਪ ਜੀ ਦੇ ਨਾਲ ਗੱਲਾਂ ਬਾਤਾਂ ਕਰਨਾ ਚਾਹੀਦਾ। ਅੱਜ ਵੀ ਕਰਾਂਗੇ। ਸੋ ਹੋ ਸਕਦਾ ਕਿ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਵਾਬਸਤਾ ਹੋਣ, ਬਹੁਤ ਸਾਰੀਆਂ ਗੱਲਾਂ ਬਾਰੇ ਤੁਹਾਨੂੰ ਅੱਜ ਪਹਿਲੀ ਵਾਰ ਪਤਾ ਲੱਗੇ, ਪਰ ਇਹ ਗੱਲਾਂ ਕਰਨੀਆਂ ਜ਼ਰੂਰੀ ਨੇ ਕਿਉਂਕਿ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਪੰਜਾਬ ਦੇ ਇਹਨਾਂ ਹਾਲਾਤਾਂ ਪਿੱਛੇ ਸ਼ਾਇਦ ਉਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਜ਼ਿੰਮੇਵਾਰ ਤੇ ਹੈਗੀਆਂ। ਵੀਰ ਆਪਣੇ ਪਰਮਵੀਰ ਬਾਠ ਹੋਰੀ ਨਾਲ। ਹੋਰ ਬਾਠ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹੋਰ ਗੱਲਾਂ ਬਾਤਾਂ? ਹੋਰ ਠੀਕ ਹੈ, ਚੜ੍ਹਦੀ ਕਲਾ ਦੇ ਵਿੱਚ। ਅੱਜ ਕਰਦੇ ਹਾਂ ਨਿੱਕ ਸੁੱਕ ਜਿਹਾ ਇਕੱਠਾ। ਆਓ, ਕਿਉਂਕਿ ਦੇਖੋ ਗੱਲ ਇਹ ਆ ਕਿ ਜੇ ਆਪਾਂ ਖੇਤੀ ਦੀ ਗੱਲ ਕਰੀਏ ਤੇ ਖੇਤੀ ਇਸ ਵਕਤ ਜਿਸ ਦੌਰ 'ਚ ਲੰਘਦੀ ਪਈ ਆ ਉਹ ਹੈ ਤਾਂ ਪੂਰੇ ਦੇਸ਼ ਦੇ ਵਿੱਚ ਹੀ ਅਜੀਬੋ ਗਰੀਬ ਕੰਮ, ਪਰ ਇੱਕ ਪਾਸੇ ਜਦੋਂ ਇਹ ਗੱਲ ਹੋਵੇ ਕਿ ਵੀ ਇੱਕ ਸਟੇਟ ਆ ਜਿਸ ਸਟੇਟ ਨੂੰ ਬ੍ਰੈਡ ਬਾਸਕਟ ਕਿਹਾ ਜਾਂਦਾ ਸੀ, ਜਿਸ ਸਟੇਟ ਬਾਰੇ ਕਿਹਾ ਜਾਂਦਾ ਸੀ ਵੀ ਇਹਨੇ ਪੂਰੇ ਦੇਸ਼ ਦਾ ਢਿੱਡ ਭਰਿਆ, ਜਿੱਥੋਂ ਦੀ ਕਹਿ ਲਓ ਕਿ ਪਰ ਕੈਪਟਾ ਇਨਕਮ ਦੀਆਂ ਕਦੀ ਗੱਲਾਂ ਹੁੰਦੀਆਂ ਸੀ ਵੀ ਯਾਰ ਕਿਸਾਨੀ ਦਾ ਕਰਕੇ, ਖੇਤੀ ਦਾ ਕਰਕੇ ਹੈਗੀਆਂ। ਅੱਜ ਖੁਦਕੁਸ਼ੀਆਂ ਦੀ ਗੱਲ ਕਰ ਲਈਏ, ਅੱਜ ਧਰਨਿਆਂ ਪ੍ਰਦਰਸ਼ਨਾਂ ਦੀ ਗੱਲ ਕਰ ਲਈਏ, ਅੱਜ ਉੱਥੋਂ ਪਲਾਇਨ ਦੀ ਗੱਲ ਕਰ ਲਈਏ, ਹੈ ਨਾ, ਉਹ ਸਾਰਾ ਕੁਛ ਦੇ ਪਿੱਛੇ ਕਾਰਨ ਉਹੀ ਵੀ ਉਹ ਖੇਤੀ ਫੇਲ ਹੋ ਗਈ। ਜੀ ਸੰਧਾਲੀਆ ਸਾਹਿਬ, ਵੈਸੇ ਤਾਂ ਜਦੋਂ ਖੇਤੀ ਦੀ ਗੱਲ ਆਉਂਦੀ ਸਾਰੇ ਦੇਸ਼ ਦਾ ਮਸਲਾ ਹੈ, ਪਰ ਕਿਉਂਕਿ ਅੱਜ ਆਪਾਂ ਪੰਜਾਬ ਨੂੰ ਸੈਂਟਰ ਦੇ ਵਿੱਚ, ਕੇਂਦਰ ਦੇ ਵਿੱਚ ਰੱਖ ਕੇ ਗੱਲ ਕਰਨ ਲੱਗੇ ਹਾਂ, ਤੇ ਪੰਜਾਬ ਗੱਲ ਇਸ ਕਰਕੇ ਵੀ ਖੇਤੀ ਦੀ ਕਰਨੀ ਪੈ ਰਹੀ ਆ ਕਿਉਂਕਿ ਅੰਦੋਲਨ ਚੱਲਦਾ। ਕਿਤੇ ਸਾਲ ਹੋ ਗਿਆ, ਕਿਤੇ ਹੋਣ ਵਾਲਾ, ਦਿੱਲੀ ਦੀਆਂ ਬਰੂਹਾਂ ਤੇ ਪਹੁੰਚਿਓ, ਕਦੇ ਏਡਾ ਲੰਬਾ ਅੰਦੋਲਨ ਨਹੀਂ ਸੀ ਚੱਲਿਆ। ਚਾਚਾ ਅਜੀਤ ਸਿੰਘ ਵਾਲਾ ਅੰਦੋਲਨ ਵੀ ਛੋਟਾ ਰਹਿ ਗਿਆ ਦੇ ਸਾਹਮਣੇ। ਦੂਸਰਾ ਕੋਵਿਡ ਹੋ ਕੇ ਹਟਿਆ ਤੇ ਉਹਦੇ ਵਿੱਚ ਖੁਦ ਸਾਡੀ ਸਰਕਾਰ ਮੰਨਦੀ ਹੈ ਕਿ ਭਾਈ ਸਭ ਕੁਝ ਹੀ ਫੇਲ ਹੋ ਗਿਆ, ਖੇਤੀ ਨਹੀਂ ਫੇਲ ਹੋਈ, ਖੇਤੀ ਉੱਪਰ ਨੂੰ ਗਈ ਹੈ। ਤੀਸਰਾ ਇਹ ਵੀ ਗੱਲ ਸਾਨੂੰ ਕੋਵਿਡ ਨੇ ਦਿਖਾ ਦਿੱਤੀ ਕਿ ਭਾਈ ਤੁਹਾਡਾ ਸਾਬਣ ਤੋਂ ਬਿਨਾਂ ਸਰ ਜੂਗਾ, ਤੁਹਾਡਾ ਹੋਰ ਕਿਸੇ ਵੀ ਕੱਪੜੇ ਤੋਂ ਬਿਨਾਂ ਸਰ ਜੂਗਾ, ਸੈਰ ਸਪਾਟੇ ਤੋਂ ਬਿਨਾਂ ਸਰ ਜੂਗਾ, ਤੁਹਾਡਾ ਜਹਾਜ਼ ਤੋਂ ਬਿਨਾਂ ਸਰ ਜੂਗਾ, ਤੁਹਾਨੂੰ ਰੋਟੀ ਖਾਣੀ ਪੈਣੀ ਹੈ। ਕਿਉਂਕਿ ਜਦੋਂ ਕੋਵਿਡ ਸੀ ਤੇ ਉਦੋਂ ਸਰਕਾਰਾਂ ਇਹੀ ਕਹਿੰਦੀਆਂ ਸੀ ਅਸੀਂ ਘਰ ਘਰ ਅਨਾਜ ਪਹੁੰਚਾਇਆ, ਅਸੀਂ ਕੋਈ ਬੰਦਾ ਭੁੱਖਾ ਨਹੀਂ ਰਹਿਣ ਦਿੱਤਾ, ਜਾਂ ਲੰਗਰ ਲੱਗੇ, ਜਾਂ ਲੋਕਾਂ ਨੂੰ ਘਰੇ ਭੋਜਨ ਪਦਾਰਥ ਪਹੁੰਚਾਏ ਗਏ, ਜਾਂ ਰੈਸਟੋਰੈਂਟਾਂ ਨੂੰ ਕਹਿਤਾ ਸੀ ਕਿ ਅੰਦਰ ਬਹਿ ਕੇ ਰੋਟੀ ਖਾਣ ਦੇਣੀ, ਕੋਈ ਆ ਕੇ ਲਿਜਾਣਾ ਚਾਹੁੰਦਾ ਜਾਂ ਹੋਮ ਡਿਲੀਵਰੀ ਕਰਨੀ ਤਾਂ ਬਾਹਰ ਰੱਖ ਕੇ ਆ ਜਾਓ। ਜਾਣੀ ਇਸ ਗੱਲ ਦਾ ਅਹਿਸਾਸ ਸਾਰਿਆਂ ਨੂੰ ਹੋ ਗਿਆ ਸੀ ਕਿ ਦੁਨੀਆ ਦਾ ਮੁਲਕ ਕੋਈ ਵੀ ਹੋਵੇ, ਕੋਈ ਵੀ ਵੱਡੇ ਤੋਂ ਵੱਡੀ ਦਿੱਕਤ ਆ ਜਾਵੇ, ਰੋਟੀ ਪੱਕਣੀ ਜ਼ਰੂਰੀ ਹੈ, ਨਹੀਂ ਤਾਂ ਕੰਮ ਖਤਮ। ਬਿਲਕੁਲ ਸਹੀ। ਤੇ ਰੋਟੀ ਕਦ ਤੋਂ ਪੱਕਣੀ ਹੈ? ਖੇਤੀਬਾੜੀ ਦੀ ਉਪਜ ਤੋਂ ਪੱਕਣੀ ਹੈ। ਇਹਦਾ ਮਤਲਬ ਇੱਕ ਅਹਿਮੀਅਤ ਬਹੁਤ ਹੈ। ਉਹਦੇ ਤੋਂ ਬਾਅਦ ਫਿਰ ਮਨ ਦੇ ਵਿੱਚ ਆਉਂਦਾ ਸੀ ਕਿ ਭਾਰਤ ਦੇ ਵਿੱਚ ਪੰਜਾਬ ਉਹ ਖਿੱਤਾ ਜਿੱਥੋਂ ਦੇ ਲੋਕਾਂ ਨੂੰ ਇਹ ਮੰਨਿਆ ਜਾਂਦਾ ਕਿ ਭਾਈ ਜਿਹੜਾ ਕੰਮ ਕਿਸੇ ਤੋਂ ਨਹੀਂ ਹੁੰਦਾ ਇਹਨਾਂ ਨੂੰ ਜਾ ਕੇ ਢਾਹ ਦਿਓ ਮੂਹਰੇ। ਜੇ ਗੁਜਰਾਤ ਦੇ ਵਿੱਚ ਕੱਛ ਦਾ ਖੇਤਰ ਡਿਵੈਲਪ ਕਰਨਾ ਸੀ, ਬਾਰਡਰ ਏਰੀਆ ਜਿਹਾ ਸੀ, ਚਲ ਜਾਓ। ਇਹ ਕਹਿੰਦੇ ਗੱਲ ਕਿਹੜੀ ਯਾਰ, ਆਪਾਂ ਪੰਜਾਬ 'ਚ ਪੱਧਰੀਆਂ ਕੀਤੀਆਂ ਜ਼ਮੀਨਾਂ, ਫਸਲਬਾੜੀ ਬਥੇਰੀ ਕਰਦੀਆਂ, ਚੱਲਦੇ ਹਾਂ ਉੱਥੇ। ਮੱਥਾ ਲਾਇਆ, ਐਨ ਜ਼ਰਖੇਜ਼ ਕਰਤੀ ਭੂਮੀ, ਉਪਜ ਬਥੇਰੀ ਹੋਣ ਲੱਗ ਪਈ। ਉਹਨਾਂ ਦੇ ਨਾਲ ਬਾਅਦ 'ਚ ਕੀ ਹੁੰਦਾ ਉਹ ਆਪਾਂ ਛੱਡ ਦੇਣੇ ਅੱਜ। ਫਿਰ ਕਹਿੰਦੇ ਜੀ ਉੱਤਰਾਖੰਡ ਹੈ ਨਹੀਂ ਸੀ ਉਦੋਂ, ਯੂਪੀ ਸੀ, ਉੱਧਰਲੇ ਪਾਸੇ ਜੰਗਲ ਬੜੇ ਵੀ, ਉੱਧਰਲੇ ਪਾਸੇ ਵੀ ਚਾਹੀਦਾ। ਐਨ ਪਹਾੜਾਂ ਦੀ ਮੁੱਢ ਜੜ੍ਹ ਦੇ ਕੋਲ ਜਾ ਕੇ ਉੱਥੇ ਵੀ ਚਲ ਗਿਆ। ਕਦੇ ਸ਼ੇਰਾਂ ਨਾਲ ਮੱਥੇ ਲਾ, ਕਦੇ ਜੰਗਲੀ ਜਾਨਵਰਾਂ ਨਾਲ ਮੱਥਾ ਲਾ, ਕਦੇ ਨਦੀਆਂ ਦੇ ਵਿੱਚ ਦੀ ਜਾ, ਕਦੇ ਛੱਪਰ ਪਾ ਕੇ ਰਹਿ, ਜ਼ਮੀਨਾਂ ਵਧੀਆ ਕਰਤੀਆਂ, ਸਾਰਾ ਕੁਝ ਹੀ ਕਰ ਦਿੱਤਾ। ਉੱਥੇ ਵੀ ਕੀ ਹੋ ਰਿਹਾ ਆਪਾਂ ਉਹਨੂੰ ਵੀ ਛੱਡਦੇ ਹਾਂ। ਜਾਣੀ ਕਿ ਇਹ ਗੱਲ ਤਾਂ ਬਿਲਕੁਲ ਕ੍ਰਿਸਟਲ ਕਲੀਅਰ ਹੈ ਨਾ ਕਿ ਇਹ ਗੱਲ ਸਰਕਾਰ ਵੀ ਮੰਨਦੀ ਹੈ, ਲੋਕ ਵੀ ਮੰਨਦੀ ਹੈ ਕਿ ਪੰਜਾਬ ਦੇ ਲੋਕ ਖੇਤੀਬਾੜੀ ਦੇ ਪੱਖ ਤੋਂ ਪੂਰੇ ਮਿਹਨਤੀ ਹੈ। ਤੁਸੀਂ ਇਹਨਾਂ ਨੂੰ ਟਿੱਬਾ ਦੇ ਦਿਓ, ਤੁਸੀਂ ਇਹਨਾਂ ਨੂੰ ਦਲਦਲ ਦੇ ਦਿਓ, ਤੁਸੀਂ ਇਹਨਾਂ ਨੂੰ ਪਹਾੜਾਂ ਦੇ ਕੋਲ ਦੇ ਦਿਓ, ਤੁਸੀਂ ਇਹਨਾਂ ਨੂੰ ਜੰਗਲੀ ਜ਼ਮੀਨ ਦੇ ਦਿਓ, ਇਹ ਤੁਹਾਨੂੰ ਆਬਾਦ ਕਰਕੇ ਐਨ ਉਪਜਾਊ ਕਰਕੇ ਦਿਖਾ ਦੇਣਗੇ ਕਿ ਭਾਈ ਕੰਮ ਇੱਦਾਂ ਹੁੰਦਾ। ਇੱਕ ਤਾਂ ਇਹ ਗੱਲ ਕਲੀਅਰ ਹੋ ਗਈ। ਦੂਸਰਾ ਇਹ ਵੀ ਗੱਲ ਬਿਲਕੁਲ ਕਲੀਅਰ ਹੋ ਗਈ ਕਿ ਪੰਜਾਬ ਦਾ ਕੱਲਾ ਲੀਡਰ ਜਿਹੜੀ ਮਰਜ਼ੀ ਪਾਰਟੀ ਦੇ ਨਾਲ ਸੰਬੰਧਿਤ ਹੋਵੇ, ਇਹ ਗੱਲ ਬਾਰ-ਬਾਰ ਕਹਿੰਦਾ ਕਿ ਅਸੀਂ ਕਿਸਾਨਾਂ ਦੇ ਹਿੱਤ 'ਚ ਹਾਂ, ਅਸੀਂ ਖੇਤੀਬਾੜੀ ਦੇ ਪੱਖ 'ਚ ਹਾਂ, ਪੰਜਾਬ ਦਾ ਕਿਸਾਨ ਬਹੁਤ ਵਧੀਆ, ਅਸੀਂ ਦੇਸ਼ ਦਾ ਢਿੱਡ ਭਰਦੇ ਹਾਂ, ਇੱਦਾਂ ਕਰ ਦਿਆਂਗੇ। ਇੱਕ ਵੀ ਬੰਦਾ ਇੱਦਾਂ ਦਾ ਨਹੀਂ ਜਿਹੜਾ ਕਹਿੰਦਾ ਕਿ ਭਾਈ ਖੇਤੀਬਾੜੀ ਦੇ ਪੱਲੇ ਕੁਛ ਨਹੀਂ। ਪਰ ਇਹਦੇ ਬਾਵਜੂਦ ਵੀ ਜੇ ਸਾਡੇ ਦੇਸ਼ ਦੀ ਲੀਡਰਸ਼ਿਪ, ਸਾਡੇ ਸੂਬੇ ਦੀ ਲੀਡਰਸ਼ਿਪ ਇਹ ਵੀ ਮੰਨਦੀ ਹੈ ਕਿ ਪੰਜਾਬ 'ਚ ਖੇਤੀ ਬਹੁਤ ਹੁੰਦੀ ਹੈ, ਇਸ ਕਰਕੇ ਦੇਸ਼ ਦੇ ਲੋਕਾਂ ਦਾ ਢਿੱਡ ਭਰਿਆ, ਇੱਥੋਂ ਦੇ ਲੋਕ ਮਿਹਨਤੀ ਨੇ, ਤੁਸੀਂ ਇੱਥੇ ਕੰਮ ਤੇ ਢਾਹ ਦਿਓ, ਕਿਤੇ ਹੋਰ ਢਾਹ ਦਿਓ, ਕੰਮ ਕਰਦੇ ਆ। ਫਿਰ ਵੀ ਕਮਜ਼ੋਰੀ ਕਿੱਥੇ ਹੈ ਕਿ ਜੇ ਕੰਡਿਆਲੀ ਤਾਰ ਲੱਗਦੀ ਹੈ ਤਾਂ ਲੋਕਾਂ ਨੂੰ ਕੇਸ ਕਰ ਕਰਕੇ, ਧਰਨੇ ਦੇ ਦੇ ਕੇ ਕੰਡਿਆਲੀ ਤਾਰ ਤੋਂ ਪਾਰ ਜਿਹੜੀ ਜ਼ਮੀਨ ਦਾ ਮੁਆਵਜ਼ਾ ਅਦਾਲਤ ਕਹਿੰਦੀ ਹੈ ਜ਼ਰੂਰ ਦਿਓ, ਉਹ 10 ਸਾਲੀ 8 ਸਾਲੀ ਲੈਣਾ ਪੈਂਦਾ। ਕੀ ਕਾਰਨ ਹੈ ਕਿ ਫਸਲ ਜਿਹੜੀ ਰੁਲਦੀ ਰਹਿੰਦੀ ਆ। ਕਿਤੇ ਨਾ ਕਿਤੇ ਤਾਂ ਘਾਟ ਕਮਜ਼ੋਰੀ ਹੈਗੀ ਆ ਨਾ ਕਿ ਮਿਹਨਤੀ ਵੀ ਨੇ, ਕੰਮ ਤੋਂ ਵੀ ਪਿੱਛੇ ਨਹੀਂ ਹਟਦੇ, ਦੇਸ਼ ਦੇ ਲੋਕਾਂ ਦਾ ਢਿੱਡ ਭਰਦੇ ਆ, ਧੱਕੇ ਫੇਰ ਖਾਂਦੇ ਆ।
ਤੇ ਇਹ ਤਾਂ ਗੱਲ ਕਲੀਅਰ ਹੋ ਗਈ ਨਾ WhatsApp ਕਿ ਦੇਖੋ ਹੁਣ ਤੱਕ ਜੇ ਆਪਾਂ ਇਹਨੂੰ ਦੂਸਰੇ ਹਿਸਾਬ ਨਾਲ ਦੇਖ ਲਈਏ ਦੇਖੋ ਹੁੰਦਾ ਵੀ ਇੰਡਸਟਰੀ ਦੇ ਹਿਸਾਬ ਨਾਲ ਆਪਾਂ ਸ਼ਾਇਦ ਉਦਾਹਰਨ ਸੌਖੀ ਹੋ ਜਾਵੇ। ਉਹ ਕਹਿੰਦੇ ਆ ਵੀ ਜੇ ਕਿਸੇ ਨੇ ਇੰਡਸਟਰੀ ਲਾਉਣੀ ਆ ਤੇ ਉਹਦੇ ਲਈ ਚਾਹੀਦਾ ਕੀ ਆ ਵੀ ਪਹਿਲਾਂ ਪੈਸਾ ਹੋਵੇ, ਪੈਸਾ ਚਲੋ ਬੈਂਕ ਕੋਲੋਂ ਦਵਾ ਦਿੰਦੇ ਆ, ਫਿਰ ਮਸ਼ੀਨਾਂ ਚਾਹੀਦੀਆਂ, ਮਸ਼ੀਨਾਂ ਬਣੀਆਂ ਮਿਲ ਜਾਂਦੀਆਂ, ਫਿਰ ਕਹਿੰਦੇ ਕੱਚਾ ਮਾਲ ਚਾਹੀਦਾ, ਕੱਚਾ ਮਾਲ ਵੀ ਮਿਲ ਗਿਆ। ਉਹ ਸਾਰੇ ਕੁਛ ਦੇ ਉੱਪਰ ਜਿਹੜੀ ਚੀਜ਼ ਉਧਰਲੇ ਪਾਸਿਓਂ ਹੋਣੀ ਚਾਹੀਦੀ ਖੇਤੀ ਵਾਲੇ ਪਾਸਿਓਂ, ਉਹਦੇ 'ਚ ਜ਼ਮੀਨ ਚਾਹੀਦੀ, ਜ਼ਮੀਨ ਹੈਗੀ ਆ, ਕੱਚਾ ਮਾਲ ਜਾਂ ਮਿਹਨਤ ਚਾਹੀਦੀ, ਉਹ ਕਹਿੰਦੇ ਵੀ ਅਸੀਂ ਕਰਦੇ ਹਾਂ। ਉਦੋਂ ਬਾਅਦ ਉਹ ਕਹਿੰਦਾ ਵੀ ਜਿਹੜਾ ਕੋਈ ਕਰਜ਼ਾ ਇੱਥੇ ਬੈਂਕਾਂ ਦਾ ਤਾਂ ਹੈਗਾ ਹੀ ਹੈਗਾ, ਨਾਲ ਆੜ੍ਹਤੀ ਮਾੜੀ ਮੋਟ ਬਾਂਹ ਫੜ ਲਈ, ਉੱਥੋਂ ਤੱਕ ਦੀ ਗੱਲਬਾਤ ਆ ਗਈ, ਦੋ ਚੀਜ਼ਾਂ ਬਰਾਬਰ ਆ ਗਈਆਂ। ਹੁਣ ਜਦੋਂ ਉਦਯੋਗਪਤੀ ਆਪਣੀ ਚੀਜ਼ ਬਣਾ ਲੈਂਦਾ ਉਹਨੂੰ ਪਤਾ ਵੀ ਕਿੱਦਾਂ ਵੇਚਣੀ, ਤੇ ਜਿਹੜਾ ਬੰਦਾ ਇੱਥੇ ਜਿਹੜਾ ਕਿ ਉਹ ਸਾਰਾ ਕੁਝ ਕਰਕੇ ਤੇ ਉਹ ਕਹਿੰਦਾ ਵੀ ਹਾਂ ਵੀਰ ਮੇਰੀ ਹੁਣ 6 ਮਹੀਨਿਆਂ ਦੀ ਕਮਾਈ ਹੋ ਗਈ ਤੇ ਹੁਣ ਮੈਂ ਕਰਾਂ ਕੀ, ਦੱਸ ਇਹਨੂੰ ਕਿੱਥੇ ਵੇਚੀਏ ਉਪਜ ਨੂੰ। ਉਹ ਕਹਿੰਦੇ ਵੀ ਇਹ ਨਹੀਂ ਸੁੱਟਣੀ ਸੁੱਟ ਜਾ, ਇੱਥੇ ਲੈਣਾ ਹੀ ਕਿਸੇ ਨੇ ਨਹੀਂ। ਇਹ ਜਿਹੜਾ ਟੋਟਕਾ ਜਾਂ ਇਹ ਜਿਹੜਾ ਕਹਿ ਲਓ ਕਿ ਵੀ ਉਹ ਇੱਕ ਐਸਾ ਦਵੰਦ ਆ, ਉਹ ਅਜੇ ਤੱਕ ਹੱਲ ਨਹੀਂ ਹੋ ਪਾ ਰਿਹਾ। ਸ਼ਾਇਦ ਮੈਨੂੰ ਲੱਗਦਾ ਵੀ ਇਹੋ ਹੀ ਇੱਕੋ ਜਿੱਥੋਂ ਰੋਗ ਲੱਗਦਾ ਉਹ ਆ ਵੀ ਜਿਹਦਾ ਕਰਕੇ ਅੱਜ ਆਹ ਹਾਲਾਤ ਬਣ ਗਏ। ਨਹੀਂ, ਇਹ ਗੱਲ ਬਹੁਤ ਕਮਾਲ ਦੀ ਹੈ ਕਿ ਆਖਰੀ ਜਿਹੜਾ ਪ੍ਰੋਡਕਟ ਆ ਕਿਸਾਨ ਦਾ ਉਹ ਵਿਕਦਾ ਹੀ ਨਹੀਂ। ਹਾਂ, ਮਤਲਬ ਅਗਲੇ ਨੂੰ ਪਤਾ ਵੀ ਮੈਂ ਆਹ ਕਰ ਲਿਆ ਤੇ ਐਂਡ ਤੇ ਆਹ ਹੋਊਗਾ, ਇਹਦੇ 'ਚ ਆ ਵੀ ਮੈਂ ਆਹ ਸਾਰਾ ਕੁਝ ਕਰ ਲਿਆ, ਐਂਡ ਤੇ ਕੀ ਹੋਊਗਾ ਮੈਨੂੰ ਪਤਾ ਨਹੀਂ। ਇਹ ਨਹੀਂ ਪਤਾ। ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਬਹੁਤ ਸਾਰੇ ਲੋਕ ਜਿਹੜੇ ਖੇਤੀ ਨਾਲ ਸੰਬੰਧਿਤ ਨਹੀਂ, ਉਹ ਇੱਕ ਗੱਲ ਤਾਂ ਸਮਝਦੇ ਹੋਣਗੇ, ਕਿਸਾਨ ਬੀਜ ਲੈ ਕੇ ਆਉਂਦਾ, ਉਹਦੀ ਕੀਮਤ ਕੋਈ ਹੋਰ ਨਿਰਧਾਰਿਤ ਕਰਦਾ, ਤੇ ਉਹ ਇਦਾਂ ਦਾ ਨਹੀਂ ਕਹਿੰਦਾ 300 ਵਾਲਾ ਹੀ 250 ਦਾ ਲੈਣਾ, ਉਹ ਕਹਿੰਦਾ 300 ਵਾਲਾ ਦਿਓ ਜੀ। ਉਹ ਖਾਦ ਪਾਉਣੀ ਹੈ, ਖਾਦ ਦਾ ਰੇਟ ਫਿਕਸ ਹੈ, ਉਹ ਕਹਿੰਦਾ ਜੀ ਦਿਓ ਜੀ। ਦਵਾਈ ਪਾਉਣੀ ਹੈ, ਦਵਾਈ ਦਾ ਰੇਟ ਫਿਕਸ ਹੈ, ਉਹ ਕਹਿੰਦਾ ਦਿਓ ਜੀ। ਇਹਦੇ ਤੋਂ ਬਾਅਦ ਫਿਰ ਕੋਈ ਸੁੰਡੀ ਕੋਈ ਮੱਖੀ ਆ ਗਈ ਹੈ, ਦਵਾਈ ਪਾਉਣੀ ਹੈ, ਉਹ ਕਹਿੰਦਾ ਰੇਟ ਫਿਕਸ ਹੈ, ਦਿਓ ਜੀ। ਖੇਤ ਨੂੰ ਵਾਹੁਣਾ ਹੈ, ਡੀਜ਼ਲ ਦਾ ਰੇਟ ਫਿਕਸ ਹੈ, ਕਹਿੰਦਾ ਦਿਓ ਜੀ। ਇਹਦੇ ਤੋਂ ਇਲਾਵਾ ਟਰੈਕਟਰ ਲੈਣਾ, ਰੇਟ ਫਿਕਸ ਹੈ, ਕਹਿੰਦਾ ਦਿਓ ਜੀ। ਟਿੱਲਰ ਲੈਣੇ ਆ, ਕੁਛ ਵੀ ਕਰਨਾ ਹੈ, ਲੈਵਲਰ ਚਾਹੀਦਾ। ਜੇ ਪਟਵਾਰੀ ਸਾਹਿਬ ਤੋਂ ਜ਼ਮੀਨ ਦੀ ਫਰਦ ਲੈਣੀ ਹੈ, ਰੇਟ ਫਿਕਸ ਨੇ। ਜਾਣੀ ਜਦੋਂ ਤੱਕ ਜੇ ਉਸ ਤੋਂ ਬਾਅਦ ਫਸਲ ਵਢਾਉਣੀ ਹੈ, ਮਜ਼ਦੂਰਾਂ ਦਾ ਰੇਟ ਫਿਕਸ ਹੈ। ਉਹਦੇ ਤੋਂ ਬਾਅਦ ਜੇ ਉਹਨੇ ਟਰੱਕ ਦੇ ਵਿੱਚ ਲੱਦ ਕੇ ਜਾਂ ਟਰੈਕਟਰ ਟਰਾਲੀ ਤੇ ਲੱਦ ਕੇ ਲਿਜਾਣੀ ਹੈ ਕਿਤੇ, ਉਹ ਰੇਟ ਫਿਕਸ ਹੈ ਕਿ ਇੰਨੇ ਪੈਸੇ ਲੱਗਣੇ ਆ। ਪਰ ਜਦੋਂ ਉਹਨੇ ਜਿਹੜੀ ਬੋਰੀ 'ਚ ਪਾਉਣੀ ਹੈ ਉੱਥੇ ਰੇਟ ਫਿਕਸ ਨੇ। ਸਾਰੇ ਚੀਜ਼ ਦੇ ਮੋਟਰ ਸੜ ਗਈ ਹੈ, ਰੇਟ ਫਿਕਸ ਨੇ ਕਿ ਭਾਈ ਇੰਨੇ ਦੀ ਵੱਜਣੀ ਹੈ। ਉਹਨੂੰ ਕੰਡੈਂਸਰ ਚਾਹੀਦਾ, ਰੇਟ ਫਿਕਸ ਨੇ। ਜਾਣੀ ਇੱਕ ਥਾਂ ਵੀ ਖੇਤੀਬਾੜੀ ਦੇ ਵਿੱਚ ਇੱਕ ਫਸਲ ਬੀਜਣ ਤੋਂ ਲੈ ਕੇ ਵੱਢ ਕੇ ਮੰਡੀ ਤੱਕ ਲਿਜਾਣ ਤੱਕ ਹਰ ਚੀਜ਼ ਦੇ ਰੇਟ ਫਿਕਸ ਹੈ। ਕਣਕ ਜਾਂ ਝੋਨਾ ਲਾਉਣਾ ਹੈ, ਉਹਨੂੰ ਫੁੱਲਾਲੀ ਕਰਾਉਣੀ ਹੈ, ਉਹਨੂੰ ਪੱਖਾ ਲਾਉਣਾ ਹੈ ਜਾਂ ਉਹਦੀ ਲਦਾਈ ਕਰਾਉਣੀ ਹੈ, ਰੇਟ ਫਿਕਸ ਨੇ। ਪਰ ਸਾਰੀਆਂ ਚੀਜ਼ਾਂ ਦੇ ਕੋਈ ਹੋਰ ਬੰਦਾ ਰੇਟ ਫਿਕਸ ਕਰਦਾ, ਕਿਸਾਨ ਉਹ ਨਿਰਧਾਰਿਤ ਕੀਮਤ ਦਿੰਦਾ ਹੈ, ਪਰ ਜਦੋਂ ਆਪਦੀ ਤਿਆਰ ਕੀਤੀ ਫਸਲ ਵੇਚਣੀ ਆ ਉਦੋਂ ਰੇਟ ਉਹ ਫਿਕਸ ਨਹੀਂ ਕਰ ਸਕਦਾ। ਬਿਲਕੁਲ, ਇਹ ਦੇਖੋ ਕਿੱਡੀ ਵੱਡੀ ਗੱਲ ਹੈ। ਹੋ ਸਕਦਾ ਵੀ ਇਸ ਐਂਗਲ ਤੋਂ ਕਦੀ ਨਾ ਸੋਚੇ, ਇਸੇ ਕਰਕੇ ਅਸੀਂ ਆਪ ਜੀ ਦੇ ਨਾਲ ਜ਼ਿਕਰ ਕਰ ਰਹੇ ਹਾਂ ਵੀ ਜਿਹੜੀ ਚੀਜ਼ ਦੇ ਆਸੇ-ਪਾਸੇ ਸਾਰਾ ਕੁਝ ਘੁੰਮਦਾ, ਮਤਲਬ ਇਹ ਚੀਜ਼ ਹੈ ਨਾ ਵੀ ਉਪਜ ਹੈ ਜੀ ਸਾਡੇ ਕੋਲੇ, ਅਸੀਂ ਕਣਕ ਚਾਹੀਦੀ, ਹੁਣ ਕਣਕ ਪੈਦਾ ਕਰਨੀ ਹੈ, ਪਰ ਕਣਕ ਫਾਈਨਲ ਪ੍ਰੋਡਕਟ ਆਉਣ ਤੱਕ ਜੋ ਕੁਝ ਵੀ ਉਹਦੇ ਆਲੇ ਦੁਆਲੇ ਲੱਗਣਾ ਉਹ ਸਾਰਾ ਕੁਝ ਫਿਕਸ ਹੈ। ਕਹਿਣ ਨੂੰ ਉਹ ਕਣਕ ਦਾ ਰੇਟ ਵੀ ਫਿਕਸ ਹੈ, ਪਰ ਹਾਂ ਜਿੰਨੀ ਦੇਰ ਤੱਕ ਉਹ ਵਿਚਾਰਾ ਪੈਦਾ ਕਰਨ ਵਾਲਾ ਉਨੀ ਦੇਰ ਤੱਕ ਉਹਨੂੰ ਕੀ ਦੇਣਾ ਉਹ ਕੋਈ ਫਿਕਸ ਨਹੀਂ। ਹਾਂ, ਜਿੱਦਣ ਉਹਦੇ ਕੋਲ ਲੈ ਕੇ ਬੋਰੀ ਆਪਾਂ ਆਪਣੇ ਗੋਦਾਮ ਚ ਲਾ ਲਈ ਤੇ 2 ਪੁੜਾਂ ਵੇਚ ਦੀ ਕੱਢ ਕੇ ਮਾਰਕਾ ਲਾ ਕੇ ਜੀ ਫਲਾਨਾ ਆਟਾ ਜਦੋਂ ਦੁਕਾਨ ਤੇ ਗਿਆ ਉਦੋਂ ਫਿਰ ਰੇਟ ਫਿਕਸ ਹੈ। ਆਹੀ ਕਮਾਲ ਦੀ ਗੱਲ। ਹੁਣ ਸੰਧਾਲੀਆ ਸਾਹਿਬ ਆਪਾਂ ਵਿਚਾਰਦੇ ਹਾਂ, ਬਹੁਤ ਸਾਰੇ ਲੋਕ ਇਹ ਕਹਿੰਦੇ ਆ ਜੀ ਕਿਸਾਨ ਸੜਕਾਂ ਰੋਕ ਕੇ ਕਿਉਂ ਬੈਠੇ ਆ, ਕਿਸਾਨ ਅੰਦੋਲਨ ਕਿਉਂ ਕਰਦੇ ਆ। ਇਤਰਾਜ਼ ਤਾਂ ਕਈ ਪਾਸੇ ਇਹ ਵੀ ਆਉਂਦਾ ਜੀ ਰੇਲ ਗੱਡੀਆਂ ਰੋਕ ਦਿੰਦੇ ਆ, ਸੜਕਾਂ ਰੋਕ ਦਿੰਦੇ ਆ, ਆਹ ਕੋਈ ਗੱਲ ਥੋੜ੍ਹੀ ਹੋਈ ਆ, ਤੁਸੀਂ ਟੋਲ ਪਲਾਜ਼ੇ ਬੰਦ ਕੀਤੇ ਆ। ਇੱਕ ਮੈਂ ਰਿਪੋਰਟ ਇੱਦਾਂ ਦੀ ਪੜ੍ਹਦਾ ਸੀ, ਉਹ ਸੋਸ਼ਲ ਮੀਡੀਆ ਦੇ ਉੱਤੇ ਤੁਰੀ ਫਿਰਦੀ ਸੀ ਜੀ, 250 ਕਾਰੋਬਾਰੀ ਅਦਾਰੇ ਪੰਜਾਬ 'ਚ ਬੰਦ ਕਰਾਤੇ, ਇੰਨੇ ਹਜ਼ਾਰ ਲੋਕਾਂ ਦੀ ਇਹਨਾਂ ਰੋਟੀ ਖੋਲੀ। ਠੀਕ ਹੈ, ਇਹ ਰੋਟੀ ਦੇਣ ਵਾਲੇ ਨੇ, ਪਹਿਲੀ ਗੱਲ ਖੋਹਣ ਵਾਲੇ ਨਹੀਂ। ਸਵਾਲ ਸੰਧਾਲੀਆ ਸਾਹਿਬ ਇਹ ਹੈ ਕਿ ਕਮਜ਼ੋਰੀ ਕਿੱਥੇ ਹੈ। ਤੁਸੀਂ ਫਸਲ ਵੇਚਣ ਦੀ ਗੱਲ ਕੀਤੀ, ਆਪਾਂ ਮੰਡੀ ਤੋਂ ਸ਼ੁਰੂ ਕਰਦੇ ਹਾਂ ਜਿੱਥੇ ਜਾ ਕੇ ਫਸਲ ਵਿਕਦੀ ਹੈ। ਇਹ ਗੱਲ ਸਾਰੇ ਜਾਣਦੇ ਆ ਕਿ ਭਾਈ ਰੋਟੀ ਦੀ, ਕਣਕ ਦੀ, ਚੌਲ ਦੀ, ਦਾਲ ਦੀ ਸਾਰਿਆਂ ਨੂੰ ਲੋੜ ਹੈ। ਉਹ ਲੋੜ ਕਿਸਾਨ ਪੂਰੀ ਕਰਦਾ। ਜਾਣੀ ਕਿਸਾਨ ਨੇ ਜੇ ਤਾਂ ਅੱਜ ਤੱਕ ਜ਼ਮੀਨ ਖਾਲੀ ਰੱਖੀ ਹੋਵੇ ਜਾਂ ਉਹਨੇ ਕਿਹਾ ਹੋਵੇ ਮੈਂ ਜ਼ਮੀਨ ਤੇ ਖਾਦ ਨਹੀਂ ਪਾਉਣੀ, ਭਾਈ ਤੁਹਾਡਾ ਤੁਸੀਂ ਭੁੱਖੇ ਮਰੋ, ਤੁਸੀਂ ਨੰਗੇ ਮਰੋ, ਮੈਨੂੰ ਕੋਈ ਰੌਲਾ, ਉਹਨੇ ਤਾਂ ਨਹੀਂ ਕਿਹਾ। ਉਹਨੇ ਤਾਂ ਆਪਣੇ ਲੋਕ ਕਸਰ ਪੂਰੀ ਕੀਤੀ। ਅੱਗੇ ਜਾ ਕੇ ਕਿਸਾਨ ਦੇ ਹੱਥ ਵੱਸ ਨਹੀਂ ਹੈ ਕਿ ਉਹ ਮੰਡੀ ਦੇ ਵਿੱਚ ਸ਼ੈੱਡ ਪਾ ਦੇਵੇ। ਕਿਸਾਨ ਦੇ ਹੱਥ ਵੱਸ ਨਹੀਂ ਕਿ ਉਹ ਮੰਡੀ ਦੇ ਵਿੱਚ ਫੜ ਪੱਕਾ ਕਰਾ ਦੇਵੇ। ਉਹਦੀ ਔਕਾਤ ਜਾਂ ਉਹਦੀ ਹੈਸੀਅਤ ਇੰਨੀ ਨਹੀਂ ਹੈ ਕਿ ਉਹ ਕਹਿ ਦੇਵੇ ਕਿ ਭਾਈ ਆ ਜਿਹੜਾ ਝੋਨਾ ਇਹਨੂੰ ਸੁੱਕਾ ਕਰ ਦਿਓ। ਉਹ ਤਾਂ ਬਾਹਰੋਂ ਲੈ ਕੇ ਆਉਂਦਾ, ਉੱਥੇ ਤੱਕ ਲਿਜਾਂਦਾ। ਜਾਣੀ ਜਿਹੜਾ ਕਿਸਾਨ ਦਾ ਪਾਰਟ ਹੈ ਉਹ ਪੂਰਾ ਕਰਦਾ ਪਲੇ, ਉਹਨੂੰ ਉੱਥੇ ਤੱਕ ਆਪਣੇ ਲੋਕ ਕੋਈ ਕਸਰ ਨਹੀਂ ਛੱਡਦਾ। ਪਰ ਜਿੱਥੇ ਜਾ ਕੇ ਕਿਸਾਨ ਦੀ ਬਾਂਹ ਫੜਨ ਦੀ ਲੋੜ ਹੈ, ਜੇ ਕਿਸਾਨ ਤੁਹਾਡੀ ਬਾਂਹ ਫੜਦਾ ਹੈ, ਉੱਥੇ ਜਾ ਕੇ ਫੇਲੀਅਰ ਕਿਉਂ ਆ? FCI ਨਹੀਂ ਜੀ ਘਾਟੇ 'ਚ ਚਲੇਗੀ, ਮੰਡੀ ਦੇ ਵਿੱਚ ਜੀ ਥੱਲਿਓਂ ਦੀ ਪਾਣੀ ਵੜ ਗਿਆ,
ਕਿੰਨੀ ਵਾਰੀ ਅਸੀਂ ਕਹਿੰਦੇ ਆ ਕਿਸਾਨ ਦੇ ਨਾਲ ਧੋਖਾ ਕਿੰਨਾ ਹੁੰਦਾ। ਨਹੀਂ ਜੀ, ਉੱਥੇ ਪੀਣ ਵਾਲੇ ਪਾਣੀ ਦਾ ਹਰ ਵਾਰੀ ਮੰਡੀ ਦੇ ਵਿੱਚ ਕੀ ਹੈ, ਉੱਥੇ ਜੀ ਖਰੀਦ ਦੇ ਪ੍ਰਬੰਧ ਮੁਕੰਮਲ ਨੇ, ਪੀਣ ਵਾਲੇ ਪਾਣੀ ਦਾ ਪ੍ਰਬੰਧ ਮੁਕੰਮਲ ਹੈ, ਲਾਈਟਾਂ ਲਾਤੀਆਂ ਉੱਥੇ, ਅਸੀਂ ਠੀਕ ਹੈ ਸਾਰਾ ਕੁਝ। ਉਹ ਯਾਰ ਬੋਰੀਆਂ ਲਿਆ ਕੇ ਦੇਣੀਆਂ ਤੇ ਪੀਣ ਵਾਲੇ ਪਾਣੀ ਦੇ ਲਈ ਉੱਥੇ ਘੜਾ ਰੱਖ ਦੇਣਾ ਤੇ ਉੱਥੇ ਡਿਮ ਜੀਆਂ ਲਾਈਟਾਂ ਲਾ ਦੇਣ ਦੇ ਨਾਲ ਖਰੀਦ ਮੁਕੰਮਲ ਹੋ ਗਈ। ਮਾੜਾ ਮੋਟਾ ਤਾਂ ਕੋਈ ਅਸਰ ਹੋਣਾ ਚਾਹੀਦਾ ਨਾ, ਕਿ ਜੇ ਕੋਈ ਕਿਸਾਨ ਉੱਥੇ 12 ਦਿਨ ਬੈਠਾ, 12 ਦਿਨ ਉਹ ਕੰਮ ਨਹੀਂ ਕੋ ਕਰ ਸਕਿਆ, ਪਹਿਲੀ ਗੱਲ ਜੇ 300 ਰੁਪਈਏ ਦੇ ਹਿਸਾਬ ਨਾਲ ਵੀ ਲਾਈਏ ਤਾਂ 3600 ਰੁਪਈਆ ਨੁਕਸਾਨ, ਫਿਰ ਉਹਦੇ ਘਰੋਂ ਰੋਟੀ ਆਉਂਦੀ ਹੈ, ਫਿਰ ਉਹ 12 ਦਿਨਾਂ ਦੇ ਵਿੱਚ ਕਿੰਨੀ ਉਹਦੀ ਕਣਕ ਜਾਂ ਝੋਨਾ ਉੱਥੋਂ ਘਟ ਜਾਂਦਾ, ਕੋਈ ਰਾਤ ਨੂੰ ਪੀਪਾ ਭਰ ਕੇ ਲੈ ਗਿਆ, ਕਦੇ ਪੱਖੇ ਵਾਲਿਆਂ ਦੇ ਵਿੱਚ ਚਲ ਗਿਆ, ਉਹਦੀ ਮਿਹਨਤ ਦਾ ਕਿਸੇ ਪਾਸੇ ਕੋਈ ਮੁੱਲ ਨਹੀਂ। ਤੇ ਉਹ ਕੰਮ ਕਿਹਨੇ ਕਰਨਾ ਸੀ? ਸਰਕਾਰਾਂ ਨੇ। ਸਰਕਾਰਾਂ ਕੌਣ ਚਲਾਉਂਦੇ ਆ? ਸਿਆਸੀ ਨੇਤਾ। ਜੇ 1947 ਤੋਂ ਲੈ ਕੇ 2021 ਤੱਕ ਅਜੇ ਤੱਕ ਵੀ ਸਾਡੇ ਸਿਆਸਤਦਾਨ ਸੱਤਾ ਦੇ ਵਿੱਚ ਹੁੰਦਿਆਂ ਪੰਜਾਬ ਦੀਆਂ ਸਾਰੀਆਂ ਮੰਡੀਆਂ ਦੇ ਉੱਤੇ ਸ਼ੈੱਡ ਹੀ ਨਹੀਂ ਪਾ ਸਕੇ ਜਾਂ ਸਾਰੀਆਂ ਮੰਡੀਆਂ ਦੇ ਫੜ ਪੱਕੇ ਹੀ ਨਹੀਂ ਕਰਾ ਸਕੇ, ਫਿਰ ਤਾਂ ਬਹੁਤ ਵਧੀਆ। ਫਿਰ ਤਾਂ ਜਾਣੀ ਜਿੰਨੇ ਸਿਆਣੇ ਇਹ ਆ, ਮੈਂ ਕਹਿੰਦਾ ਇੱਕ ਵੰਡਦੀ ਹੈ ਸਾਰੇ ਦੇਸ਼ਾਂ ਨੂੰ। ਨਹੀਂ, ਉਹ ਮੈਂ ਤਾਂ ਕਹਿੰਦਾ ਵੰਡੋ ਉੱਪਰਾਂ, ਅਗਲੇ ਦੇਸ਼ ਵੀ ਕੱਲ੍ਹ ਹੀ ਚੱਲਣ ਡਿਆ, ਭਾਓ ਉਹਨਾਂ ਦਾ ਪੱਠਾ ਹੈ ਨਾ। ਇੱਕ ਥੋੜ੍ਹੀ ਜਿਹੀ ਨਾ ਮੋਟੀ ਜਿਹੀ ਕੈਲਕੂਲੇਸ਼ਨ, ਪਤਾ ਨਹੀਂ ਇਹਨਾਂ ਨੇ ਕੀਤੀ ਹੋਵੇ ਨਾ ਕੀਤੀ ਹੋਵੇ, ਜਿੱਦਣ ਦੇ ਮੇਰੇ ਖਿਆਲ ਨਾਲ ਇਸ਼ਤਿਹਾਰ ਦੇਣਾ ਹੋਵੇ ਨਾ, ਤੇ ਉਦੋਂ ਦੇ ਪਤਾ ਨਹੀਂ ਕਿੰਨੇ 100 ਵਾਅਦੇ ਵੀ ਕਹਿੰਦੇ ਵੀ ਪੂਰੇ ਹੋ ਗਏ। ਮੈਂ ਨਾ ਮੋਟੀ ਜਿਹੀ ਕੈਲਕੂਲੇਸ਼ਨ ਕਰੀਏ ਵੀ ਇੱਕ ਸਰਕਾਰ ਦਾ ਜੇ ਪੂਰਾ ਟੈਨਿਓਰ ਆ 5 ਸਾਲਾਂ ਦਾ, 5 ਸਾਲਾਂ 'ਚ 5 ਵਾਰ ਕਣਕ ਤੇ 5 ਵਾਰ ਝੋਨਾ, ਇੰਨਾ ਹੀ ਕੰਮ ਹੈ ਵੀ 6 ਮਹੀਨਿਆਂ ਬਾਅਦ ਇੱਕ ਕੰਮ ਆਉਂਦਾ ਵੀ ਵੀਰ ਮੇਰਾ 10 ਫਸਲਾਂ ਤੁਸੀਂ ਖਰੀਦਣੀਆਂ। ਵੀ ਜੇ ਇੱਕ ਏਡੀ ਵੱਡੀ ਸਰਕਾਰ, ਏਡਾ ਵੱਡਾ ਤਾਮਝਾਮ, ਜਿਹਦੇ ਮੁਖੀ ਦੇ ਨਾਲ ਕਹਿੰਦੇ ਵੀ 1000 ਬੰਦਾ ਲੱਗਾ ਹੁੰਦਾ, 200 ਗੱਡੀ ਲੱਗੀ ਹੁੰਦੀ ਆ, ਉਹ ਬੰਦਾ 10 ਫਸਲਾਂ ਨਹੀਂ ਚੰਗੀ ਤਰ੍ਹਾਂ ਖਰੀਦ ਵੇਚ ਸਕਦਾ, ਤੇ ਫਿਰ ਕੋਈ ਫੋੜਾ ਹੀ ਲੱਭਦਾ ਇੱਥੇ ਰਗੜ ਕੇ ਲਾ ਲਈਏ ਫੋੜੇ ਤੇ ਕਿਤੇ। ਨਹੀਂ, ਗੱਲ ਤਾਂ ਇਹੀ ਹੈ। ਆਪਾਂ ਮੈਂ ਕਹਿੰਦਾ ਇੱਕ ਇੱਕ ਕਰਕੇ ਸ਼ੁਰੂ ਕਰ ਲੈਂਦੇ ਹਾਂ। ਆਪਾਂ ਗੰਨੇ ਤੋਂ ਸ਼ੁਰੂ ਕਰਦੇ ਹਾਂ। ਇੱਕ ਫਸਲ ਹੈ ਪੰਜਾਬ ਦੀ, ਜਾਣੀ ਕਿ ਅੱਛਾ ਗੰਨੇ ਤੇ ਆ ਜਾਓ, ਫਿਰ ਵੀ ਉਹ ਇੱਕੋ ਹੀ ਪੈਣੀ ਸਾਲ, ਉਹ ਚਾਹੀਦੀਆਂ 5 ਆ ਸਾਰੀਆਂ, ਹੋਰ ਕੰਮ ਵਿਗੜ ਗਿਆ। ਕਿੱਡੀ ਕੁ ਵੱਡੀ ਗੱਲ ਹੈ ਕਿ ਜਾਣੀ 365 ਦਿਨ ਹੁੰਦੇ ਆ ਗੰਨੇ ਦੀ ਫਸਲ ਦੇ ਵਿਕਣ ਤੱਕ। ਮਿੱਲਾਂ ਕਲੀਅਰ ਨੇ। ਜਾਣੀ ਅੱਜ ਜਦੋਂ ਸਾਡੇ ਸਿਆਸਤਦਾਨ ਕਹਿੰਦੇ ਸਾਨੂੰ ਯਾਰ ਰੋਕਦੇ ਕਿਉਂ ਆ, ਸਾਨੂੰ ਤੁਸੀਂ ਆਉਣ ਕਾਹਤੋਂ ਨਹੀਂ ਦਿੰਦੇ ਧਰਨਿਆਂ ਦੇ ਵਿੱਚ, ਸਾਨੂੰ ਤੁਸੀਂ ਪ੍ਰਚਾਰ ਕਰ ਲੈਣ ਦਿਓ, ਅਸੀਂ ਤਾਂ ਤੁਹਾਡੇ ਹੱਕ 'ਚ, ਤੁਸੀਂ ਸਾਰੇ ਹੀ ਸਾਡੇ ਸਤਿਕਾਰਯੋਗ ਆ। ਆਪਾਂ ਪੰਜਾਬ ਵਾਲਿਆਂ ਦੀ ਗੱਲ ਕਰਦੇ ਹਾਂ, ਜਿੰਨੇ ਆ ਸਾਰੇ ਸਤਿਕਾਰਯੋਗ, ਹੱਥ ਜੋੜੇ ਤੁਹਾਡੇ ਮੂਹਰੇ। ਹੁਣ ਠੀਕ ਹੈ ਗੱਲ, ਗੰਨਾ ਜਾਣਾ ਮਿੱਲ 'ਚ, ਮਿੱਲਾਂ ਸਰਕਾਰ ਨੇ ਕੋਆਪਰੇਟਿਵ ਲਾਤੀਆਂ, ਬੜੀ ਵਧੀਆ ਗੱਲ ਹੈ। ਮਿੱਲਾਂ ਫਿਰ ਪ੍ਰਾਈਵੇਟ ਵੀ ਲੱਗ ਗਈਆਂ। ਕਿਸਾਨ ਨੇ ਮਿੱਲ ਨਹੀਂ ਚਲਾਉਣੀ, ਮਿੱਲ ਚਲਾਉਣੀ ਹੈ ਕੋਆਪਰੇਟਿਵ ਵਿਭਾਗ ਦੇ ਅਧਿਕਾਰੀਆਂ ਨੇ, ਮੰਤਰੀਆਂ ਨੇ, ਸਰਕਾਰ ਨੇ ਉੱਪਰੋਂ ਵੇਖਣਾ ਕਿ ਭਾਈ ਇਹਦਾ ਕੀ ਘੱਟ ਹੈ ਤੇ ਕੀ ਵੱਧ ਹੈ। ਅੱਜ ਸਾਡੇ ਸਿਆਸਤਦਾਨ ਸਾਨੂੰ ਇਸ ਗੱਲ ਦਾ ਜਵਾਬ ਦੇਣ, ਜਦੋਂ ਉਹ ਕਹਿੰਦੇ ਆ ਕਿ ਪੰਜਾਬ ਦੇ ਕਿਸਾਨ ਹੁਣ ਐਂ ਕਰਦੇ ਇਉਂ ਕਰਦੇ ਆ। ਪੰਜਾਬ ਦੀਆਂ ਸਹਿਕਾਰੀ ਖੰਡ ਮਿੱਲਾਂ ਬੰਦ ਕਿਉਂ ਹੋਈਆਂ? ਦੂਸਰੀ ਗੱਲ, ਮੰਨ ਲਓ ਸਾਰੀਆਂ ਹੀ ਚੱਲਦੀਆਂ, ਆਪਾਂ ਫਰੀਦਕੋਟ ਵਾਲੀ ਮਿੱਲ ਨੂੰ ਭੁੱਲ ਜਾਂਦੇ, ਕਈ ਹੋਰ ਭੁੱਲ ਜਾਂਦੇ ਆ, ਉਹਨਾਂ ਦੀ ਸਮਰੱਥਾ ਵਧੀ ਕਿਉਂ ਨਹੀਂ? ਆ ਪ੍ਰਾਈਵੇਟ ਖੰਡ ਮਿੱਲਾਂ ਵਾਲੇ ਹਰ 2-3 ਸਾਲ ਬਾਅਦ ਐਲਾਨ ਕਰਦੇ, ਐਤਕੀ ਅਸੀਂ ਕਪੈਸਿਟੀ ਵਧਾਤੀ ਹੈ, ਐਤਕੀ ਅਸੀਂ ਇੰਨਾ ਗੰਨਾ ਸੀਜ਼ਨ ਦੇ ਵਿੱਚ ਹੋਰ ਪੀੜਾਂਗੇ। ਤੁਸੀਂ ਕਿਉਂ ਨਹੀਂ ਵਧਾ ਸਕੇ? ਇਹਦਾ ਮਤਲਬ ਹੈ ਕਿ ਤੁਹਾਡੇ ਕੋਲੇ ਉਨੀ ਲਿਆਕਤ ਨਹੀਂ। ਯਾਨੀ ਜੇ ਪੰਜਾਬ ਦੇ ਵਿੱਚ ਗੰਨੇ ਦੀ ਫਸਲ ਹੁੰਦੀ ਆ, ਸਾਰਿਆਂ ਨੂੰ ਪਤਾ ਹੈ, ਤੁਹਾਡੀਆਂ ਕੋਆਪਰੇਟਿਵ ਖੰਡ ਮਿੱਲਾਂ ਬੰਦ ਕਿਉਂ ਹੋਈਆਂ? ਇਹਦਾ ਮਤਲਬ ਹੈ ਕਿ ਕਿਸਾਨ ਨੇ ਸਾਰੇ ਸਾਲ ਦੀ ਫਸਲ ਗੰਨਾ ਬੀਜਣ ਤੋਂ ਲੈ ਕੇ ਬੰਨਣ ਤੱਕ, ਖਾਦ ਪਾਉਣ ਤੱਕ, ਦਵਾਈ ਪਾਉਣ ਤੱਕ, ਉਹਨੂੰ ਵੱਢ ਕੇ ਉਹਨੂੰ ਛਿੱਲਣ ਤੱਕ, ਉਹਨੂੰ ਲੱਦਣ ਤੱਕ, ਉਹਨੂੰ ਮਿੱਲ ਤੱਕ ਪਹੁੰਚਾਉਣ ਦੇ ਵਿੱਚ ਆਪਣੇ ਵੱਲੋਂ ਕਸਰ ਕੋਈ ਨਹੀਂ ਛੱਡੀ। ਮਜ਼ਦੂਰ ਭਰਾਵਾਂ ਦਾ ਸਾਥ ਰਿਹਾ। ਜਿੱਥੇ ਜਾ ਕੇ ਉਹ ਵਿਕਣਾ ਹੈ, ਉਹ ਕੋਆਪਰੇਟਿਵ ਮਿੱਲਾਂ ਜੇ ਬੰਦ ਹੋ ਗਈਆਂ ਤੇ ਇਹਦਾ ਮਤਲਬ ਹੈ ਕਿ ਕਾਣ ਲੋਕਾਂ 'ਚ ਨਹੀਂ, ਕਾਣ ਲੀਡਰਸ਼ਿਪ 'ਚ ਹੈ। ਤੇ ਮੈਨੂੰ ਇੱਕ ਗੱਲ ਅੱਜ ਤੱਕ ਸਮਝ ਨਹੀਂ ਆਈ, ਕਿਸਾਨ 10 ਦਿਨ 15 ਦਿਨ ਮਿੱਲ 'ਚ ਕਿਉਂ ਰੁਲੇ? ਕਿਸਾਨ ਨੂੰ ਚਾਹੇ ਉਹ ਛੋਟਾ ਚਾਹੇ ਵੱਡਾ, ਉਹਨੂੰ ਪਰਚੀਆਂ ਲੈਣ ਦੇ ਲਈ ਧੱਕੇ ਕਿਉਂ ਖਾਣੇ ਪੈਣ? ਕਿਸਾਨ ਨੂੰ ਅੱਜ ਵੀ ਜੇ ਗੰਨੇ ਦੇ ਪੈਸੇ ਲੈਣ ਦੇ ਲਈ 6-6 ਮਹੀਨੇ, ਸਾਲ 2-2 ਸਾਲ ਇੰਤਜ਼ਾਰ ਕਰਨਾ ਪੈਂਦਾ ਤੇ ਵਿਆਜ ਦੇ ਰੂਪ 'ਚ ਪੰਜੀ ਨਹੀਂ ਮਿਲਦੀ, ਕਿਸਾਨ ਦਾ ਕਸੂਰ ਤਾਂ ਨਹੀਂ? ਨਹੀਂ, ਕਿਸਾਨ ਦਾ ਕਸੂਰ ਨਹੀਂ, ਕਸੂਰ ਤੇ ਉਹਨਾਂ ਦਾ ਵੀ ਨਹੀਂ। ਜਦੋਂ ਇੱਧਰੋਂ 3600 ਪਦਾਰਥ ਖਾਣ ਤੋਂ ਬਾਅਦ ਔਖਾ ਜਾ ਹੋ ਕੇ ਬੰਦਾ ਮਸਾਂ ਹੀ ਕੁਰਸੀ ਤੇ ਬੈਠਾ ਹੁੰਦਾ ਤੇ ਅਗਲਾ ਬੰਦਾ ਆਣ ਕੇ ਪੁੱਛਦਾ, ਸਰ ਮੀਠੇ ਮੇਂ ਕਿਆ ਲੈਂਗੇ ਆਪ? ਜਦੋਂ ਮੀਠੇ ਮੇਂ ਸ਼ਬਦ ਵਰਤਦਾ ਤੇ ਉਦੋਂ ਬੰਦੇ ਦੇ ਦਿਮਾਗ 'ਚ ਘੱਟੋ ਘੱਟ ਮਿੱਠਾ ਤੇ ਆਵੇ। ਫਿਰ ਜੇ ਮਿੱਠਾ ਆਵੇ ਤੇ ਫਿਰ ਆਵੇ ਵੀ ਯਾਰ ਇਹ 'ਚ ਵੀ ਖੰਡ ਪਈ ਹੋਊਗੀ। ਫਿਰ ਜੇ ਖੰਡ ਆਉਂਦੀ ਹੈ ਤੇ ਫਿਰ ਘੱਟੋ ਘੱਟ ਗੰਨਾ ਯਾਦ ਆਵੇ, ਤੇ ਫਿਰ ਗੰਨੇ ਦੀ ਉਹ ਯਾਦ ਆਵੇ ਕਿ ਭਾਈ ਸਾਹਿਬ ਪੈਸੇ ਦੇਣ ਵਾਲੇ ਆ ਜੀ। ਉਦੋਂ ਵੀ ਚੇਤਾ ਨਹੀਂ ਆਉਂਦਾ, ਉਦੋਂ ਤੇ ਕਹਿੰਦਾ ਮੀਠੇ ਮੇਂ ਹੁਣ ਫਲਾਨੀ ਚੀਜ਼ ਲੈ ਆਓ ਥੋੜ੍ਹੀ ਜਿਹੀ, ਫਿਰ ਉਦੋਂ ਛੱਕ ਕੇ ਨਿਕਲ ਚੱਲਦੇ ਆ। ਮੈਨੂੰ ਇਹ ਵੀ ਲੱਗਦਾ ਕਿ ਹੋ ਸਕਦਾ ਕਿ ਜਦੋਂ ਉਹ ਕਹਿਣ ਸਰ ਉਹਨਾਂ ਨੇ ਥੋੜੇ ਸਾ ਮਿਠਾਈ ਭੇਜੀ ਹੈ, ਫਿਰ ਕਿਤਨੇ ਡੱਬੇ ਹੈ? ਉਹ ਕਹਿੰਦੇ 4।
ਕਿਉਂਕਿ ਡੱਬਾ ਜਦੋਂ ਚੱਕ ਕੇ ਦੇਖਦੇ ਹੋਣੇ ਆ ਉਹਦੇ ਵਿੱਚ ਫਿਰ ਕੋਈ ਮਿੱਠਾ ਥੋੜੀ ਹੋਣਾ, ਉਹਦੇ ਵਿੱਚ ਨੋਟ ਹੋਣੇ ਆ ਕਿ ਭਾਈ ਆਪਦੀ ਬੰਦ ਰਹਿਣ ਦਿਓ, ਸਾਡੇ ਵਾਲੀਆਂ ਚੱਲ ਲੈਣ ਦਿਓ। ਜਾਣੀ ਕਿੱਡੀ ਕੁ ਵੱਡੀ ਗੱਲ ਹੈ ਇਹ। ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਨਹੀਂ ਕਿ ਉੱਥੇ ਲਿਖਿਆ ਜੇ ਤੁਸੀਂ 14 ਦਿਨ ਗੰਨਾ ਜੇ ਖਰੀਦਿਆ ਪੈਸੇ ਨਹੀਂ ਦਿੰਦੇ ਤੁਹਾਨੂੰ ਵਿਆਜ ਦੇਣਾ ਪਊਗਾ। ਅੱਜ ਤੱਕ ਕਦੇ ਕਿਸੇ ਨੇ ਦਿੱਤਾ ਕਿਉਂ ਨਹੀਂ? ਸਵਾਲ ਹੀ ਹੈ। ਹੁਣ ਮਜਬੂਰੀ ਦੇ ਵਿੱਚ ਜਾਮ ਲੱਗਦੇ ਆ ਜਾਂ ਜ਼ਰੂਰੀ ਵੈਸੇ ਹੀ ਉਹਨਾਂ ਦਾ ਸ਼ੌਕ ਹੈ ਕਿਸਾਨ ਦਾ, ਆਓ ਯਾਰ ਸੜਦੀ ਸੜਕਾਂ ਉੱਥੇ ਆ ਕੇ ਭੁੰਜੇ ਬੈਠੇ ਆ? ਜੇ ਤਾਂ ਸ਼ੌਕ ਆ ਤਾਂ ਦੱਸ ਦਿਓ ਬਾਈ। ਇਹ ਸਾਰਾ ਕੁਝ ਵਿਚਾਰਨ ਵਾਲਾ, ਆਪਾਂ ਇੱਕ ਇੱਕ ਕਰਕੇ ਚਲੋ ਇਸ ਪਾਸੇ ਤੁਰੀਏ। ਹੁਣ ਮੈਨੂੰ ਲੱਗਦਾ ਵੀ ਇੱਕ ਚਰਚਾ ਇਹ ਵੀ ਬੜੀ ਚੱਲਦੀ ਹੈ ਜੀ, ਜਿਹੜਾ ਪੰਜਾਬ ਹੈ ਨਾ ਜੀ, ਇਹਦੇ ਵਿੱਚ ਹਰੀ ਕ੍ਰਾਂਤੀ ਜਦੋਂ ਆਈ ਸੀ ਉਦੋਂ ਤਾਂ ਉਪਜ ਠੀਕ ਹੈ ਜੀ, ਉੱਪਰ ਨੂੰ ਗਈ, ਫਿਰ ਉਹ ਸਾਰਾ ਕੁਝ ਰੁਕ ਗਿਆ ਜੀ। ਉਸ ਤੋਂ ਬਾਅਦ ਫਿਰ ਉਪਜ ਹੁਣ ਉਨੀ ਵੱਧ ਨਹੀਂ ਰਹੀ, ਖਰਚੇ ਵੱਧ ਗਏ ਨੇ। ਹੁਣ ਜਦੋਂ ਉਪਜ ਨਹੀਂ ਹੈਗੀ ਫਿਰ ਖਰਚੇ ਵੱਧ ਗਏ ਨੇ, ਕਿਸਾਨ ਵਿਚਾਰਾ ਕੀ ਕਰੇ? ਮੈਨੂੰ ਸਮਝ ਨਹੀਂ ਆਈ ਵੀ ਜਿੱਦਣ ਉਪਜ ਵਧੀ ਸੀ ਉਦੋਂ ਵਿਚਾਰੇ ਜਿਹੜੇ ਬਾਪੂ ਅਨਪੜ੍ਹ ਸੀਗੇ ਉਹਨਾਂ ਨੂੰ ਥੋੜ੍ਹਾ ਪਤਾ ਸੀ ਵੀ ਕਿੱਦਾਂ ਵਧੀ ਆ। ਉਹਨਾਂ ਨੂੰ ਤਾਂ ਤੁਸੀਂ ਆਪਣੇ ਸਾਇੰਸਦਾਨਾਂ ਨੇ, ਸਰਕਾਰਾਂ ਨੇ, ਯੂਨੀਵਰਸਿਟੀਆਂ ਨੇ ਸਮਝਾਇਆ ਸੀ ਵੀ ਬਾਪੂ ਇੱਦਾਂ ਨੇ, ਇੱਦਾਂ ਕਰਨਾ। ਉਹ ਵਿਚਾਰੇ ਆਖੇ ਲੱਗ ਕੇ, ਚਲੋ ਔਖੇ ਲੱਗੇ ਸੌਖੇ ਲੱਗੇ ਜਿੱਦਾਂ ਲੱਗੇ, ਆਪਾਂ ਉਹਦੇ 'ਚ ਨਹੀਂ ਜਾਂਦੇ, ਇੱਕ ਨੂੰ ਆਖੇ ਲਾ ਕੇ ਤੁਰ ਪਏ ਨਾ। ਹੁਣ ਜਦੋਂ ਪਤਾ ਸੀ ਵੀ ਯਾਰ ਆਹ ਜਿਹੜੀ ਚੀਜ਼ ਆਪਾਂ ਖੋਜਬੀਨ ਕੀਤੀ ਹੈ ਇਹ 10 ਸਾਲ ਚੱਲੂ, ਇਹ 20 ਚੱਲੂ, ਇਹ 30 ਚੱਲੂ, ਇਹ 40 ਚੱਲੂ, ਮੈਂ ਨਾ 50 ਚਲਾ ਲਈ। ਜਦੋਂ ਆਪਾਂ ਨੂੰ ਪਤਾ ਲੱਗਦਾ ਸੀ ਵੀ ਯਾਰ ਇਹ ਹੁਣ ਆਉਂਦੇ 10 ਸਾਲਾਂ ਤੱਕ ਇਹ ਰੁਕ ਜਾਣੀ ਆ, ਉਦੋਂ ਬਾਅਦ ਆਪਾਂ ਨੂੰ ਕੁਝ ਕਰਨਾ ਪੈਣਾ। ਫਿਰ ਉਦੋਂ ਬਾਅਦ ਖਬਰਾਂ ਇਹ ਆਉਣ ਵੀ ਫਲਾਨੀ ਫਿਰ ਹੁਣ ਯੂਨੀਵਰਸਿਟੀ ਨੂੰ ਅਜੇ ਗ੍ਰਾਂਟ ਨਹੀਂ ਆਈ ਜੀ, ਉਹ ਫਿਰ ਸਾਇੰਸਦਾਨਾਂ ਕੋਲੋਂ ਪੂਰੀ ਖੋਜ ਨਹੀਂ ਹੋਈ। ਉਹ ਜਿਹੜੀ ਗ੍ਰਾਂਟ ਸੀ ਉਹ ਰੋਕਣ ਵਾਲੇ ਬੰਦੇ ਕਿਸਾਨ ਤੇ ਨਹੀਂ ਵੀ ਉਹ ਤੂੰ ਮਹਿੰਗਾ ਹੈ ਚੰਗਾ ਕੀਤਾ ਟੂਟੀ ਬੰਦ ਕਰਾਂ ਯਾਰ, ਗ੍ਰਾਂਟ ਨਹੀਂ ਆਈ, ਦੱਸ ਹੁਣ ਯੂਨੀਵਰਸਿਟੀ ਵਾਲਿਆਂ ਨੂੰ ਪੈਸੇ ਨਹੀਂ ਮਿਲੇ, ਉਹਨਾਂ ਵਿਚਾਰਿਆਂ ਖੋਜ ਨਹੀਂ ਕੀਤੀ। ਇਹਦਾ ਮਤਲਬ ਇਹ ਹੋ ਗਿਆ ਵੀ ਅਸੀਂ ਤਾਂ ਗੱਲ ਕਰ ਰਹੇ ਹਾਂ ਵੀ ਇਹ ਜਿੰਨੀਆਂ ਤਾਰਾਂ ਅਸੀਂ ਛੇੜਾਂਗੇ ਤੁਸੀਂ ਚੈੱਕ ਕਰਿਓ ਵੀ ਇਹ ਟਰਾਂਸਫਾਰਮਰ ਇੱਕੇ ਨਾਲ ਜਾ ਕੇ ਜੁੜਦੀਆਂ। ਤੇ ਹੁਣ ਜਦੋਂ ਟਰਾਂਸਫਾਰਮਰ 'ਚੋਂ ਧੂੰਆਂ ਨਿਕਲ ਡਿਆ ਤੇ ਫਿਰ ਟਰਾਂਸਫਾਰਮਰ ਕਹਿੰਦਾ ਯਾਰ ਇਹ ਲੋਡ ਜਾਂ ਨਾ ਪਾਓ ਮੇਰੇ ਤੇ। ਲੋਡ ਕਿਉਂ ਪਾਉਂਦੇ ਤੁਸੀਂ ਮੇਰੇ ਤੇ? ਇੰਨਾ ਵੀ ਲੋਡ ਪੈਣਾ ਹੀ ਆ ਵੀਰ, ਤੁਸੀਂ ਆਪ ਹੀ ਪਵਾਇਆ। ਸੰਧਾਲੀਆ ਸਾਹਿਬ ਬੜੀ ਕਮਾਲ ਦੀ ਗੱਲ ਤੁਸੀਂ ਕਰ ਦਿੱਤੀ ਹੈ ਕਿ ਪਹਿਲਾਂ ਤਾਂ ਕਹਿੰਦੇ ਸੀ ਜੀ ਹਰੀ ਕ੍ਰਾਂਤੀ ਦਾ ਧੁਰਾ ਬਣ ਗਈ ਸਾਡੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਵਾਲੀ। ਬਾਅਦ ਵਿੱਚ ਕਿੰਨੀ ਵਾਰੀ ਜੀ ਉੱਥੇ ਤਾਂ ਕਰਮਚਾਰੀ ਤਨਖਾਹਾਂ ਤੋਂ ਬੈਠੇ, ਉੱਥੇ ਦਾ ਜੀ ਨਵੀਂ ਰਿਸਰਚ ਕਰਨੀ ਆ ਤਾਂ ਉਹਦੇ ਲਈ ਪੈਸੇ ਨਹੀਂ ਆਉਂਦੇ, ਨਵੇਂ ਪ੍ਰੋਜੈਕਟ ਸੈਂਕਸ਼ਨ ਨਹੀਂ ਹੁੰਦੇ। ਜੇ ਪ੍ਰੋਜੈਕਟ ਕੋਈ ਸੈਂਕਸ਼ਨ ਹੋ ਜਾਂਦਾ ਕਦੇ ਇਹਨੂੰ ਦੇ ਦਿੱਤਾ ਜਾਂਦਾ, ਕਦੇ ਉਹਨੂੰ। ਅਸਲੀ ਕੰਮ ਜਿਹੜਾ ਹੁੰਦਾ ਨਹੀਂ। ਮੈਂ ਨਹੀਂ ਕਹਿੰਦਾ ਕਿ ਉੱਥੇ ਅਸਲੀ ਕੰਮ ਨਹੀਂ ਹੁੰਦਾ, ਪਰ ਇਹ ਗੱਲ ਤਾਂ ਬੜੀ ਕਲੀਅਰ ਹੈ ਨਾ ਕਿ ਜਦੋਂ ਕੰਮ ਲੈਣਾ ਸੀ ਉਦੋਂ ਸਿਆਸਤਦਾਨ ਕਹਿੰਦੇ ਪੈਸੇ ਦੇ ਦਿਓ ਭਾਈ, ਕੰਮ ਕਰਾ ਲਓ। ਮੁੜ ਕੇ ਜਦੋਂ ਬਾਕੀ ਪਾਸੇ ਅਨਾਜ ਹੋਣ ਲੱਗ ਪਿਆ, ਕੋਈ ਗੱਲ ਨਹੀਂ ਯਾਰ ਜੇ ਉੜਦੀ ਆ ਤਾਂ ਉੜ ਲੈਣ ਦਿਓ। ਹੁਣ ਤੁਸੀਂ ਹੋਰ ਦੇਖੋ, ਸਾਡੇ ਬੱਚਿਆਂ ਨੂੰ ਤਾਂ ਕਹਿੰਦੇ ਆਧੁਨਿਕ ਢੰਗ ਸੇ ਨਾ ਆਪਣੇ ਕ੍ਰਿਸ਼ੀ ਖੇਤਰ ਮੇਂ ਆਗੇ बढ़ना है, ਖੇਤੀ ਖੇਤਰ ਦੇ ਵਿੱਚ ਆਧੁਨਿਕ ਢੰਗਾਂ ਨਾਲ ਅੱਗੇ ਵਧੋ। ਵਧਣ ਨੂੰ ਤਿਆਰ ਨੇ। BSc ਐਗਰੀਕਲਚਰ, MSc ਐਗਰੀਕਲਚਰ ਖੋਲ੍ਹ ਦਿੱਤੀ। ਮੁੜ ਕੇ ਪਤਾ ਕਹਿੰਦੇ ਹੁੰਦੇ ਆ ਖੇਤੀ ਜਿਹੜੀ ਹੈ ਇਹ ਕਾਗਜ਼ਾਂ 'ਚ ਥੋੜ੍ਹੀ ਆਉਂਦੀ ਹੈ, ਖੇਤੀ ਦਾ ਖੇਤਾਂ 'ਚ ਆਉਂਦੀ ਹੈ। ਬਿਲਕੁਲ ਠੀਕ ਹੈ, ਪਰ ਉੱਥੇ ਤਾਂ ਨਿਯਮਾਂ ਦੇ ਵਿੱਚ ਇਹ ਵੀ ਲਿਖਿਆ ਕਿ ਜੇ ਤੁਸੀਂ BSc ਐਗਰੀਕਲਚਰ ਜਾਂ MSc ਐਗਰੀਕਲਚਰ ਕਰਾਉਣੀ ਆ, ਤੁਹਾਡੇ ਕੋਲੇ ਪ੍ਰੈਕਟਿਸ ਕਰਨ ਦੇ ਲਈ ਫੀਲਡ ਚਾਹੀਦਾ, ਖੇਤ ਚਾਹੀਦੇ ਹੈ, ਸਾਰੀ ਮਸ਼ੀਨਰੀ ਚਾਹੀਦੀ ਹੈ। ਬੱਚੇ ਨੂੰ ਪਤਾ ਲੱਗੇ ਬਤਾਊਂ ਥੱਲੇ ਲੱਗਦਾ ਜ਼ਮੀਨ ਦੇ ਕਿ ਉੱਪਰ ਲੱਗਦਾ ਬੂਟੇ ਤੇ। ਬੱਚੇ ਨੂੰ ਪਤਾ ਲੱਗੇ ਕਿ ਭਾਈ ਕਣਕ ਜਿਹੜੀ ਹੈ ਉਹਦਾ ਸਿੱਟਾ ਜਦੋਂ ਕਣਕ ਪੱਕ ਜਾਂਦੀ ਹੈ ਤਾਂ ਨਾੜ ਖੋਖਲਾ ਜਿਹਾ ਹੋ ਜਾਂਦਾ ਜਾਂ ਮਜ਼ਬੂਤ ਹੁੰਦਾ। ਉਹਦੇ ਲਈ ਤੁਸੀਂ ਕਾਲਜਾਂ ਯੂਨੀਵਰਸਿਟੀਆਂ 'ਚ ਗਮਲੇ ਰੱਖੇ ਹੋ ਆ। ਜਾਣੀ ਸਿਆਸਤਦਾਨਾਂ ਨੂੰ ਕਿਉਂ ਨਾ ਪਤਾ ਲੱਗਾ ਜਿੱਦਣ ਇਹਨਾਂ ਨੇ ਮਨਜ਼ੂਰੀਆਂ ਦਿੱਤੀਆਂ ਕਿ ਭਾਈ ਠੀਕ ਹੈ ਤੁਹਾਨੂੰ ਅਸੀਂ ਯੂਨੀਵਰਸਿਟੀ ਲਈ ਮਨਜ਼ੂਰੀ ਦਿੱਤੀ, ਇੱਕ ਕਾਲਜ ਤੁਸੀਂ ਹੋਰ ਖੋਲ੍ਹੋ, ਇਹ ਬੜੇ ਸਿਆਣੇ ਬੰਦੇ ਨੇ, ਪੈਸੇ ਇਹ ਲਾਣਗੇ। ਤੁਸੀਂ ਜਦੋਂ ਪੈਸੇ ਲਾਣਗੇ ਸੋਚਿਆ ਸੀ ਤਾਂ ਉਸ ਵੇਲੇ ਤੁਸੀਂ ਇਹ ਕਿਉਂ ਨਾ ਦੇਖਿਆ ਕਿ ਜਿਹੜਾ ਬੱਚਾ ਉੱਥੇ ਖੇਤੀਬਾੜੀ ਦੇ ਵਿੱਚ MSc ਕਰੂਗਾ ਉਹਨੂੰ ਪ੍ਰੈਕਟੀਕਲ ਨੌਲੇਜ ਦੇਣ ਦੇ ਲਈ ਉਹਨਾਂ ਕੋਲ ਫੀਲਡ ਹੀ ਨਹੀਂ, ਖੇਤ ਹੀ ਨਹੀਂ। ਫਿਰ ਤੁਸੀਂ ਕਹਿਣਾ ਕਿ ਭਾਈ ਸਾਡੇ ਬੱਚੇ ਜਿਨ੍ਹਾਂ ਨੇ MSc ਐਗਰੀਕਲਚਰ ਜਾਂ BSc ਐਗਰੀਕਲਚਰ ਕੀਤੀ ਹੈ ਉਹਨਾਂ ਦੇ ਕੋਲੇ ਪ੍ਰੈਕਟੀਕਲ ਨੌਲੇਜ ਨਹੀਂ। ਤੁਸੀਂ ਦਿੱਤੀ ਨਹੀਂ। ਇਹ ਧੋਖਾ ਲੋਕਾਂ ਨੇ ਥੋੜ੍ਹੇ ਕੀਤਾ, ਲੋਕਾਂ ਫੀਸ ਦਿੱਤੀ। ਲੋਕਾਂ ਦੇ ਕੋਲੇ ਤੁਹਾਡੇ ਕੋਲ ਥਿਊਰੀ ਸੀ, ਲੋਕਾਂ ਥਿਊਰੀ ਪੜ੍ਹੀ, ਉਹ ਪੜ੍ਹੇ, ਉਹ ਪਾਸ ਹੋਏ। ਤੁਸੀਂ ਪ੍ਰੈਕਟੀਕਲ ਨੌਲੇਜ ਦੇ ਤੁਸੀਂ ਲੋਕਾਂ ਨਾਲ ਧੋਖਾ ਕੀਤਾ। ਨਹੀਂ, ਨਾਲੇ ਉਸ ਤੋਂ ਬਾਅਦ ਇਹ ਵੀ ਨਹੀਂ ਨਾ ਸੋਚਿਆ ਵੀ ਜਿਹੜੇ ਇੰਨੇ ਆਪਾਂ ਮਤਲਬ BSc MSc ਵਾਲੇ ਜਾਂ ਦੂਜੇ ਹੋਰ ਵੀ ਚਲੋ ਕੋਈ ਵਿਗਿਆਨੀ ਪੈਦਾ ਕਰਨੇ ਆ, ਇਹਨਾਂ ਕੋਲੋਂ ਕੰਮ ਕਿੱਥੇ ਲੈਣਾ? ਜਾ ਕੇ ਮੇਰੇ ਖਿਆਲ ਪੁੱਛਣਾ ਚਾਹੀਦਾ, ਪਤਾ ਕਰਨਾ ਚਾਹੀਦਾ ਵੀ ਜਿਹੜੇ ਪਿਛਲੀਆਂ ਸਾਲਾਂ ਦੇ ਵਿੱਚ ਇੰਨੇ ਨਿਆਣੇ ਆਪਾਂ ਪੜ੍ਹਾਏ ਜਾਂ ਕਹਿ ਲਓ ਕਿ ਉਹਨਾਂ ਦੇ ਘਰਦਿਆਂ ਨੇ ਪੜ੍ਹਾਏ ਫੀਸਾਂ ਲਾ ਕੇ, ਉਹ ਬਾਹਰਲੇ ਮੁਲਕਾਂ ਨੂੰ ਕਿਉਂ ਜਾ ਵੜੇ? ਤੇ ਬਾਹਰਲੇ ਮੁਲਕ ਵਾਲੇ ਕਿਉਂ ਹੱਥੀਂ ਛਾਵਾਂ ਕਰਦੇ ਵੀ ਅੱਛਾ ਯਾਰ ਤੇਰੇ ਕੋਲ ਗਿਆਨ ਹੈਗਾ, ਆ ਤੂੰ ਸਾਡੇ ਕੋਲ ਸਾਨੂੰ ਸਮਝਾ ਵੀ ਕਿੱਦਾਂ ਗੱਲ ਚੱਲਦੀ। ਮਤਲਬ ਅਗਲੇ ਬੰਦੇ ਜਿਹੜੇ ਨੇ ਉਹ ਤੇ ਇਹ ਵੀ ਕਹਿੰਦੇ ਨੇ ਵੀ ਵੀਰ ਮੇਰਾ ਸਾਡੇ ਕੋਲੇ ਜ਼ਮੀਨ ਹੈ ਨਹੀਂ, ਪਰ ਹਾਂ ਸਾਡੇ ਕੋਲੇ ਗਮਲੇ ਹੈਗੇ, ਅਸੀਂ ਤੈਨੂੰ ਗਮਲਿਆਂ ਲਈ ਪੈਸੇ ਦਿੰਦੇ ਹਾਂ, ਸਾਡੇ ਕੋਲੇ ਉਹ ਜਿਹੜਾ ਪੋਲੀ ਹਾਊਸ ਜਿਹਾ ਬਣਾਉਣ ਦੇ ਪੈਸੇ ਹੈਗੇ ਅਸੀਂ ਤੈਨੂੰ ਉਹ ਬਣਾ ਦਿੰਦੇ ਹਾਂ, ਸਾਡੇ ਕੋਲੇ ਸਾਰਾ ਸਿਸਟਮ ਹੈਗਾ, ਤੂੰ ਸਾਨੂੰ ਗਮਲਿਆਂ 'ਚ ਤੋਰੀਆਂ ਲਾ ਦੇ। ਉਹ ਕਹਿੰਦੇ ਅਸੀਂ ਲਾ ਦਿੰਦੇ ਹਾਂ। ਪਰ ਜਿੱਥੇ ਉੱਥੇ ਖੁੱਲ੍ਹੀ ਐ ਸੰਡੇ ਦੇ ਸਿਰ ਵਰਗੀ ਜ਼ਮੀਨ ਪਈ ਆ, ਉੱਥੇ ਵਿਚਾਰੇ ਬਾਪੂ ਸੋਚੀ ਜਾਂਦਾ ਵੀ ਮੇਰੇ ਵਾਲੀਆਂ ਤੋਰੀਆਂ 'ਚ ਕੀੜੇ ਕਿਉਂ ਪੈ ਗਏ। ਤੇ ਇਹ ਬੜੀ ਅਜੀਬ ਸਥਿਤੀ ਹੈ। ਸੰਧਾਲੀਆ ਸਾਹਿਬ ਹੁਣ ਤੁਸੀਂ ਅੱਗੇ ਦੇਖੋ, ਜਦੋਂ ਸਾਡੇ ਸਿਆਸਤਦਾਨਾਂ ਨੂੰ ਪਤਾ, ਮੈਨੂੰ ਲੱਗਦਾ ਕਿ 30 ਸਾਲ ਤਾਂ ਪੜ੍ਹਦੇ ਸੁਣਦਿਆਂ ਨੂੰ ਹੋ ਗਿਆ ਕਿ ਉਹ ਬੋਰ ਦੇ ਵਿੱਚ ਕਿੰਨੂ ਬੜਾ ਹੁੰਦਾ ਜੇ। ਹੁਸ਼ਿਆਰਪੁਰ ਦਾ ਜਿਹੜਾ ਕੰਢੀ ਖੇਤਰ ਹੈ, ਨੀਮ ਪਹਾੜੀ ਖੇਤਰ ਹੈ, ਉੱਥੇ ਕਿੰਨੂ ਹੈਗਾ। ਹਰ ਸਾਲ ਅਸੀਂ ਇਹ ਸੁਣਦੇ ਹਾਂ ਜੀ ਐਤਕੀ ਕਿੰਨੂ ਦੀ ਭਰਵੀਂ ਫਸਲ ਹੋਈ।
ਜਾਂ ਮੌਸਮੀ ਖਰਾਬੀ ਕਰਕੇ ਕਿੰਨੂ ਦੀ ਪੈਦਾਵਾਰ ਘਟਣ ਦਾ ਖਦਸ਼ਾ। ਹਰ ਵਾਰ ਬਾਅਦ ਵਿੱਚ ਅਸੀਂ ਇਹ ਸੁਣਦੇ ਕਿੰਨੂ ਰੁਲ ਗਿਆ, ਕਿੰਨੂ 50 ਪੈਸੇ ਨੂੰ ਵਿਕਿਆ, ਕਿੰਨੂ 40 ਪੈਸੇ ਨੂੰ ਵਿਕਿਆ। ਐਤਕੀ ਜੀ ਕਿੰਨੂ ਟੁੱਟ ਹੀ ਨਹੀਂ ਸਕਿਆ ਕਿਉਂਕਿ ਕਿੰਨੂ ਤੋੜਦਾ ਸੀ ਕਿਸਾਨ ਆਪਦੇ ਖੇਤਾਂ ਚੋਂ, ਬਾਗ ਦੇ ਵਿੱਚੋਂ, ਤਾਂ ਫਿਰ ਉਹ ਕਿੰਨੂ ਤੋੜਨ ਤੇ ਪੈਸੇ ਵੱਧ ਲੱਗਦੇ ਸੀ, ਵਿਕਣ ਨੂੰ ਘੱਟ ਸੀ। ਕਿੰਨੂ ਵੇਚਣਾ ਪੈਂਦਾ ਜੀ ਕਿਸਾਨ ਨੂੰ ਕਿਉਂਕਿ ਕਿੰਨੂ ਰੱਖਿਆ ਨਹੀਂ ਜਾ ਸਕਦਾ, ਖਰਾਬ ਹੋ ਜੂ। ਕਿਸਾਨ ਆਪਣੇ ਖੇਤ ਦੇ ਵਿੱਚ, ਇਹ ਸ਼ਾਇਦ ਬਹੁਤਿਆਂ ਨੂੰ ਜਿਹੜੇ ਖੇਤੀਬਾੜੀ ਦੇ ਨਾਲ ਨਹੀਂ ਸੰਬੰਧਿਤ ਪ੍ਰੈਕਟੀਕਲੀ ਸਮਝ ਨਹੀਂ ਆਉਣੀ। ਇੱਕ ਕਿਸਾਨ ਮੰਨ ਲਓ ਕਿ ਆਪਦੇ ਖੇਤ 'ਚ ਕਣਕ ਝੋਨਾ ਬੀਜਦਾ, ਉਹਨੂੰ ਸਰਕਾਰ ਕਹਿੰਦੀ ਹੈ ਨਹੀਂ ਸਾਡਾ ਪਾਣੀ ਥੱਲੇ ਜਾ ਰਿਹਾ, ਇਸ ਤਰ੍ਹਾਂ ਨਹੀਂ ਕਰਨਾ, ਆਪਾਂ ਬਾਗਬਾਨੀ ਦਾ ਧੰਦਾ ਕਰਨਾ ਹੈ ਨਾਲ, ਬਾਗਬਾਨੀ ਦਾ ਧੰਦਾ ਵਧੀਆ ਹੈ। ਪਰ ਅੱਜ ਜੇ ਕਿੰਨੂ ਦਾ ਬੂਟਾ ਲਾਇਆ ਉਹਨੇ ਕੱਲ ਨੂੰ ਕਿੰਨੂ ਨਹੀਂ ਲੱਗ ਜਾਣਾ, ਉਹਨੂੰ 2 3 4 5 ਸਾਲ ਲੱਗਣੇ ਆ ਬਾਗ ਬਣਨ ਨੂੰ। ਉਦੋਂ ਤੱਕ ਉੱਥੇ ਪੂਰੀ ਫਸਲ ਨਹੀਂ ਹੋਣੀ, ਉਦੋਂ ਤੱਕ ਕਿਸਾਨ ਨੂੰ ਆਪਣਾ ਢਿੱਡ ਘੁੱਟ ਕੇ ਰੱਖਣਾ ਪੈਂਦਾ ਕਿ ਭਾਈ ਇੱਥੇ ਹੁਣ ਬਾਗ ਲਾਤਾ, ਨਾ ਉਹਦੇ ਵਿੱਚ ਪੂਰਾ ਟਰੈਕਟਰ ਫਿਰਨਾ, ਨਾ ਉਹਦੇ ਵਿੱਚ ਪੂਰੀ ਫਸਲ ਬੀਜੀ ਜਾਣੀ ਹੈ, ਜੇ ਬੀਜੀ ਵੀ ਜਾਣੀ ਹੈ ਤਾਂ ਸ਼ੌਰ ਦੇ ਕਰਕੇ ਪੂਰੀ ਹੋਣੀ ਨਹੀਂ। 4-5 ਸਾਲ ਪਹਿਲਾਂ ਉਹ ਉਦਾਂ ਤੰਗ ਰਿਹਾ ਕਿਉਂਕਿ ਤੁਸੀਂ ਕਿਹਾ ਕਿ ਕਣਕ ਝੋਨੇ ਦਾ ਮਸਲਾ ਹੱਲ ਨਹੀਂ ਹੋਣਾ, ਸਾਡਾ ਪੰਜਾਬ ਖਰਾਬ ਹੋਈ ਜਾਂਦਾ ਹੈ, ਤੁਸੀਂ ਐਂ ਕਰੋ ਕਿੰਨੂ ਬੀਜੋ, ਬੀਜ ਦਿੱਤਾ, ਕਿੰਨੂ ਦਾ ਬਾਗ ਬਣ ਗਿਆ। ਪਰ ਮੁੜ ਕੇ ਜਦੋਂ ਤੋੜਿਆ, ਕਿਸਾਨ ਤਾਂ ਕਿੰਨੂ ਦੇ ਬੂਟੇ ਦੀ ਸੇਵਾ ਕਰ ਸਕਦਾ, ਉਹਨੂੰ ਪਾਣੀ ਲਾ ਸਕਦਾ, ਖਾਦ ਪਾ ਸਕਦਾ, ਗੁੱਡ ਸਕਦਾ ਹੈ, ਕਿੰਨੂ ਦਾ ਬੂਟਾ ਜਿਹੜਾ ਕਿੰਨੂ ਦਾ ਫਲ ਪੈਦਾ ਕਰ ਸਕਦਾ ਹੈ। ਜਿੱਦਣ ਤੋੜ ਲਿਆ, ਕਿਸਾਨ ਕੋਲ ਇੰਨੇ ਪੈਸੇ ਨਹੀਂ ਕਿ ਉਹ ਕੋਲਡ ਸਟੋਰ ਦੇ ਵਿੱਚ ਉਹਨੂੰ ਰੱਖ ਸਕੇ। ਤੁਸੀਂ ਪ੍ਰਬੰਧ ਕਰਕੇ ਦੇਣਾ ਸੀ ਕੋਲਡ ਸਟੋਰ ਦੀ ਚੇਨ ਦਾ, ਕਿ ਕਿਹੜੇ ਬੰਦੇ ਨੂੰ ਨਹੀਂ ਪਤਾ, ਮਾੜੇ ਬੰਦੇ ਨੂੰ ਵੀ ਪਤਾ ਹੋਊਗਾ, ਸਰਕਾਰਾਂ ਕੋਲ ਤਾਂ ਜਾਣਕਾਰੀ ਹੋਣੀ ਆ ਕਿ ਕਿੰਨੂ ਦੇ ਇੰਨੇ ਬਾਗ ਨੇ ਪੰਜਾਬ 'ਚ, ਇੰਨਾ ਕਿੰਨੂ ਹੋ ਜਾਣਾ, ਉਹਦੇ ਲਈ ਸਾਨੂੰ ਇੰਨੀ ਕੋਲਡ ਸਟੋਰ ਦੀ ਚੇਨ ਚਾਹੀਦੀ ਹੈ। ਉਹ ਫਿਰ ਉੱਥੇ ਕੋਲਡ ਸਟੋਰ ਦੇ ਵਿੱਚ ਆਪਾਂ ਸਟੋਰ ਕਰ ਲੈਣਾ, ਥੋੜਾ ਜਿਹਾ ਭਾਅ ਵਧੂਗਾ ਤਾਂ ਕਿਸਾਨਾਂ ਨੂੰ ਚੰਗਾ ਭਾਅ ਮਿਲੂ। ਪਹਿਲੀ ਗੱਲ ਇਹ ਕਿ ਇੱਥੇ ਧੋਖਾ। ਦੂਸਰਾ, ਤੁਹਾਡੇ ਕਿੰਨੂ ਦਾ ਜੇ ਪੰਜਾਬ ਤੋਂ ਬਾਹਰ ਜਾ ਕੇ ਜੂਸ ਬਣ ਸਕਦਾ, ਤੁਸੀਂ ਛੋਟੀਆਂ ਫੈਕਟਰੀਆਂ ਕਿਉਂ ਨਹੀਂ ਲਾ ਸਕਦੇ ਭਾਈ ਅਬੂਰ ਵਾਲੇ ਇਲਾਕੇ ਦੇ ਵਿੱਚ ਤੇ ਇੱਧਰ ਕੰਢੀ ਵਾਲੇ ਇਲਾਕੇ 'ਚ, ਕਿ ਭਾਈ ਆਪਾਂ ਕਿੰਨੂ ਹੀ ਥੋੜੀ ਵੇਚਣਾ, ਆਪਾਂ 50 ਪੈਸੇ ਦਾ, ਆਪਾਂ 50 ਰੁਪਏ ਦਾ ਲੀਟਰ ਜੂਸ ਵੇਚਾਂਗੇ। ਨਹੀਂ, ਫੈਕਟਰੀਆਂ ਲੱਗੀਆਂ ਤਾਂ ਹੈਗੀਆਂ, ਆਪਾਂ ਤਾਂ ਬੇਨਤੀ ਕਰ ਦਿੰਦੇ ਆ ਵੀ ਜੇ ਕਿਸੇ ਨਾ ਲੀਡਰ ਸਾਹਿਬ ਉਹ ਮੇਰੇ ਕੋਲ ਸਹੀ ਜ਼ਿਆਦਾ ਭਾਰਾ ਹੁੰਦਾ, ਧੌਣ ਇੱਧਰ ਉੱਧਰ ਨਹੀਂ ਮੁੜਦੀ, ਜਦੋਂ ਸੀਜ਼ਨ ਹੁੰਦਾ ਉਦੋਂ ਤੇ ਭਾਵੇਂ ਧੌਣ ਸਿੱਧੀ ਰੱਖ ਲੈਣ। ਕਈ ਵਾਰਾਂ ਸੜਕਾਂ ਦੇ ਦੁਆਲੇ ਆਪਾਂ ਨੂੰ 15-20 ਰੇੜੀਆਂ ਇਸ ਪਾਸੇ, 15-20 ਰੇੜੀਆਂ ਇਸ ਪਾਸੇ, ਤੇ ਉਹ ਵਿਚਾਰੇ ਐਂ ਆਵਾਜ਼ਾਂ ਮਾਰਨ ਤਾਜ਼ਾ ਜੂਸ ਜੀ ਤਾਜ਼ਾ। ਉਹ ਤਾਂ ਲੱਗੇ ਰੁਕਣ ਕਿਤੇ, ਫਿਰ ਰੋਕੇ ਨਾ। ਪਹਿਲੀ ਚੀਜ਼ ਜਿਹੜੀ ਵੇਖਣੀ ਹੈ ਵੀ ਵੀਰ ਮੇਰੇ ਆ ਜਿਹੜਾ ਥੱਲੇ ਪਰਾਲੀ ਵਿਛਾ ਕੇ ਤੇ ਉੱਤੇ ਢੇਰੀ ਲਾਈ ਆ, ਇਹਨੂੰ ਕਿੰਨੂ ਕਹਿੰਦੇ ਆ। ਐਂਡ ਇਹ ਪਰਾਲੀ ਵਿਛਾ ਕੇ ਢੇਰੀ ਲਾ ਕੇ ਤੇ ਉਹ ਵਿਚਾਰਾ ਜਿਹੜਾ ਉੱਤੇ ਤੱਪੜ ਜਿਹਾ ਤਾਣ ਕੇ ਤੇ ਇੱਥੇ ਦਿਨੇ ਰਾਤ ਸੌਂਦਾ ਵੀ ਮੇਰਾ ਸੀਜ਼ਨ ਜਿਹਾ ਲੱਗ ਜਾਏ ਯਾਰ, ਮੈਂ 4 ਪੈਸੇ ਕਮਾ ਲਾਂ, ਕੋਈ ਰੋਟੀ ਖਾ ਲਵਾਂ, ਹੈ ਨਾ। ਇਹ ਕਿੱਥੋਂ ਤੁਰਿਆ ਹੋਊਗਾ, ਕਿੱਥੋਂ ਖਰੀਦਿਆ ਹੋਊਗਾ, ਕਦੋਂ ਇਹਨੇ ਵੇਚਣਾ ਵਟਣਾ, ਤੇ ਜਿਹਦੇ ਕੋਲੋਂ ਲਿਆ ਉਹਨੂੰ ਪਤਾ ਨਹੀਂ ਮਿਲਿਆ ਕੁਛ ਕਿ ਨਹੀਂ ਮਿਲਿਆ। ਉਦੋਂ ਗਲਾਸ ਠੰਡਾ ਪੀਂਦਿਆਂ ਪੀਂਦਿਆਂ ਕਿਤੇ ਸੋਚ ਲੈਣ, ਘੱਟੋ ਘੱਟ ਦਿਮਾਗ 'ਚ ਤੇ ਗੱਲਾਂ ਆਉਣ ਨਾ ਸਾਰੀਆਂ। ਤੇ ਉਦੋਂ ਬਾਅਦ ਫਿਰ ਨਾਲ ਉਹ ਵੀ ਸੋਚਣ ਵੀ ਜਦੋਂ ਮੈਂ ਫਿਰ ਉਹ ਫਲਾਣੇ ਦੇਸ਼ ਵਿੱਚ ਗਿਆ ਸੀ, ਉਦੋਂ ਉੱਥੇ ਜਿਹੜਾ ਕਿੰਨੂ ਸੀ ਉੱਥੇ ਤੇ ਉਹਨਾਂ ਨੇ ਜਰਾਬ ਜੀ ਚਾੜੀ ਸੀ, ਹੁੰਦੀ ਲੱਗ ਰਿਹਾ ਵੀ ਉਹਨਾਂ ਦੇ ਕਿੰਨੂ 'ਚ ਐਡੀ ਕੀ ਗੱਲ ਹੈ ਵੀ ਜਿੱਦਾਂ ਕਿੰਨੂ ਨੂੰ ਠੰਡ ਲੱਗਦੀ ਹੁੰਦੀ ਹੈ ਵੀ ਉਹਨਾਂ ਨੇ ਤਾਂ ਕੱਲੇ ਤੇ ਜਰਾਬ ਚਾੜੀ ਆ, ਤੇ ਸਾਡੇ ਵਾਲੇ ਤੇ ਪਰਾਲੀ ਦੇ ਢੇਰੀ ਕੀਤੇ ਆ ਵੀ ਕਿਤੇ ਤੇ ਨੁਕਸ ਹੈਗਾ। ਹੁਣ ਉਹ ਪਾਲਿਸੀ ਨਾ ਬਾਗ ਵਾਲੇ ਨੇ ਬਣਾਉਣੀ, ਨਾ ਉਹਨੇ ਜੂਸ ਦੀ ਰੇਹੜੀ ਵਾਲੇ ਨੇ ਬਣਾਉਣੀ ਆ, ਉਹ ਜਿੰਨੇ ਬਣਾਉਣੀ ਜਿਨ੍ਹਾਂ ਦੀ ਧੌਣ ਨਹੀਂ ਮੁੜਦੀ, ਉਹ ਚਲੋ ਉੱਥੇ ਤੇ ਧੌਣ ਦਾ ਕੋਈ ਲਿੰਕ ਨਹੀਂ ਹੁੰਦਾ ਨਾ, ਉਹਦੇ ਸੋਚਣਾ ਹੀ ਹੁੰਦਾ ਵੀ ਯਾਰ ਕੁਛ ਕਿਤੇ ਤੇ ਨੁਕਸ ਆ, ਵੀ ਕਿਤੇ ਸਾਈਨ ਗਲਤ ਹੋ ਗਏ, ਮੇਰੇ ਗਲਤ ਹੋ ਗਿਆ, ਕਿਤੇ ਕਾਗਜ਼ ਦਾ ਰੰਗ ਬਦਲ ਗਿਆ। ਸੰਧਾਲੀਆ ਸਾਹਿਬ, ਜਿਹੜੇ ਬਹੁਤ ਸਾਰੇ ਲੋਕਾਂ ਨੇ ਕਿਸਾਨਾਂ ਦਾ ਸਾਥ ਦਿੱਤਾ, ਗੈਰ ਖੇਤੀਬਾੜੀ ਵਾਲਿਆਂ ਨੇ, ਸ਼ਹਿਰਾਂ ਵਾਲਿਆਂ ਨੇ, ਸਾਰਿਆਂ ਨੇ, ਅਸੀਂ ਇੱਕੋ ਹੀ ਬੇਨਤੀ ਕਰਦੇ ਹਾਂ ਸਾਰੇ ਲੀਡਰ ਸਾਹਿਬਾਨ ਨੂੰ ਕਿ ਐਤਕੀ ਪੰਜਾਬ ਦੇ ਵਿੱਚ ਜੇ ਤੁਹਾਨੂੰ ਕਿਤੇ ਸੜਕ ਦੇ ਕਿਨਾਰੇ ਤੇ ਰੇਹੜੀ ਲੱਗੇ ਦਿਸੇ तो बहुत ही फ्रेश पीना है जूस, वो गाँव में ना वो जूस बहुत फ्रेश होता है, वो बस तोड़ के लाते हैं, वहीं छीलते हैं आपके सामने छील के ऐसे 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 बनाते हैं, वो अच्छा होता है, मशीन का अच्छा नहीं होता। चलो ਤੁਸੀਂ ਉਸਲੇ ਜਦੋਂ ਕਹਿੰਦੇ ਹੁੰਦੇ ਨਾ ਆ ਚੰਗੀ ਤਰ੍ਹਾਂ ਪਹਿਲਾਂ ਧੋ ਲਈ ਭਾਂਡਾ, ਆ ਪੌਣੀ ਮੜ ਜੀ ਝਾੜ ਉਧਰਲੇ ਪਾਸੇ, बर्फ थोड़ी पाई, बिना बर्फ तो ही सारा उनका गला बहुत जल्दी खराब हो जाता है इनका। मिठा ना पाए, हाँ मीठा कोल देखना है उपर दी हो के मिठा तो नहीं विच पैंदा, पर जिन्हां दी जड़ां च तेल देई जांदे हो वो नहीं देखना, जानी आप दे मिठे तो कसर है। इस करके भाई उस वेले जदों कहने हुंदे ना कि भाई पौनी धो ली, आ भांडा धो ली, मेरे वर्गा बंदा ये भी कहंदा हुंदा ओ यार चंगी तरह पानी पा के धो पहलां, खाली ना दिखा, उन्ना क मिठा तुहाडे आले दुआले लगा हुंदा। उस वेले उहनूं पुछना कि कित्थों लिआए हो, किन्नू जिथों लिआए हैं उत्थे उहनूं नाल लैके जाना, कहना 500 रुपया चक दिहाड़ी दा मैनूं नाल लैके जा। वो किसान दी हालत देखियो, ते नाले जदों किन्नू ऐन तैयार हुंदा है, एक वारी जदों हनेरी आ जांदी है, उदों हनेरी आउण तो तुरंत बाद गड्डी चक्कनी है, सीधा किन्नुआं दे बाग च चले जाना है। उदों फिर जाके देखियो कि जदों किन्नू किर जांदा, किरे दा मुੱਲ नहीं हुंदा, ਜਦੋਂ किर ਜਾਂਦਾ तो उस ਵੇਲੇ किसान फिर ਬੰਨੇ ਦੇ ਉੱਤੇ ਖੜਾ ਹੋ ਕੇ ਸੋਚਦਾ ਕੀ ਹੁੰਦਾ, ਜੇ ਤੁਸੀਂ ਉਹਦੀ ਥਾਂ ਪਾ ਲਈ ਨਾ ਤਾਂ ਫਿਰ ਅੱਗੋਂ ਤੋਂ ਲੋਕਾਂ ਦੇ ਨਾਲ, ਕਿਸਾਨਾਂ ਦੇ ਨਾਲ, ਖੇਤ ਮਜ਼ਦੂਰਾਂ ਦੇ ਨਾਲ ਸ਼ਾਇਦ ਧੋਖਾ ਨਹੀਂ ਕਰੋਗੇ। ਦੇਖੋ WhatsApp ਗੱਲ ਪਤਾ ਕੀ ਹੈ,
ਜਾਣ ਨੂੰ ਤੁਸੀਂ ਚਲੇ ਜੀਏ, ਆਹ, ਇਹ ਨਾ ਸਹੁਰੇ ਕਿਹਨੂੰ ਦੀ ਵੋਟ ਹੈ ਨਹੀਂ ਗੀ। ਇਹ ਕਿਤੇ ਕਿਹਨੂੰ ਦੀ ਵੋਟ ਹੁੰਦੀ ਨਾ, ਇਹਨੂੰ ਦੱਸ ਦਿੰਦੇ ਵੀ ਲੀਡਰ ਕੌਣ ਹੁੰਦੇ ਆ। ਲੀਡਰ ਫਿਰ ਹੁੰਦਾ ਦੇ ਮੈਂ ਚੀਜ਼ ਕੀ ਆ। ਫਿਰ ਐਂ ਦੱਸਣਾ ਉਹ ਤੇਰਾ ਭਲਾ ਜੇ ਮੇਰੀਆਂ ਦੇ ਵੋਟਾਂ ਖਿਲਰ ਗਈਆਂ ਥੱਲੇ, ਹੁਣ ਮੈਂ ਕੀ ਕਰਾਂ। ਆਪੇ ਕਿੰਨੂ ਨੂੰ ਐ ਸਾਫ਼ ਕਰਕੇ ਰੱਖਣਾ, ਇਹਨੂੰ ਰੱਖੋ ਕਿੰਨੂ ਸੇ ਕੋਈ ਗੱਲ ਨਹੀਂ। ਹਾਂ ਹੈਗਾ, ਮੈਂ ਆ ਗਿਆ, ਕੋਈ ਗੱਲ ਨਹੀਂ ਹੈ, ਘਬਰਾਉਣਾ ਨਹੀਂ। ਅੱਛਾ ਹੁਣ ਇਹ ਦੇਖੋ ਜੀ, ਇਹ ਗੱਲਾਂ ਸਾਨੂੰ ਕਰਨ ਦੀ ਲੋੜ ਕਿਉਂ ਪੈਂਦੀ? ਇਹ ਗੱਲਾਂ ਇਸ ਕਰਕੇ ਕਿਉਂਕਿ ਰੋਜ਼ ਸਿਆਸਤ ਦੀਆਂ ਗੱਲਾਂ ਕਰੀਦੇ, ਸਿਆਸਤਦਾਨਾਂ ਦੀਆਂ ਆਉਂਦੀਆਂ ਰਹਿੰਦੀਆਂ, ਜਾਂ ਖਬਰ ਉਹ ਖਬਰ, ਪਰ ਅਸੀਂ ਸੋਚਿਆ ਵੀ ਕਿਉਂ ਨਾ ਯਾਰ ਇਹ ਵੀ ਇੱਕ ਗੱਲ ਕਰ ਲਈ, ਕਿਉਂਕਿ ਜੇ ਇੰਨਾ ਸਮਾਂ ਲੰਘ ਗਿਆ ਤੇ ਕਿਸੇ ਨੂੰ ਚੇਤਾ ਹੀ ਭੁੱਲ ਗਿਆ ਵੀ ਉਹ ਕਿਉਂ ਬੈਠੇ ਨੇ, ਕਾਹਦੀ ਗੱਲ ਹੈ, ਵੀ ਰੌਲਾ ਕੀ ਅਸਲ 'ਚ ਜੀ। ਇਸ ਪਾਸੇ ਆਈਏ ਦੱਸੀਏ। ਅੱਛਾ ਅਗਲੀ ਗੱਲ ਕਰੀਏ। ਬਾਟ ਸਾਹਿਬ, ਬੜਾ ਇਲਜ਼ਾਮ ਲੱਗਦਾ ਜੀ ਕਿ ਇਹ ਨਾ ਜੀ ਪਾਣੀ ਦਾ ਪੱਧਰ ਥੱਲੇ ਚਲਾ ਗਿਆ। ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਜਿਹੜੇ ਵਿਚਾਰੇ ਪਿੰਡਾਂ 'ਚ ਰਹਿੰਦੇ ਆ ਵੀ ਉਹ ਕੋਈ ਜਾਂ ਤਾਂ ਰੋਟੀ ਪਾਣੀ ਉਹਨਾਂ ਛੱਡਿਆ, ਪਾਣੀ ਪੀ ਜਾਂਦੇ ਕੱਢ ਕੇ, ਹੈ ਨਾ, ਡੰਗਰਾਂ ਨੂੰ ਵੀ ਪਾਣੀ ਪਿਆਈ ਜਾਂਦੇ, ਹੋਰ ਕੁਛ ਨਹੀਂ ਲੱਭਦਾ। ਤੇ ਜਿਹੜੀ ਉਹਨਾਂ ਨੇ ਗੱਡੀ ਰੱਖੀ ਹੈ ਜਿਹਦੇ ਅੱਗੇ ਝੋਟਾ ਜੋਂਦੇ ਆ, ਗੱਡੀ ਉਹਨਾਂ ਕੋਲ ਜਿਹੜਾ BMW ਥੋੜਾ ਆ, ਉਹਦੇ ਕਿਹੜਾ ਟਾਇਰਾਂ ਤੇ ਪਾਈ ਜਾਂਦੇ ਉਹ ਵਿਚਾਰੇ। ਹੁਣ ਮਤਲਬ ਮੈਨੂੰ ਨਹੀਂ ਸਮਝ ਆਏ ਵੀ ਉਹ ਜਿਹੜਾ ਪਾਣੀ ਦਾ ਪੱਧਰ ਥੱਲੇ ਗਿਆ, ਜਿਹਦੇ ਵਾਰ-ਵਾਰ ਕਹਿ ਜਾਂਦੇ ਵੀ ਕਿਸਾਨਾਂ ਨੇ ਜੀ ਇੱਦਾਂ ਕਰਤਾ ਉੱਦਾਂ ਕਰਤਾ। ਸਵਾਲ ਇਹ ਹੈ ਵੀ ਜੇ 23 ਫਸਲਾਂ ਦੀ MSP ਹੈ ਤੇ ਤੁਸੀਂ ਸਿਰਫ ਕਣਕ ਤੇ ਝੋਨਾ ਹੀ ਕਿਉਂ ਖਰੀਦਦੇ ਹੋ ਭਾਈ ਸਾਹਿਬ? ਜੇ ਤੁਸੀਂ ਖਰੀਦਦੇ ਹੋ ਫਿਰ ਹੀ ਅਗਲੇ ਨੂੰ ਲੱਗਦਾ ਵੀ ਵੀਰ ਇਹੋ ਹੀ ਇੱਕ ਚੀਜ਼ ਹੈ ਜਿਹੜੀ ਮੇਰੀ ਕਿਸੇ ਨੇ ਲੈ ਲੈਣੀ ਤੇ ਮੈਂ ਇਹੋ ਲਾ ਲਾਂ। ਜੇ ਤੁਸੀਂ 23 ਦੀਆਂ 23 ਖਰੀਦੋ ਤੇ ਅਗਲੇ ਨੂੰ ਵੀ ਸੋਝੀ ਆਵੇ ਵੀ ਵੀਰ ਮੇਰਾ, ਮੈਂ 2.5 ਲੱਖ ਦਾ ਬੋਰ ਕਰਾ ਕੇ ਮੋਟਰ ਜ਼ਰੂਰ ਲਾਉਣੀ ਆ, ਵੀ ਮੈਂ ਕੁਝ ਹੋਰ ਬੀਜ ਲੈਣਾ, ਮੈਂ ਦਾਲ ਬੀਜ ਲੈਣਾ, ਨਾ ਮੈਨੂੰ ਪਾਣੀ ਦੀ ਲੋੜ, ਨਾ ਮੈਨੂੰ ਕੋਈ ਹੋਰ ਖਹਿੜਾ ਛੁੱਟੂ। ਉਹ ਜਿਹੜੀਆਂ ਚੀਜ਼ਾਂ ਨੇ ਕਿ ਵੀ ਪਾਣੀ ਥੱਲੇ ਜਾਂਦਾ ਸਾਨੂੰ ਦੀਦਾ, ਪਰ ਪਾਣੀ ਨੂੰ ਉੱਪਰ ਚੁੱਕਣ ਦੇ ਲਈ ਸਾਨੂੰ ਕੀ ਕਰਨ ਦੀ ਲੋੜ ਆ, ਉਧਰ ਕਿਸੇ ਪਾਸੇ ਕੋਈ ਗੱਲਬਾਤ ਨਹੀਂ। ਇਹ ਸੰਧਾਲੀਆ ਸਾਹਿਬ ਚੰਗਾ ਹੋਇਆ ਤੁਸੀਂ ਦੁੱਖ ਦੀ ਰਗ ਦੇ ਉੱਤੇ ਹੱਥ ਰੱਖਿਆ, ਤੇ ਹੱਥ ਰੱਖਿਆ ਨਹੀਂ, ਉਹਨੂੰ ਮੜ ਜਾ ਫੋਲਿਆ ਵੀ ਆ ਕਿ ਅਗਲਾ ਚੀਕ ਮਾਰੇ। ਮਾਰਦੇ ਨਹੀਂ ਨਾ ਰੌਲਾ ਤੇ ਮਾਰਦੇ। ਹੁਣ ਦੇਖੋ, ਜਿਹੜਾ ਬੰਦਾ ਪਿੰਡ ਦੇ ਵਿੱਚ ਵੀ ਖੇਤੀ ਨਹੀਂ ਕਰਦਾ, ਜਾਂ ਜਿਹੜਾ ਬੰਦਾ ਸ਼ਹਿਰ 'ਚ ਰਹਿੰਦਾ, ਜਾਂ ਖੇਤੀਬਾੜੀ ਦੇ ਨਾਲ ਸੰਬੰਧ ਕੋਈ ਨਹੀਂ, ਉਹ ਬੰਦਾ ਪੜ੍ਹਦਾ ਹੈ, ਉਹ ਬੱਚਾ ਪੜ੍ਹਦਾ ਹੈ ਕਿ ਪੰਜਾਬ ਦੇ ਵਿੱਚ ਪਾਣੀ ਦਾ ਪੱਧਰ ਥੱਲੇ ਚਲੇ ਗਿਆ, ਪੰਜਾਬ ਦੇ ਵਿੱਚ ਡਾਰਕ ਜ਼ੋਨ ਦੇ ਵਿੱਚ ਆ ਗਿਆ ਬਹੁਤ ਸਾਰੇ ਬਲਾਕ, ਪੰਜਾਬ ਦੇ ਵਿੱਚ ਪਾਣੀ ਦਾ ਪੱਧਰ ਥੱਲੇ ਕਿਉਂ ਗਿਆ? ਅਗਲਾ ਬੰਦਾ ਗੂਗਲ ਕਰਦਾ, ਉੱਥੇ ਕਹਿੰਦੇ ਜੀ ਪੰਜਾਬ ਦੇ ਵਿੱਚ ਝੋਨੇ ਦੀ ਫਸਲ ਬਹੁਤ ਜ਼ਿਆਦਾ ਬੀਜੀ ਜਾਂਦੀ ਹੈ, ਲਾਈ ਜਾਂਦੀ ਹੈ, ਉੱਥੇ ਪਾਣੀ ਦੀ ਬਹੁਤ ਦੁਰਵਰਤੋਂ ਹੁੰਦੀ ਹੈ। ਬਾਰ-ਬਾਰ ਇਹ ਆਖਣ ਦੇ ਬਾਵਜੂਦ ਕਿ ਫਸਲ ਦੇ ਵਿੱਚ ਵਿਭਿੰਨਤਾ ਲੈ ਕੇ ਆਓ, ਬਹੁਤ ਸਾਰਾ ਰਕਬਾ ਜਿਹੜਾ ਉਹ ਝੋਨੇ ਦੇ ਹੇਠਾਂ, ਇਸ ਕਰਕੇ ਕਿਸਾਨ ਜ਼ਿੰਮੇਵਾਰ ਹੈ, ਝੋਨੇ ਦੀ ਕਾਸ਼ਤ ਜ਼ਿੰਮੇਵਾਰ ਹੈ। ਜੇ ਤਾਂ ਉਹਨੂੰ ਲੱਗੂਗਾ ਕਿ ਕਿਸਾਨ ਕਸੂਰਵਾਰ ਹੈ, ਉਹ ਬੱਚੇ ਨੂੰ ਲੱਗੂ, ਕਿਉਂਕਿ ਉਹਨੇ ਹਰੀ ਕ੍ਰਾਂਤੀ ਤੋਂ ਪਹਿਲਾਂ ਦਾ ਸਮਾਂ ਨਹੀਂ ਦੇਖਿਆ ਕਿ ਉਦੋਂ ਗਲ ਕਿੱਦਾਂ ਪਾਇਆ ਗਿਆ ਸੀ, ਉਹਨੇ ਨਹੀਂ ਦੇਖਿਆ। ਉਹਨੂੰ ਲੱਗੂਗਾ ਕਿ ਭਾਈ ਆ ਜਿਹੜਾ ਪੰਜਾਬ ਅੱਜ ਵਿਰਾਨ ਹੋਈ ਜਾਂਦਾ ਹੈ, ਰਾਜਸਥਾਨ ਬਣਨ ਨੂੰ ਫਿਰਦਾ, ਟਿੱਬਿਆਂ ਵਾਲਾ ਬਣਨ ਨੂੰ ਫਿਰਦਾ, ਇਹਦੇ ਪਿੱਛੇ ਸਾਰਾ ਦਾ ਸਾਰਾ ਕਸੂਰ ਹੀ ਕਿਸਾਨ ਦਾ। ਜਦ ਕਿ ਜੇ ਤਾਂ ਅੱਜ ਤੱਕ ਇੱਕ ਵਾਰ ਵੀ ਪੰਜਾਬ ਦੇ ਕਿਸਾਨ ਨੇ ਕਿਹਾ ਹੋਵੇ ਕਿ ਮੈਂ ਨਹੀਂ ਪਾਣੀ ਬਚਾਉਣਾ, ਤੁਸੀਂ ਸੂਰਜਮੁਖੀ ਕਹੀ, ਉਹਨੇ ਸੂਰਜਮੁਖੀ ਲਾਈ, ਤੁਸੀਂ ਆਲੂ ਕਿਹਾ, ਉਹਨੇ ਆਲੂ ਲਾਇਆ, ਤੁਸੀਂ ਸੰਤਰਾ ਕਿੰਨੂ ਕਿਹਾ, ਉਹਨੇ ਕਿੰਨੂ ਲਾਇਆ, ਤੁਸੀਂ ਕਪਾਹ ਤੇ ਜ਼ੋਰ ਦਿੱਤਾ, ਉਹਨੇ ਕਪਾਹ ਬੀਜੀ, ਤੁਸੀਂ ਟਮਾਟਰ ਕਿਹਾ, ਉਹਨੇ ਟਮਾਟਰ ਲਾਏ, ਪਰ ਤੁਸੀਂ ਮੁੱਲ ਨਹੀਂ ਦਿੱਤਾ। ਜੇ ਤੁਸੀਂ MSP ਦਿੱਤੀ ਹੁੰਦੀ, ਕਿਸਾਨ ਦਾ ਬਿਲਕੁਲ ਢਿੱਡ ਨਹੀਂ ਦੁਖਦਾ ਕਿ ਭਾਈ, ਕਿਉਂਕਿ ਉਹੀ ਟਮਾਟਰ ਉਹ ਖਾਂਦਾ ਹੈ, ਉਹੀ ਫਸਲ ਉਹ ਖਾਂਦਾ, ਜੇ ਤੇ ਬਾਰ-ਬਾਰ ਸਪਰੇਅ ਕਰਦਾ ਹੈ। ਜਿੰਨੀ ਜ਼ਹਿਰ ਬਾਕੀ ਲੋਕਾਂ ਨੂੰ ਜਾਂਦੀ ਹੈ, ਉਨੀ ਉਹਦੇ ਨਿਆਣਿਆਂ ਦੇ ਢਿੱਡ 'ਚ ਜਾਂਦੀ ਹੈ। ਅੱਜ ਤੱਕ ਤੁਸੀਂ ਬਾਕੀ ਫਸਲਾਂ ਦਾ ਮੁੱਲ ਕਿਉਂ ਨਹੀਂ ਨਿਰਧਾਰਿਤ ਕਰ ਸਕੇ? ਅੱਜ ਨਿਰਧਾਰਿਤ ਕਰ ਦਿਓ ਮੱਕੀ ਦਾ ਮੁੱਲ, ਅੱਜ ਨਿਰਧਾਰਿਤ ਕਰ ਦਿਓ। ਅਗਲੀ ਵਾਰੀ ਅੱਧੇ ਕਿਸਾਨ ਮੱਕੀ ਬੀਜਣਗੇ ਕਿ ਭਾਈ ਆ ਸਾਡੀ ਮੱਕੀ ਦਾ ਮੁੱਲ ਮਿਲਦਾ ਹੈ, ਜਿੰਨਾ ਸਾਨੂੰ ਝੋਨੇ ਤੋਂ ਪੈਸੇ ਆਉਂਦੇ ਸੀ ਇੱਧਰ ਆਉਂਦੇ, ਅਸੀਂ ਝੋਨੇ ਵੱਲ ਜਾਣਾ ਹੀ ਨਹੀਂ। ਤੇ ਦੂਸਰੀ ਗੱਲ, ਕਿਸਾਨ ਥੱਲਿਓਂ ਪਾਣੀ ਕੱਢਦਾ, ਨਹਿਰਾਂ ਦਾ ਜਾਲ ਵਿਛਾਤਾ ਇਹਨਾਂ ਨੇ, ਨਹਿਰ ਕਾਗਜ਼ਾਂ ਦੇ ਵਿੱਚ ਸਾਫ਼ ਹੋ ਜਾਂਦੀ ਹੈ, ਉਹ ਆਖਰੀ ਟੇਲ ਤੱਕ ਪਾਣੀ ਪਹੁੰਚਦਾ ਹੀ ਨਹੀਂ। ਜਾਂ ਤਾਂ ਤੁਸੀਂ ਪੰਜਾਬ 'ਚ ਦਰਿਆ ਨੇ, ਤੁਸੀਂ ਨਹਿਰਾਂ ਦਾ ਜਾਲ ਵਿਛਾ ਦਿਓ, ਕਿਸਾਨ ਨੂੰ ਪਾਣੀ ਥੱਲਿਓਂ ਕੱਢਣਾ ਹੀ ਨਾ ਪਵੇ। ਜਦ ਤੁਸੀਂ ਨਹਿਰਾਂ ਬਣਾਉਣੀਆਂ ਨਹੀਂ, ਜੇ ਬਣਾਤੀਆਂ ਤੁਸੀਂ ਸਾਫ਼ ਹੀ ਨਹੀਂ ਕਰਨੀਆਂ। ਹਰ ਵਾਰੀ ਪੰਜਾਬ 'ਚ ਧਰਨੇ ਕਿਉਂ ਲੱਗਦੇ ਆ? ਹਰ ਵਾਰੀ ਨਹਿਰੀ ਪਾਣੀ ਜਿਨ੍ਹਾਂ ਖੇਤਰਾਂ 'ਚ ਮਾੜਾ ਮੋਟਾ ਹੈਗਾ ਵੀ ਹੈ, ਉਹਨਾਂ ਖੇਤਰਾਂ ਦੇ ਲੋਕ ਜਾ ਕੇ ਮੰਤਰੀਆਂ ਦੇ ਘਰ ਕਿਉਂ ਕਰਦੇ ਜੀ ਸਾਡੇ ਪਾਣੀ ਨਹੀਂ ਆਇਆ? ਕਿਉਂ ਨਹੀਂ ਆਇਆ ਬਈ? ਉਹ ਕਹਿੰਦੇ ਜਾਂ ਦੇਖ ਲਓ ਨਹਿਰ ਕਿਸੇ ਨੇ ਸਾਫ਼ ਹੀ ਨਹੀਂ ਕੀਤੀ, ਜਾ ਕੇ ਕਾਗਜ਼ ਫਰੋਲੋ, ਉੱਥੇ 22 ਕਰੋੜ ਰੁਪਈਆ ਲੱਗਾ ਹੁੰਦਾ। ਇੱਕ ਗੱਲ ਹੋਰ, ਆਜੋ, ਪਾਣੀ ਤੋਂ ਮੈਨੂੰ ਲੱਗਦਾ ਹੁੰਦਾ ਵੀ ਅਜੇ ਪਤਾ ਨਹੀਂ ਖਨੀ ਆਪਣੇ ਪਿੰਡਾਂ ਵਾਲਿਆਂ ਨੂੰ ਹਿਸਾਬ ਆਇਆ ਨਹੀਂ, ਪਰ ਉਹ ਸਟੱਡੀ ਬੜੇ ਚਿਰ ਦੀ ਤੁਰੀ ਫਿਰਦੀ ਹੁਣ ਵੀ, ਸ਼ਾਇਦ ਕਿਸੇ ਨੇ ਕੋਲੇ ਪੜ੍ਹੀ ਹੋਈ ਜਾਂ ਦਿਮਾਗ 'ਚ ਆ ਗਈ ਹੋਵੇ कि 1 किलो अगर धान पैदा करना हो ना तो इतनी 1000 लीटर पानी लगता है। मैं सोचा भी चलो भी 1 लीटर जो धान पैदा करता वो फिर भी बेचारा घाटे का सौदा करी जाता भी चलो मान लो, मैं कहना भी मैनू नहीं पता उन्ना लगता कि नहीं लगता, आप ये मान लेंगे भी ये 3000 लीटर पानी लगता 1 किलो चौल पैदा करने लई। इस गल का पता जो देसी पिंड वालियां नूं लग जे
ਉਹਨੂੰ ਕੁੱਤੇ ਥੋੜਾ ਵੱਢਿਆ ਵੀ ਭਾਈ ਸਾਹਿਬ ਉਹ ਝੋਨੇ 'ਚ ਪਹਿਲਾਂ ਕੱਦੂ ਕਰੇ, ਫਿਰ ਸੱਪ ਮਾਰਦਾ, ਫਿਰ ਉਧਰੋਂ ਬੱਤੀ ਆਵੇ ਨਾ ਆਵੇ, 6 ਮਹੀਨੇ ਖੱਜਲ ਹੋਵੇ, ਉਦੋਂ ਬਾਅਦ ਉੱਥੇ ਜਾ ਕੇ ਮੰਡੀ 'ਚ 10 ਦਿਨ ਬੈਠਾ ਰਹੇ ਵੀ ਕੋਈ ਇਹਨੂੰ ਖਰੀਦ ਲੇ ਤੇ ਅਗਲਾ ਕਿ ਹਾਂ ਇੰਨੇ ਲੈਣੇ ਹੀ। ਤੇ ਉਦੋਂ ਬਾਅਦ ਜੇ ਖੜਾ ਛੋਟਾ ਤੇ ਸ਼ਾਮ ਨੂੰ ਮਨੀਮ ਆ ਕੇ ਵੀ ਉਹਦੇ ਫਿਰ ਆਪਣੇ ਕੱਟੇ ਕੁੱਟੇ ਗਏ, ਕੁੜੀ ਦੇ ਵਿਆਹ ਦੇ ਤੂੰ ਪਹਿਲਾਂ ਲੈ ਲਏ ਸੀ ਹੈ ਨਾ, ਤੇ ਅਗਲਾ ਚੱਲ 10,000 ਦੇ ਦਿਓ ਜੀ ਮੈਂ ਆਪਣੇ ਘਰੇ ਕੁਛ ਕਰਾਂ। ਉਹਨੂੰ ਕੀ ਲੋੜ ਪਈ ਹੈ ਉਸ ਖਲਜਗਣ 'ਚ ਪੈਣ ਦੀ? ਹੁਣ ਦੇਖੋ ਇਸ ਵਕਤ ਆਪਾਂ ਮੋਟਾ ਜਿਹਾ ਹਿਸਾਬ ਲਾ ਲੈਂਦੇ ਹਾਂ ਵੀ ਜੇ 1 ਲੀਟਰ ਪਾਣੀ ਦੀ ਬੋਤਲ 10 ਰੁਪਈਆਂ ਦੀ ਮਿਲਦੀ ਹੈ ਭਾਰਤ ਦੇ ਹਿਸਾਬ ਨਾਲ, ਕਿਤੇ 20 ਦੀ, ਕਿਤੇ ਆਪਾਂ ਸਿਰਫ ਮੋਟਾ ਹਿਸਾਬ ਲਾਉਂਦੇ ਥੱਲੜਾ ਕੀਮਤ ਲਾ ਥੱਲੜੀ ਕੀਮਤ 3000 ਜੇ ਲੀਟਰ ਜਿਹੜਾ ਪਾਣੀ ਹੈ ਉਹ 1 ਕਿਲੋ ਚੌਲਾਂ ਲਈ ਲੱਗਦਾ, ਤੇ 3000 ਦੇ ਨਾਲ ਤੁਸੀਂ 10 ਲਾਓ ਤੇ 30,000 ਬਣਦਾ। 1 ਕਿਲੋ ਚੌਲ ਦੀ ਕੀਮਤ ਦੇ ਹਿਸਾਬ ਨਾਲ ਜਿੰਨਾ ਉਹ ਪਾਣੀ ਵਰਤ ਲੈਂਦਾ, ਮੈਂ ਨਾ ਵੀ ਪੰਜਾਬ ਦੇ ਲੀਡਰ ਇੱਥੇ ਹੀ ਆ ਜਾਂਦੇ ਵੀ ਛੱਡੋ ਝੋਨਾ ਵੀਰ ਮੇਰੇ, ਉਹ ਸਾਰੇ ਜ਼ਿਮੀਂਦਾਰ ਭਰਾ ਜਿਹੜੇ ਨੇ ਉਹ ਤੁਸੀਂ ਕਿੱਲੇ ਦੇ ਹਿਸਾਬ ਨਾਲ ਤੁਹਾਨੂੰ ਜਿੰਨੀ ਕਮਾਈ ਚਾਹੀਦੀ ਆ ਉਹਨਾਂ ਤੁਸੀਂ ਪਾਣੀ ਆਪੋ ਆਪਣੀ ਮੋਟਰ 'ਚੋਂ ਭਰ ਲਓ, ਮਾਰਕਾ ਪੰਜਾਬ ਸਰਕਾਰ ਦਾ, ਭੇਜਾਂਗੇ ਅਸੀਂ ਬਾਕੀ ਸਾਰੇ ਇੰਡੀਆ ਦੇ ਵਿੱਚ ਵੀ ਪਾਣੀ ਵਿਕਾ ਲਓ, ਨਾਲੇ ਤੁਹਾਡਾ ਪਾਣੀ ਬਚ ਗਿਆ, ਨਾਲੇ ਲੋਕ ਖੁਸ਼ ਵੀ ਲੈ ਵੀ ਪਾਣੀ ਵੀ ਉੱਪਰ ਆ ਗਿਆ, ਨਾਲੇ ਹੋਰ ਪਾਣੀ ਉੱਪਰ ਆ ਜਾਊਗਾ। ਵੀ ਇੱਦਾਂ ਦੀ ਪਾਲਿਸੀ ਕਰ ਲਓ ਜੇ ਤੁਹਾਨੂੰ ਲੱਗਦਾ ਵੀ ਇਹ ਸਹੀ ਆ ਤਾਂ। ਨਹੀਂ ਪਾਣੀ ਜਦੋਂ ਉਹਨਾਂ ਨੇ ਗੱਲ ਸੁਣੀ ਪਾਣੀ ਵਿਕਾਉਣਾ ਤਾਂ ਨਹੀਂ, ਪਾਣੀ ਹੋ ਜ਼ਰੂਰ ਜਾਣਾ ਪਰ ਇਕੱਲੇ ਅੰਦਰ ਕਿਸੇ ਦੇ ਸਾਹਮਣੇ ਥੋੜੀ ਮੰਨਣਾ, ਇੰਜ ਥੋੜੀ ਹੁੰਦਾ ਹੈ ਜਿਸ ਤਰ੍ਹਾਂ ਸਰਦਾਰ ਸਾਹਿਬ ਤੁਸੀਂ ਕਹਿੰਦੇ ਹੋ। ਨਹੀਂ ਇਹ ਗੱਲ ਉਹਨਾਂ ਨੇ ਮੰਨਣੀ। ਮੈਂ ਤੇ ਹੈਰਾਨ ਆ ਵੀ ਜੇ ਕਿਲੋ ਚੌਲ ਦੀ ਵੇ ਅਗਲੇ ਨੇ ਕਿਤੇ 2 ਕਿਲੋ ਚੌਲਾਂ ਦੇ ਬਰਾਬਰ ਪਾਣੀ ਵੇਚਤਾ 60,000 ਦਾ, ਨਜ਼ਾਰੇ ਆ ਜਾਣੇ। ਉਹ ਕਹਿੰਦਾ ਵੀ ਫਲਾਨਾ ਸਾਹਿਬ ਕੀ ਕਰੀਦਾ, ਉਹਨੇ ਬਸ ਉੱਥੇ ਫਿਰ ਨਜ਼ਾਰੇ ਆਈ ਜਾਂਦੇ, ਨਜ਼ਾਰੇ ਜਾਈ ਜਾਂਦੇ। ਉਹ ਮੁੰਡਾ ਲਾਇਆ ਸੀ ਉਹਨੂੰ, ਮੈਂ ਕਮਲੇ ਨੂੰ ਆਖਿਆ ਮੈਂ ਕਿਹਾ 2 ਲੀਟਰ ਹੀ ਮਤਲਬ 2 ਕਿਲੋ ਚੌਲਾਂ ਦੇ ਬਰਾਬਰ ਪਾਣੀ ਵੇਚਣਾ, ਉਹਨੇ ਐਤਕੀ ਕਮਲੇ ਨੇ 3 ਕਿਲੋ ਦੇ ਬਰਾਬਰ ਵੇਚਤਾ। ਗੁਰੂਆ ਪੈਸਾ ਨਹੀਂ ਸਾਂਭਿਆ ਜਾਣ ਡਿਆ। ਮੈਂ ਨਾ ਜੇ ਕਿਤੇ ਉਹਨੂੰ ਪਤਾ ਲੱਗ ਜੇ ਤੇ ਉਹਦੇ ਇੱਧਰ ਹੋ ਜਾਣ, ਕੀ ਲੋੜ ਪਈ ਚੌਲਾਂ? ਹੋ ਸਕਦਾ ਉਹ ਕਵੇ ਛੋਟਾ ਮੁੰਡਾ ਦੀ ਤਾਂ ਉਹਨੂੰ ਕਿਹਾ ਆ ਜਾ ਇੱਥੇ ਪਾਣੀ ਦਾ ਬਿਜ਼ਨਸ ਆ ਆਪਣਾ, ਤੂੰ ਆ ਜਾ ਇੱਥੇ ਕੈਨੇਡੀਓ ਅਮਰੀਕਿਓਂ ਰਹਿਣ ਦੇ, ਤੂੰ ਇੱਥੇ ਕਿੱਥੇ ਦਿਹਾੜੀਆਂ ਲਾਉਂਦਾ ਫਿਰਦਾ, ਆਪਾਂ ਪਾਣੀ ਦਾ ਕਾਰੋਬਾਰ ਕਰਨਾ। ਉੱਥੇ ਮੁੰਡਿਆਂ ਦੇ ਵਿਆਹ ਇਹਦੇ ਹੁੱਬ ਕੇ ਦੱਸਿਆ ਕੀ ਕਾ ਮੁੰਡੇ ਦਾ ਪਾਣੀ ਦਾ ਕਾਰੋਬਾਰ ਹੈ, 4-4 ਲੀਟਰ ਪਾਣੀ ਦਾ ਜਿਹੜਾ ਨਾ ਸਾਫ 4 ਕਿਲੋ ਚੌਲਾਂ ਦੇ ਬਰਾਬਰ ਜਿੰਨਾ ਪਾਣੀ ਲੱਗਦਾ ਉਹਨਾਂ ਵੇਚ ਲਈਦਾ। ਅੱਛਾ ਮੁੜ ਕੇ ਪਤਾ ਕੀ ਹੋਣਾ, ਮੁੜ ਕੇ ਸ਼ਾਇਦ ਇਸ ਚੀਜ਼ ਨੂੰ ਰੋਣ, ਉਹ ਯਾਰ ਇੱਕ ਦੇ ਪੰਜਾਬ ਵਾਲਿਆਂ ਨੇ ਪਾਣੀ ਕੀਤਾ ਪਿਆ ਯਾਰ, ਚੋਲ ਨਹੀਂ ਲੱਭਦਾ ਖਾਣ ਦੇ ਲਈ, ਮੈਂ ਚੋਲ ਖਾਣੇ ਸੀ ਕੋਲੀ 'ਚ ਪਾ ਕੇ ਪੌੜੀ ਤੇ ਬਹਿ ਕੇ। ਬਹੁਤ ਔਖਾ ਹੋ ਜਾਣਾ ਆ ਹੁਣ, ਨਾ ਕੋਲੀ ਹੈ ਨਾ ਚੋਲ ਹੈ ਨਾ ਪੌੜੀ ਹੈ। ਹਾਂ ਤੇ ਇਹਦੇ ਤੋਂ ਇਲਾਵਾ ਨਾ ਤੋੜੀ ਹੈ ਹੁਣ ਜੇ ਨਾ ਤੜਕਾ ਲਾਣਾ। ਹੁਣ ਸੰਧਾਲੀਆ ਸਾਹਿਬ ਇੱਥੇ ਇੱਕ ਗੱਲ ਚੇਤੇ ਰੱਖੀ ਆਪਾਂ ਕਿ ਜਿੰਨੀ ਵਾਰ ਵੀ ਕੋਸ਼ਿਸ਼ ਕੀਤੀ ਹੈ ਸਾਰਿਆਂ ਨੇ, ਫਿਰ ਇਹਨਾਂ ਨੇ ਸਾਰਿਆਂ ਨੇ ਕਹਿਣਾ ਨਹੀਂ ਜੀ ਉਹ ਹਟਦੇ ਨਹੀਂ ਹੈ, ਹਟਦੇ ਆ। ਆਲੂ ਦੀ ਫਸਲ ਇੱਕ ਵਾਰੀ ਆਈ, ਆਲੂ ਦੀ ਫਸਲ ਕਹਿਣ ਨੂੰ ਮੈਂ ਕਈ ਵਾਰੀ ਫੋਟੋ ਦੇਖੀਆਂ, ਵੀਡੀਓ ਦੇਖੀਆਂ ਸੀ ਜੀ, ਆਹ ਦੇਖੋ ਕਿਸਾਨਾਂ ਨੇ ਸੜਕ ਤੇ ਆਲੂ ਖਿਲਾਰ ਦਿੱਤੇ, ਆਹ ਬੀਬੀ ਸਕੂਟੀ ਤੇ ਜਾਂਦੀ ਸੀ, ਆਲੂ ਟਾਇਰ ਦੇ ਥੱਲੇ ਆ ਗਿਆ, ਬੀਬੀ ਡਿੱਗ ਪਈ, ਉਹਦਾ ਗੋਡਾ ਟੁੱਟ ਗਿਆ, ਬਹੁਤ ਮਾੜੀ ਗੱਲ ਹੈ। ਆਹ ਦੇਖੋ ਜੀ ਫਲਾਨਾ ਬੰਦਾ ਸਾਈਕਲ ਤੇ ਜਾਂਦਾ ਸੀ, ਉਹ ਰੋਟੀ ਲੈ ਕੇ ਜਾਂਦਾ ਸੀ, ਉਹਦੀ ਰੋਟੀ ਖਿਲਰ ਗਈ, ਬਹੁਤ ਮਾੜੀ ਗੱਲ ਹੈ, ਨਹੀਂ ਹੋਣੀ ਚਾਹੀਦੀ। ਇਸ ਸਵਾਲ ਦੇ ਵੱਲ ਨਾ ਮੀਡੀਆ ਆਉਂਦਾ, ਨਾ ਲੀਡਰ ਆਉਂਦੇ, ਨਾ ਆਮ ਲੋਕ ਆਉਂਦੇ ਕਿ ਇੱਕ ਬੰਦਾ ਆਪਣੀ ਮਿਹਨਤ ਨਾਲ ਪੈਦਾ ਕੀਤੀ ਫਸਲ ਸੜਕ ਤੇ ਕਿਉਂ ਖਿਲਾਰਦਾ ਹੈ। ਉਹ ਸੜਕ ਤੇ ਕਿਉਂ ਖਿਲਾਰਦਾ? ਜਦੋਂ ਆਲੂ ਬੀਜਦੇ ਆ ਨਾ ਸੰਧਾਲੀਆ ਸਾਹਿਬ, ਜੇ ਕਿਤੇ ਮੀਂਹ ਪੈ ਜਾਵੇ ਤਾਂ ਆਲੂ ਦੀਆਂ ਖੇਲਾਂ ਦੇ ਵਿੱਚ ਪਾਣੀ ਭਰ ਜਾਵੇ, ਬੀਜ ਗਲ ਜਾਂਦਾ, ਤੇ ਆਲੂ ਦਾ ਬੀਜ ਬਹੁਤ ਮਹਿੰਗਾ। ਦੂਜੀ ਵਾਰੀ ਬਹੁਤੇ ਕਿਸਾਨਾਂ ਦੀ ਹਿੰਮਤ ਨਹੀਂ ਹੁੰਦੀ ਕਿ ਉਹ ਬੀਜ ਖਰੀਦ ਕੇ ਤੇ ਦੁਬਾਰਾ ਆਲੂ ਬੀਜ ਲੈਣ, ਅਕਸਰ ਖਰਾਬ ਹੁੰਦਾ ਹੈ। ਉਹਦੇ ਤੋਂ ਬਾਅਦ ਕਦੇ ਬਿਮਾਰੀ ਪੈ ਗਈ, ਕਦੇ ਹੋਰ ਸਪਰੇਅ ਕਰ ਲਓ, ਤੇ ਜਦੋਂ ਫਿਰ ਆਲੂ ਪੱਟਣਾ ਹੈ, ਆਲੂ ਪੱਟ ਕੇ ਜਦੋਂ ਮੰਡੀ ਦੇ ਵਿੱਚ ਲੈ ਕੇ ਜਾਣਾ, ਤੇ ਆਲੂ ਦਾ ਜਿਹੜਾ ਕੱਟਾ ਹੁੰਦਾ ਜਾਣੀ ਕਿ ਛੋਟੀ ਬੋਰੀ, ਉਹ ਕਈ ਵਾਰੀ ਉੱਥੇ 35 ਦਾ 40 ਦਾ ਤੇ 60 ਰੁਪਏ ਉੱਤੇ ਲਾਗਤ ਆਈ ਹੁੰਦੀ ਹੈ। ਉਹ ਫਿਰ ਕਹਿੰਦਾ ਯਾਰ ਪਟਾ ਕੇ ਮੰਡੀ 'ਚ ਲਿਜਾ ਕੇ ਡੀਜ਼ਲ ਜੂ ਫੂਕਣਾ, ਇੱਥੇ ਹੀ ਚੋ ਦੇ ਵਿੱਚ ਸਿੱਟ ਦਿਓ। ਉਹ ਤੋਂ ਫਿਰ ਮੇਰਾ ਕਿਉਂ कितनी बदबू आती है, ये लोग कैसे हैं, ये यहीं इन्होंने फेंक दिया, कहाँ फेंके भाई फिर पता तो लगे ना। ਹੁਣ ਸੜਕ ਤੇ ਜਦੋਂ ਸਿੱਟਦੇ ਹੋ ਦੱਸਦੇ ਆ ਕਿ ਭਾਈ ਆ ਪਿੱਟਦੇ ਆ ਤੁਹਾਨੂੰ। ਹੁਣ ਲੋਕਾਂ ਨੇ ਝੋਨਾ ਛੱਡ ਦੇਣਾ ਸੀ, ਤੁਸੀਂ ਆਲੂ ਦਾ ਮੁੱਲ ਦਿਓ। ਆਲੂ ਦੇ ਚਿਪਸ ਤੁਹਾਡੇ ਤੋਂ ਨਹੀਂ ਬਣੇ, ਆਲੂ ਲਈ ਸਟੋਰ ਸਰਕਾਰੀ ਤੁਹਾਡੇ ਤੋਂ ਨਹੀਂ ਬਣੇ, ਆਲੂ ਦਾ ਪੂਰਾ ਮੁੱਲ ਕਿਸਾਨ ਨੂੰ ਤੁਹਾਡੇ ਤੋਂ ਨਹੀਂ ਦਿੱਤਾ ਗਿਆ। ਅੰਦੋਲਨ ਨਾ ਕਰਨ ਤਾਂ ਕੀ ਕਰ, ਕਿਹੜੇ ਢੱਠੇ ਖੂਜ ਜਾ ਕੇ ਛਾਲ ਮਾਰਨ, ਉਹਨਾਂ ਦੇ ਕਿਹੜਾ ਇੱਟਾਂ ਦੇ ਭੱਠੇ ਚੱਲਦੇ, ਤੁਹਾਡੇ ਚੱਲਦੇ ਹੋਣਗੇ। ਮੈਂ ਇੱਕ ਗੱਲ ਹੋਰ ਸੋਚਦਾ ਵਟਸਐਪ, ਆਜੋ ਇਹ ਕਿਤੇ ਕੈਲਕੂਲੇਸ਼ਨ ਹੀ ਕਰਕੇ ਦੇਖਣ ਵੀ ਯਾਰ ਪੰਜਾਬ ਦੇ ਵਿੱਚ, ਚਲੋ ਮੈਂ ਨਾ ਮੋਟੀ ਕੋਈ ਕਹਿੰਦਾ 3.25 ਕਰੋੜ ਆਬਾਦੀ, ਕੋਈ ਕਹਿੰਦਾ 3.25 ਕਰੋੜ, ਮੈਂ ਨਾ ਚਲੋ 3 ਕਰੋੜ ਹੀ ਲਾ ਲਓ ਵੀ ਜੇ 3 ਕਰੋੜ ਆਬਾਦੀ ਹੈ ਤੇ 3 ਕਰੋੜ ਬੰਦਾ ਯਾਰ 3 ਟਾਈਮ ਰੋਟੀ ਤੇ ਖਾਂਦਾ ਹੀ ਆ। ਆਪਾਂ ਨੇ ਵੀ ਬਹੁਤੀ ਸ਼ਾਹੀ ਵੀ ਨਹੀਂ ਖਾਂਦਾ, ਚਲੋ ਦਾਲ ਰੋਟੀ ਖਾਂਦਾ। ਦਾਲ ਰੋਟੀ ਦੇ ਵਿੱਚ ਦਾਲ ਪਹਿਲਾਂ ਆਉਂਦੀ ਆ, ਚਲੋ ਰੋਟੀ ਆਪਾਂ ਬਾਅਦ ਚ ਲੈ ਆਉਂਦੇ। ਤੇ ਦਾਲਾਂ ਦਾ ਪੰਜਾਬ 'ਚ ਹਾਲ ਕੀ ਉਹ ਪੁੱਛ ਕੇ ਵੇਖ ਲਓ।
ਮੈਨੂੰ ਸਮਝ ਨਹੀਂ ਆਈ ਵੀ ਕਿਹੜਾ ਸਲਾਹਕਾਰ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਤੇ ਦਿੱਲੀ ਤੋਂ ਲੈ ਕੇ ਬਾਹਰਲੇ ਮੁਲਕਾਂ ਤੱਕ ਸਲਾਹਾਂ ਦਿੰਦਾ, ਸਰ ਇਤਨੇ ਕੰਟੇਨਰ ਫਿਰ ਫਲਾਣੇ ਦੇਸ਼ ਸੇ ਮੰਗਾ ਲੈਤੇ ਹੈ। ਉਹ ਵੀ ਭਲਿਆ ਆਪਣੇ ਜ਼ਮੀਨ ਹੈ ਨਹੀਂ ਕਿ ਇੱਥੇ ਕੀ ਗੱਲ ਵੀ ਜ਼ਮੀਨ ਮੁੱਕ ਗਈ ਹੈ ਵੀ ਤੂੰ ਸੋਚਦਾ ਵੀ ਉਹ ਹੁਣ ਬਨੇਰਿਆਂ ਦੇ ਥੋੜ੍ਹਾ ਬੀਜਣੇ ਛੋਲੇ ਆਪਾਂ, ਵੀ ਜਿਹੜੀ ਆ ਜ਼ਮੀਨ ਪਈ ਆ ਜੇ ਤੁਹਾਨੂੰ ਲੱਗਦਾ ਵੀ ਆਪਾਂ ਬਾਹਰੋਂ ਕੰਟੇਨਰ ਮੰਗਾਉਣਾ ਵੀ ਉਹ ਵੀ ਤੇ ਉੱਦਾਂ ਦੇ ਆ ਜਿੱਦਾਂ ਦਾ ਤੁਹਾਡੇ ਆਪਣੇ ਮੁਲਕ 'ਚ ਹੋ ਸਕਦਾ। ਤੇ ਫਿਰ ਜੇ ਪੰਜਾਬ ਸਰਕਾਰ ਇੰਨਾ ਵੀ ਨਹੀਂ ਕਰ ਸਕਦੀ ਵੀ ਯਾਰ ਠੀਕ ਆ ਦਫਾ ਕਰੋ, ਆਪਾਂ ਬਾਹਰੋਂ ਲਾਗਤ ਵਾਲੇ ਚੱਕਰ 'ਚ ਪੈਂਦੇ ਨੇ ਵੀ ਜਿਹੜਾ ਕੋਈ ਵਪਾਰੀ ਤਬਕਾ ਉਹਨੂੰ ਵੀਰ ਮੇਰਾ ਪੰਜਾਬ ਦੇ ਵਿੱਚ ਪੈਦਾ ਹੋਈ ਚੀਜ਼ ਤੇ ਪੰਜਾਬੀ ਖਾ ਲੈਣ, ਕੁਝ ਇੱਦਾਂ ਦਾ ਹੀ ਕਰ ਲਓ ਵੀ ਇਹ ਵੀ ਆਪਣੇ ਜੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ ਤੇ ਫਿਰ ਆਪਾਂ 5 ਸਾਲ ਸਰਕਾਰ ਸਿਰਫ ਕਾਰਾਂ ਝੂਟਣ ਨੂੰ ਬਣਾਉਂਦੇ। ਸੰਧਾਲੀਆ ਸਾਹਿਬ, ਕਿਸੇ ਵੀ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਨਾ ਲੱਗੇ ਕਿ ਅੱਜ ਗੱਲਾਂ ਕੀ ਕਰੀ ਜਾਂਦੇ, ਅਸੀਂ ਸਿਰਫ ਇਸ ਕਰਕੇ ਗੱਲ ਕਰ ਰਹੇ ਹਾਂ ਕਿ ਪੰਜਾਬ ਦੀ ਸਾਰੀ ਸਿਆਸੀ ਲੀਡਰਸ਼ਿਪ ਉਹ ਕਹਿੰਦੇ ਜੇ ਅਸੀਂ ਕਿਸਾਨਾਂ ਦੇ ਹੱਕ 'ਚ ਹਾਂ, ਜਿਹੜੇ ਖੇਤੀ ਕਾਨੂੰਨਾਂ ਦੇ ਪੱਖ 'ਚ ਉਹ ਵੀ ਕਹਿੰਦੇ ਅਸੀਂ ਕਿਸਾਨਾਂ ਦੇ ਹੱਕ 'ਚ ਹਾਂ, ਅਸੀਂ ਇਹਨਾਂ ਦੀ ਆਮਦਨ ਦੁੱਗਣੀ ਕਰਨੀ ਹੈ ਭਾਜਪਾ ਵਾਲੇ। ਬਾਕੀ ਸਾਰੇ ਤਾਂ ਕਹਿੰਦੇ ਸਾਨੂੰ ਦਰੀ ਦੇ ਉੱਤੇ ਬੈਠਣ ਦਾ ਮੌਕਾ ਦਿਓ, ਸਟੇਜ ਤੇ ਅਸੀਂ ਆਪੇ ਚੜ ਜਾਣਾ, ਅਸੀਂ ਕਿਸਾਨਾਂ ਦੇ ਹਿਤੈਸ਼ੀ ਹਾਂ। ਪਰ ਜੇ ਉਹ ਕਿਸਾਨਾਂ ਦੇ ਹਿਤੈਸ਼ੀ ਆ, ਆਹ ਸਾਰੀਆਂ ਮੁਸੀਬਤਾਂ ਜਿਨ੍ਹਾਂ ਦੇ ਵਿੱਚੋਂ ਅੱਧੀਆਂ ਪੰਜਾਬ 'ਚ ਹੀ ਹੱਲ ਹੋ ਸਕਦੀਆਂ, ਤੁਸੀਂ ਕੀਤੀਆਂ ਕਿਉਂ ਨਹੀਂ? ਸੰਧਾਲੀਆ ਸਾਹਿਬ, ਤੁਸੀਂ ਦਾਲ ਦਾ ਜ਼ਿਕਰ ਕੀਤਾ, ਹੁਣ ਦਾਲ ਰੋਟੀ ਘਰ ਦੀ ਤਾਂ ਦੀਵਾਲੀ ਤੁਹਾਨੂੰ ਪਤਾ ਹੀ ਹੈ ਕਿ ਅੰਮ੍ਰਿਤਸਰ ਦੀ ਹੁੰਦੀ ਹੈ, ਉੱਥੇ ਵੀ ਨਹੀਂ ਪਹੁੰਚਿਆ ਜਾਂਦਾ ਹਿਮਾਚਲ ਬੰਦੇ ਤੋਂ, ਅਗਲਾ ਕਹਿੰਦਾ ਭਰਾਵਾ ਨਹੀਂ ਕਿਰਾਇਆ ਬੜਾ, ਕਿਸੇ ਟਰਾਲੀ ਜਾਊ ਚਲ ਜਾਾਂਗੇ। ਹੁਣ ਸੰਧਾਲੀਆ ਸਾਹਿਬ, ਬਹੁਤ ਸਾਰੇ ਪੰਜਾਬ ਦੇ ਲੀਡਰ ਨੇ, ਤੁਸੀਂ ਜੇ ਕਦੇ ਉਹਨਾਂ ਦੀ ਪ੍ਰਾਪਰਟੀ ਘੋਖੋਂ ਜਦੋਂ ਇਲੈਕਸ਼ਨ ਲੜਦੇ ਆ, ਪੰਜਾਬੋਂ ਬਾਹਰ ਬੜੀ ਪ੍ਰਾਪਰਟੀ ਹੁੰਦੀ, ਕਈਆਂ ਦੇ ਕਾਲਜ ਨੇ, ਕਈਆਂ ਦੀਆਂ ਪੰਜਾਬੋਂ ਬਾਹਰ ਟਰਾਂਸਪੋਰਟਾਂ ਨੇ, ਕਈਆਂ ਨੇ ਖੇਤੀਬਾੜੀ ਵਾਲੀ ਜ਼ਮੀਨ ਖਰੀਦੀ ਹੈ, ਕਈਆਂ ਦੇ ਹੋਟਲ ਨੇ, ਕਈਆਂ ਦੀਆਂ ਪੰਜਾਬੋਂ ਬਾਹਰ ਬੱਸਾਂ ਚੱਲਦੀਆਂ, ਬਹੁਤ ਕੁਛ ਆ। ਹੁਣ ਜਦੋਂ ਉਧਰਲੇ ਪਾਸੇ ਉਹ ਜਾਂਦੇ ਆ, ਉਹ ਦੇਖਦੇ ਹੀ ਹੋਣੇ ਆ ਕਿ ਦੱਖਣ ਭਾਰਤ ਦੇ ਕਈ ਸੂਬੇ ਨੇ, ਮੱਧ ਪ੍ਰਦੇਸ਼ ਦਾ ਇੱਕ ਇਲਾਕਾ ਜਿੱਥੇ ਬਿਲਕੁਲ ਖਾਦਾਂ ਤੋਂ ਰਹਿਤ ਦਾਲਾਂ ਦਾ ਉਤਪਾਦਨ ਕੀਤਾ ਜਾਂਦਾ ਹੈ। ਆਪਾਂ ਇੱਥੇ ਕੈਨੇਡਾ ਦੇਖਿਆ, ਉਹ ਪੁੱਛਿਆ ਜੀ ਕਿੱਥੋਂ, ਫਿਰ ਦਾਲਾਂ ਇੰਡੀਆ ਤੋਂ ਮੰਗਾਉਂਦੇ ਆ, ਇੰਡੀਆ ਤੋਂ ਮੰਗਾਉਂਦੇ ਆ, ਇੰਡੀਅਨ ਰੈਸਟੋਰੈਂਟ ਆ ਜਾਂ ਪੰਜਾਬੀ ਬੰਦਿਆਂ ਦਾ ਰੈਸਟੋਰੈਂਟ ਆ ਜਾਂ ਉਹਨਾਂ ਦੀ ਇੱਥੇ ਹੋਲਸੇਲ ਮਾਰਕੀਟ ਹੈ ਕਿ ਭਾਈ ਦਾਲਾਂ ਉਹ ਵੇਚਦੇ ਨੇ, ਇੰਡੀਆ ਤੋਂ ਮੰਗਾਉਂਦੇ ਸਾਡੇ ਭਾਅ ਦਾ। ਜੇ ਇਹ ਬੰਦਾ ਪੰਜਾਬੀ ਆ ਤੇ ਪੰਜਾਬ ਤੋਂ ਹੀ ਮੰਗਾਉਂਦਾ, ਹੁਣ ਕਹਿੰਦੇ ਨਹੀਂ ਯਾਰ ਪੰਜਾਬ ਤੋਂ ਥੋੜੀ ਮੰਗਾਉਂਦੇ ਆ, ਆਪਾਂ ਤਾਂ ਸਾਊਥ ਇੰਡੀਆ ਤੋਂ ਮੰਗਾਉਂਦੇ, ਉੱਥੇ ਦੀ ਦਾਲਾਂ ਵਧੀਆ ਹੁੰਦੀਆਂ। ਹਾਂ, ਦੂਜੀ ਨਹੀਂ ਇੱਥੇ ਉਹ ਚੈੱਕ ਕਰ ਲੈਣ, ਫਿਰ ਉਹ ਕਹਿੰਦੇ ਆਹ ਕੀ ਖਵਾਈ ਜਾਂਦੇ। ਔਖਾ ਹੋ ਜਾਂਦਾ। ਕੀ ਪੰਜਾਬ ਦੇ ਲੀਡਰ ਉਹ ਦੱਖਣ ਭਾਰਤ 'ਚ ਵੀ ਜਾਂਦੇ ਆ? ਜੇ ਨਹੀਂ ਜਾਂਦੇ ਤਾਂ ਅੱਜ ਟਿੱਪਣੀ ਲਿਖ ਦਿਓ ਕੋਈ ਕਿ ਪੰਜਾਬ ਦੇ ਲੀਡਰ ਨਹੀਂ ਜਾਂਦੇ ਜਾਂ ਉਹਨਾਂ ਦੇ ਕੋਲ ਕਿਰਾਇਆ ਭਾੜਾ ਹੈ ਨਹੀਂ ਗਿਆ, ਜੇ ਨਹੀਂ ਹੈਗਾ ਤਾਂ ਲੋਕ ਇਕੱਠੇ ਕਰਕੇ ਦੇ ਦੇਣਗੇ। ਉਹ ਕੈਨੇਡਾ ਅਮਰੀਕਾ ਵੀ ਆਉਂਦੇ ਆ। ਜੇ ਸਾਨੂੰ ਪਤਾ ਲੱਗ ਸਕਦਾ, ਇੱਥੇ ਬੈਠੇ ਦੁਕਾਨਦਾਰ ਨੂੰ ਪਤਾ ਲੱਗ ਸਕਦਾ ਕਿ ਭਾਰਤ ਦੇ ਉਸ ਪਾਸੇ ਚੀਜ਼ ਚੰਗੀ ਮਿਲਦੀ ਆ ਤੇ ਉਹ ਮੁੱਲ ਵੀ ਪੂਰਾ ਭਰਦੇ ਆ, ਉਹ ਭਾਈ ਤੁਸੀਂ ਪੰਜਾਬ ਦੇ ਲੋਕਾਂ ਨੂੰ ਆਖੋ ਕਿ ਭਾਈ 1-1 ਏਕੜ ਤੁਸੀਂ ਫਲਾਨੀ ਦਾਲ ਵੇਚਣੀ ਹੈ, ਬੀਜਣੀ ਹੈ, ਤੁਹਾਡੇ ਪੈਸੇ ਨਹੀਂ ਪੂਰੇ ਬਣਨਗੇ, ਅਸੀਂ ਝੋਨੇ ਜਾਂ ਕਣਕ ਦੇ ਮੁੱਲ ਦੇ ਪੈਸੇ ਤੁਹਾਨੂੰ ਦੇਵਾਂਗੇ। ਤੁਹਾਡੇ ਕੋਲੋਂ 10 ਵੱਡੇ ਸਟੋਰ ਨਹੀਂ ਬਣਦੇ, ਸਾਰੇ ਪੰਜਾਬ ਦੀ ਦਾਲ ਉੱਥੇ ਰੱਖੋ, ਕਰੋ ਸਿੱਧੀ ਸਪਲਾਈ, ਨਾ ਪਾਉਣ ਦਿਓ ਖਾਦਾਂ, ਨਾ ਪਾਉਣ ਦਿਓ ਦਵਾਈਆਂ, ਪੰਜਾਬ ਦਾ ਕਿਸਾਨ ਵੀ ਕੋਆਪਰੇਟ ਕਰੂਗਾ। ਥੋੜਾ ਜਿਹਾ ਹੱਥ ਫੜੋ। ਜੇ ਪੰਜਾਬ ਦੀ ਲੀਡਰਸ਼ਿਪ ਨੂੰ ਦਾਲਾਂ ਦੇ ਮੁੱਦੇ ਤੇ, ਮੈਂ ਜੇ ਬਾਹਰ ਸਪਲਾਈ ਕਰਨ ਦੀ ਗੱਲ ਕਰਦਾ, ਮੰਗਾਉਂਦਾ ਭਾਰਤ ਬਾਹਰੋਂ ਆ, ਲੱਗ ਇੱਥੇ ਵੀ ਸਕਦੀ ਹੈ, ਜਾਣੀ ਦੋਨੇ ਹੀ ਹੱਥ ਲੱਡੂ ਆ ਸਕਦੇ ਆ, ਪਰ ਪਤਾ ਨਹੀਂ ਲੀਡਰਾਂ ਦੇ ਹੱਥ ਹੈ ਨਹੀਂ ਤੇ ਪਤਾ ਨਹੀਂ ਲੱਡੂ ਉਹਨਾਂ ਨੂੰ ਸਿਖਾਉਂਦੇ ਨਹੀਂ। ਬਸ ਆਹੀ ਮੁਸ਼ਕਿਲ ਹੈ ਜਿਹੜੀ ਕਿ ਸਮਝ ਨਹੀਂ ਆ ਰਹੀ। ਦੇਖੋ, ਹੋ ਸਕਦਾ ਤੁਹਾਨੂੰ ਇਹ ਲੱਗਦਾ ਵੀ ਯਾਰ ਖੇਤੀ ਦੀ ਜਿਹੜੀ ਸਮੱਸਿਆ ਉਹ ਸ਼ਾਇਦ ਪਿੰਡ 'ਚ ਹੀ ਹੈ, ਖੇਤੀ ਦੀ ਸਮੱਸਿਆ ਪਿੰਡ 'ਚ ਤੇ ਹੈ ਹੀ ਨਹੀਂ ਗੀ, ਪਿੰਡੋਂ ਬਾਹਰ ਹੈ ਸਮੱਸਿਆ। ਅਸਲ ਦੇ ਵਿੱਚ ਜਿਹੜੇ ਨੀਤੀ ਘਾੜੇ ਨੇ, ਜਿਨ੍ਹਾਂ ਦੇ ਹੱਥ 'ਚ ਸਾਰਾ ਕੁਝ, ਇਹਨਾਂ ਦੀ ਜੇਬ ਨਾਲ ਹਰਾ ਪੈਨ ਲੱਗਾ ਹੁੰਦਾ, ਉਹ ਹਰਾ ਪੈਨ ਉਦੋਂ ਤੇ ਚੱਲ ਜਾਂਦਾ ਵੀ ਹਾਂ ਵੀ ਫਿਰ ਆਪਾਂ ਹੁਣ 4 ਵਾਰਾਂ ਵਧਾ ਲਿਆ, ਪਰਮਿਟ 5ਵੀਂ ਵਾਰਾਂ ਵੱਧਦਾ ਕਿਸੇ ਤਰ੍ਹਾਂ, ਆਪਾਂ ਫਿਰ ਹੁਣ ਨਾ ਜੀ ਇਹ ਖੱਡਾਂ ਖੋਡਾਂ ਦਾ ਹਿਸਾਬ ਤਾਂ ਕਹਿੰਦਾ ਫਿਰ ਚਲੋ ਕੋਈ ਨਹੀਂ ਆਪਣੇ ਬੰਦੇ ਕਰੋ, ਫਿਰ ਇਹ ਫਿਰ ਠੇਕੇ ਵੱਲੇ ਫਿਰ ਨੀਤੀ ਹੁਣ ਆਪਾਂ ਹੀ ਬਣਾਉਣੀ, ਮਾਰੋ ਜੀ ਘੁੱਗੀ। ਮਤਲਬ ਉਦੋਂ ਹਰ ਥਾਂ ਦੇ ਉੱਪਰ ਘੁੱਗੀ ਵੱਜਦੀ ਹੈ ਜਦੋਂ ਪਤਾ ਲੱਗਦਾ ਵੀ ਜਾਂ ਆਪਣਾ ਜਾਂ ਆਪਣਿਆਂ ਦਾ ਫਾਇਦਾ। ਤੇ ਉੱਥੇ ਕਿਉਂ ਨਹੀਂ ਘੁੱਗੀ ਵੱਜਦੇ ਜਿੱਥੇ ਪਤਾ ਵੀ ਯਾਰ ਆਹ ਜਿਹੜੀ ਦੁਨੀਆ ਵਿਚਾਰੀ ਖੱਜਲ ਹੋਣ ਡਈ ਆ, ਜਿਨ੍ਹਾਂ ਦੇ ਸਿਰ ਦੇ ਉੱਪਰ ਆਪਾਂ ਇਹ ਸੋਚਦੇ ਹਾਂ ਵੀ ਮੇਰੀ 7ਵੀਂ ਪੀੜ੍ਹੀ ਦੇ ਵਿੱਚ ਵੀ ਮੁੱਖ ਮੰਤਰੀ ਜਾਂ ਕੋਈ ਮੰਤਰੀ ਜੰਮੂਗਾ, ਉਹ ਯਾਰ ਉਹ ਤਾਂ ਜੰਮੂਗਾ, ਪਰ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਉਹਨਾਂ ਦੇ ਵੀ ਕੋਈ ਜੰਮੂਗਾ ਕਿ ਨਹੀਂ ਜੰਮੂਗਾ? ਆਹੀ ਸਭ ਤੋਂ ਵੱਡਾ ਰੌਲਾ। ਹੁਣ ਜੇ ਇੱਧਰਲੇ ਪਾਸੇ ਨੂੰ ਨਹੀਂ ਗੱਲ ਸਮਝ ਆਉਣੀ, ਫਿਰ ਬਹੁਤ ਔਖਾ। ਸੰਧਾਲੀਆ ਸਾਹਿਬ, ਟਿੱਪਣੀਆਂ ਅੱਜ ਬਹੁਤ ਸਾਰੀਆਂ ਆਉਣੀਆਂ, ਕਈਆਂ ਨੇ ਕਹਿਣਾ ਲੀਡਰਾਂ ਦੇ ਪਿੱਛੇ ਲੱਗੇ ਆ, ਕਈਆਂ ਨੇ ਕਹਿਣਾ ਖਬਰ ਸੁਣਾਓ ਯਾਰ, ਆਹ ਖਬਰ ਬੜੀ ਵੱਡੀ ਸੀ। ਪਰ ਸਾਲ ਹੋ ਚੱਲਿਆ ਖੇਤੀ ਅੰਦੋਲਨ ਚੱਲਦੇ ਨੂੰ, ਖੁਦਕੁਸ਼ੀਆਂ ਹੁਣ ਲਗਾਤਾਰ ਫੇਰ ਹੋਣ ਲੱਗ ਪਈਆਂ। ਹੁਣ ਮੈਂ ਇਹਦੇ ਤੋਂ ਪਹਿਲਾਂ ਕਿ ਤੁਸੀਂ, ਮੈਨੂੰ ਪਤਾ ਸੀ ਕਿ ਗੱਲ ਹੋਰ ਪਾਸੇ ਤੋਰਨੀ ਆ, ਪਰ ਮੈਂ ਤੁਹਾਨੂੰ ਉੱਥੇ ਲਿਆਉਣਾ ਕਿਉਂਕਿ ਕਾਰੋਬਾਰ ਤੁਹਾਡੇ ਵੀ ਵੱਡੇ ਨੇ, ਬਹੁਤ ਵੱਡੇ। ਮੈਂ ਤੇ ਸੋਚ ਰਿਹਾ ਵੀ ਮੈਨੂੰ ਇਹਦਾ ਨਾ ਟਰੂ ਟੂ ਸਾਹਿਬ ਦਾ ਫੋਨ ਆਇਆ, ਕਹਿੰਦੇ ਯਾਰ ਸੰਧਾਵਾਲੇ ਸਾਹਿਬ ਬਹਿਣਾ ਥੋੜਾ ਚਿਰ। ਮੈਂ ਕਿਹਾ ਵੀ ਅਜੇ ਟਾਈਮ ਹੈ ਨਹੀਂਗਾ, ਬਹੁਤ ਵੱਡੇ ਕਾਰੋਬਾਰ। ਤੁਸੀਂ ਇਦਾਂ ਨਹੀਂ ਕਿਹਾ, ਮੈਂ ਤਾਂ ਅਜੇ ਟਰੰਪ ਸਾਹਿਬ ਨਾਲ ਹੁਣੇ ਉੱਠ ਗਿਆ, ਮੇਤੋਂ ਅਜੇ ਨਹੀਂ ਬਹਿ ਹੋਣਾ। ਹੁਣ ਸੰਧਾਲੀਆ ਉਧਰੋਂ ਟਰੰਪ ਸਾਹਿਬ ਆਖੀ ਜਾਂਦੇ, ਕਹਿੰਦੇ ਯਾਰ ਮੈਂ ਨਾ ਹੁਣ ਇੱਕ ਟਾਵਰ ਹੋਰ ਬਣਾਉਣਾ। ਮੈਂ ਇਹ ਬਣਾ ਲਓ ਟਾਵਰ, ਪਰ ਅਜੇ ਟਾਈਮ ਹੈ ਨਹੀਂ।
ਤੇ ਨਵਾਂ ਕੰਮ ਉਹਨਾਂ ਨੇ ਸ਼ੁਰੂ ਕੀਤਾ, ਕਹਿੰਦੇ ਸੋਸ਼ਲ ਮੀਡੀਆ ਵਾਲਾ। ਹੋ ਸਕਦਾ ਤੁਹਾਡੀ ਉੱਥੇ ਉਹਨਾਂ ਨੇ ਡਿਊਟੀ ਲਾਉਣੀ ਹੋ ਪ੍ਰਸ਼ਾਂਤ ਕਿਸ਼ੋਰ ਵਰਗੇ ਕਿ ਤੂੰ ਸੰਧਾਲੀਆ ਮੇਰੇ ਨਾਲ ਰਹਿਣਾ, ਕਿਉਂਕਿ ਪੰਜਾਬੀ ਭਾਈਚਾਰੇ ਨੂੰ ਟਾਰਗੇਟ ਗੁਰਪ੍ਰੀਤ ਸੰਧਾਲੀਆ ਰਾਹੀਂ ਕਰਾਉਣਾ ਹੈ, ਪਰ ਆਪਾਂ ਹੁਣ ਖੇਤੀਬਾੜੀ ਤੇ ਟਾਰਗੇਟ ਕਰੀਏ। ਮੈਨੂੰ ਇੱਕ ਗੱਲ ਦੱਸੋ ਸੰਧਾਲੀਆ ਸਾਹਿਬ, ਕਿਸਾਨ ਨੂੰ ਰეკਮੈਂਡ ਕੀਤਾ ਜਾਂਦਾ ਕਿ ਤੂੰ ਆਹ ਖਾਦਾਂ ਪਾਉਣੀਆਂ ਤੇ ਆਹ ਦਵਾਈਆਂ ਪਾਉਣੀਆਂ, ਜਿਹੜੇ ਕਿਸਾਨ ਦੇ ਉੱਤੇ ਬਹੁਤ ਸਾਰੇ ਲੋਕਾਂ ਦਾ ਗੁੱਸਾ ਹੈ ਕਿ ਭਾਈ ਇਹ ਕਰੀ ਕੀ ਜਾਂਦੇ ਆ, ਇਹਨਾਂ ਨੂੰ ਘਰ ਨਹੀਂ ਬਹਿਣਾ ਆਉਂਦਾ, ਇਹਨਾਂ ਨੇ ਵੱਡੇ ਟਰੈਕਟਰ ਲੈ ਲੈਣੇ, ਵੱਡੀਆਂ ਕੋਠੀਆਂ ਪਾ ਲੀਆਂ, ਇਹਨਾਂ ਨੇ ਦੇਖੋ ਐਂ ਕਰ ਦਿੱਤਾ ਉਹ ਕਰ ਦਿੱਤਾ। ਅਸਲ ਕਿਸਾਨ ਨਜ਼ਰ ਨਹੀਂ ਆਉਂਦਾ। ਖਾਦ ਦਵਾਈ ਉਹ ਰეკਮੈਂਡ ਕੀਤੀ ਪਾਉਂਦਾ। ਖਾਦ ਤੇ ਦਵਾਈ ਮਿਲਦੀ ਉੱਥੋਂ ਆ ਜਿਨ੍ਹਾਂ ਨੂੰ ਸਰਕਾਰ ਖੁਦ ਲਾਇਸੈਂਸ ਦਿੰਦੀ ਹੈ, ਤੇ ਹਰ ਦੁਕਾਨ ਤੋਂ ਨਹੀਂ ਮਿਲਦੀ। ਉਹਦਾ ਥਾਂ ਨਿਰਧਾਰਤ ਹੁੰਦਾ ਕਿ ਇਹ ਲਾਇਸੈਂਸ ਵਾਲੀ ਦੁਕਾਨ ਹੈ ਤੇ ਇੱਥੇ ਚੱਲਦੀ ਹੈ, ਇੰਨੇ ਤੋਂ ਇੰਨੇ ਖੁੱਲ੍ਹਦੀ ਹੈ, ਸਾਰੀਆਂ ਸ਼ਰਤਾਂ ਨੇ। ਕੀ ਕਿਸਾਨ ਪੈਸੇ ਦੇ ਕੇ ਲਿਆਂਦੀ ਚੀਜ਼ ਨੂੰ ਜਦੋਂ ਨੂੰ ਪਤਾ ਲੱਗਦਾ ਜਾਲੀ ਹੈ, ਓਏ ਇਹ ਤਾਂ ਗਲਤ ਆ, ਓਏ ਇਹ ਤਾਂ ਅਸਰ ਹੀ ਨਹੀਂ ਕਰਦੀ, ਮੁੜ ਕੇ ਕਦੇ ਚਿੱਟੀ ਮੱਖੀ ਆ ਜਾਂਦੀ ਹੈ, ਕਦੇ ਗੁਲਾਬੀ ਸੁੰਡੀ ਆ ਜਾਂਦੀ ਹੈ। ਪੰਜਾਬ ਦੇ ਅੱਜ ਸਿਆਸਤਦਾਨ ਜਿਹੜੇ ਇੱਕ ਦੂਜੇ ਦੇ ਗਿੱਟੇ ਛਿਲ ਕੇ ਇਹ ਕਹਿੰਦੇ ਆ ਕਿ ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਦਮ ਭਰਦੇ ਹਾਂ। ਤੁਹਾਡੀਆਂ ਸਰਕਾਰਾਂ ਰਹੀਆਂ, ਤੁਸੀਂ ਵਿਰੋਧੀ ਧਿਰ ਦੇ ਵਿੱਚ ਰਹੇ ਹੋ। ਪੰਜਾਬ ਛੋਟਾ ਜਿਹਾ ਸੂਬਾ ਤੇ ਉਹਦੇ ਵਿੱਚ ਥੋੜੀਆਂ ਜਿਹੀਆਂ ਲਾਇਸੈਂਸ ਵਾਲੀਆਂ ਦੁਕਾਨਾਂ ਹੈ ਜਿੱਥੇ ਦਵਾਈਆਂ ਤੇ ਖਾਦਾਂ ਮਿਲਦੀਆਂ। ਉਹ ਜਾਲੀ ਕਿੱਦਾਂ ਆ ਗਈਆਂ, ਕਿੱਥੋਂ ਆ ਗਈਆਂ, ਤੁਸੀਂ ਫੜ ਕਿਉਂ ਨਹੀਂ ਸਕੇ? ਕੀ ਤੁਹਾਡੀ ਮਿਲੀ ਭੁਗਤ ਹੈ? ਕਿਸਾਨਾਂ ਦੇ ਨਾਲ ਏਡਾ ਵੱਡਾ ਧੋਖਾ ਕਿਉਂ ਕੀਤਾ? ਫਸਲ ਉਹਨਾਂ ਦੀ ਮਰ ਜਾਂਦੀ ਹੈ, ਮੁਆਵਜ਼ਾ ਤੁਸੀਂ ਨਹੀਂ ਦਿੰਦੇ, ਉਹ ਕਰਜ਼ਾਈ ਹੋ ਜਾਂਦੇ ਆ, ਫਿਰ ਫਾਹਾ ਲੈਂਦੇ ਆ, ਨਿਆਣੇ ਪੜ੍ਹ ਨਹੀਂ ਸਕਦੇ, ਗੁਰਬਤ ਦਾ ਸ਼ਿਕਾਰ। ਅੱਛਾ, ਹੁਣ ਸੋਚਣ ਵਾਲੀ ਗੱਲ ਇੱਕ ਇਹ ਵੀ ਹੈ ਵੀ ਜੇ ਮੰਨ ਲਓ ਤੁਹਾਨੂੰ ਇਹ ਲੱਗਦਾ ਸੀ ਕਿ ਵੀ ਆਹ 5-4 ਦਵਾਈਆਂ ਨੇ, ਆਹ 5-4 ਖਾਦਾਂ ਨੇ, ਇਹਦੇ ਨਾਲ ਅਸੀਂ ਮਤਲਬ ਉਪਜ ਵਧਾ ਲਈ, ਵੀ ਜੇ ਉਹਨਾਂ ਨਾਲ ਉਪਜ ਉਦੋਂ ਵੱਧ ਗਈ ਸੀ, ਉਦੋਂ ਬਾਅਦ ਫਲਾਨਾ ਬੀਜ ਸੋਧਤਾ ਜੀ, ਢੀਂਗੜੀ ਖਾਦ ਸੋਧਤੀ ਜੀ, ਉਦੋਂ ਬਾਅਦ 36,000 ਕੰਪਨੀਆਂ ਆ ਗਈਆਂ। ਸ਼ੁਰੂ ਤਾਂ 3-4 ਕੰਪਨੀਆਂ ਦੇ ਜਾਂ ਲੋਕਾਂ ਨੂੰ ਨਾਂ ਯਾਦ ਹੁੰਦੇ ਵੀ ਆ ਫਲਾਨੀ ਦਵਾਈ ਆ, ਫਲਾਨੀ ਖਾਦ ਹੈ। ਅੱਜ ਦੀ ਡੇਟ ਤੁਸੀਂ ਕਿਤੇ ਜਾ ਕੇ ਦੇਖ ਲਓ ਖਾਦ ਵਾਲੀ ਦੁਕਾਨ 'ਤੇ, ਬੰਦਾ ਵੈਸੇ ਕਮਲਾ ਹੋ ਜਾਂਦਾ ਵੀ ਇਹ ਇੰਨੀਆਂ ਦਵਾਈਆਂ ਦੇ ਲਾਗਲੇ ਮੈਡੀਕਲ ਸਟੋਰ 'ਤੇ ਨੇ ਜਿੰਨੀਆਂ ਇੱਥੇ ਰੱਖੀਆਂ ਨੇ ਹੈ ਨਾ। ਮਤਲਬ ਉਹ ਜਿਹੜਾ ਸਾਰਾ ਹਿਸਾਬ ਕਿਤਾਬ ਹੈ ਉਹ ਕੰਪਨੀਆਂ ਕੀ ਬਣਾਉਂਦੀਆਂ ਨੇ, ਉਹ ਕੀ ਵੇਚਦੀਆਂ ਨੇ, ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ, ਕੋਈ ਪੁੱਛਣ ਵਾਲਾ ਨਹੀਂ। ਤੇ ਜਿੱਦਣ ਆ ਕੋਈ ਚਿੱਟੀ ਮੱਖੀ, ਕੋਈ ਗੁਲਾਬੀ ਸੁੰਡੀ, ਕੋਈ ਦੂਜਾ ਤੀਜਾ ਇਹੋ ਜਿਹਾ ਕੋਈ ਖਲਾਰਾ ਪੈ ਜਾਂਦਾ, ਉਦਣ ਫਿਰ ਖਬਰ ਜ਼ਰੂਰ ਆਉਂਦੀ ਵੀ ਹਾਂਜੀ ਉਹ ਫਲਾਨੀ ਨਹਿਰ 'ਚੋਂ ਇੰਨੀਆਂ ਬੋਰੀਆਂ ਇਸ ਦਵਾਈ ਦੀਆਂ ਮਿਲੀਆਂ, ਪੁਲਿਸ ਜਾਂਚ ਕਰ ਰਹੀ ਹੈ। ਫਿਰ 2 ਦਿਨ ਪੁਲਿਸ ਜਾਂਚ ਕਰਦੀ ਹੈ, ਫਿਰ ਉਹ ਕਿਸੇ ਚੀਜ਼ ਦਾ ਕੁਛ ਵੀ ਨਹੀਂ ਪਤਾ ਲੱਗਦਾ। ਪਰ ਇੱਕ ਗੱਲ ਹੈ, ਬੰਦੇ ਸਿਆਣੇ ਹੋ, ਮੈਂ ਅੱਗੇ ਵੀ ਕਿਹਾ ਵੀ ਇੰਨਾ ਸਿਆਪਾ ਪਾ ਕੇ ਵੀ ਨਾ ਇੱਕ ਲਾਈਨ ਨਾ ਵੱਜ ਜਾਂਦੇ ਅਗਲੇ। ਤੁਸੀਂ ਕਿਤੇ ਪੜ੍ਹ ਕੇ ਦੇਖਿਓ, ਹਰੇਕ ਦਵਾਈ ਦੇ ਉੱਤੇ ਇੱਕ ਲਾਈਨ ਲਿਖੀ ਹੁੰਦੀ ਹੈ, ਕਿਉਂਕਿ ਇਹਦੀ ਵਰਤੋਂ ਸਾਡੀ ਪਹੁੰਚ ਤੋਂ ਬਾਹਰ ਹੈ, ਇਸ ਕਰਕੇ ਇਹਦੇ ਪ੍ਰਭਾਵਾਂ ਦੀ ਜ਼ਿੰਮੇਵਾਰੀ ਅਸੀਂ ਨਹੀਂ ਲੈਂਦੇ। ਵਾਹ ਜੀ ਵਾਹ, ਖਹਿੜਾ ਛੁੱਟ ਗਿਆ ਨਾਲ ਦੀ ਨਾਲ। ਇਹ ਮੈਨੂੰ ਲੱਗਦਾ ਵੀ ਕਿਸੇ ਵਕੀਲ ਨੇ ਐਡੀ ਸਿਆਣੀ ਲਾਈਨ ਬਣਾ ਕੇ ਦਿੱਤੀ ਵੀ ਵੀਰ ਮੇਰਾ ਜਿੱਥੇ ਆ ਕੇ ਮਰਜ਼ੀ ਸੁਣਾ ਦੀ। ਅਗਲਾ ਤਾਂ ਇਹ ਕਹੂਗਾ ਨਾ, ਦੇਖੋ ਜੀ ਇੰਨੇ ਗ੍ਰਾਮ ਇੰਨਾ ਪਾਣੀ ਇੰਨੇ ਥਾਂ 'ਚ ਇਸ ਤਰ੍ਹਾਂ ਸਪਰੇਅ ਕੀਤੀ ਜਾਵੇ ਇਸ ਕੱਟ ਵਾਲੀ ਨੋਜ਼ਲ ਦੇ ਨਾਲ। ਨਹੀਂ ਚੰਗੀ ਤਰ੍ਹਾਂ ਘੋਲ ਤੁਸੀਂ ਭੁੱਲ ਜਾਂਦੇ ਹੋ। ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਆਹ ਦੇਖੋ ਜੀ ਅਸੀਂ ਤੁਹਾਨੂੰ ਅਸਰ ਦਿਖਾ ਦਿੰਦੇ, ਚੈੱਕ ਕੀਤਾ ਹੈ ਨਾ, ਕਿਉਂਕਿ ਇਹਦੀ ਵਰਤੋਂ ਸਾਡੀ ਪਹੁੰਚ ਨਹੀਂ। ਮੈਂ ਹੈਰਾਨ ਆ ਯਾਰ, ਕਮਾਲ ਹੋ ਗਈ ਵੀ ਮਤਲਬ। ਤੁਸੀਂ ਇੱਕ ਹੋਰ ਭੁੱਲ ਗਏ, ਨਾਲ 5-7 ਪਤਾ ਨਹੀਂ ਕਿਹੜੇ ਕਿਸਾਨਾਂ ਦੀਆਂ ਤਸਵੀਰਾਂ ਲਾ ਕੇ, ਇਹ ਕਿਸਾਨ ਫਲਾਨਾ ਸਿੰਘ ਜੀ, ਇਹ ਫਲਾਨਾ ਰਾਮ ਜੀ, ਇਹ ਫਲਾਣੇ ਦਿਨ ਜੀ, ਮੈਂ ਇਹ ਸਪਰੇਅ ਕੀਤੀ, ਮੇਰੀ ਫਸਲ ਦਾ ਝਾੜ ਦੁੱਗਣਾ ਨਿਕਲਿਆ। ਨਹੀਂ ਉਹ ਕਿਸਾਨ ਧਿਆਨ ਨਾਲ ਵੇਖਿਆ ਕਰੋ। ਮੈਂ ਇਹ ਸਪਰੇਅ ਕੀਤੀ, ਗੁੱਲੀ ਡੰਡਾ ਉੜ ਗਿਆ। ਹਾਂ, ਮੈਂ ਇਹ ਸਪਰੇਅ ਕੀਤੀ, ਚਿੱਟੀ ਮੱਖੀ ਦਾ ਰੰਗ ਕਾਲਾ ਹੋ ਗਿਆ ਤੇ ਉੜ ਗਈ। ਇਹਦੇ ਨਾਲ ਕਮਾਲ ਹੋ ਗਈ। ਇਹ ਦੇਖੋ ਜਦੋਂ ਦੀ ਤਕਨੀਕ ਆਈ ਨਾ, ਯੁੱਗ ਆਇਆ ਕੰਪਿਊਟਰ ਵਾਲਾ, ਪਹਿਲੀਆਂ ਜਿਹੜੀਆਂ ਕੰਪਨੀਆਂ ਹੁੰਦੀਆਂ ਸੀ ਨਾ, ਉਹਨਾਂ ਨੂੰ ਕਿਤੇ ਫੋਟੋ ਲਾਉਣੀ ਪੈਂਦੀ ਸੀ ਤੇ ਉਹ ਕਿਸਾਨ ਵੀ ਰੀਜਨਲ ਫੜ ਲੈਂਦੇ ਸੀ ਤੇ ਖੇਤ ਵੀ ਰੀਜਨਲ 'ਚ ਖੜਾ ਕਰ ਲੈਂਦੇ ਸੀ। ਹੁਣ ਤੇ ਕੰਮ ਹੀ ਬੜਾ ਵਧੀਆ, ਉਹ ਕਹਿੰਦੇ ਵੀ ਉੱਥੋਂ ਸ਼ਹਿਰ 'ਚੋਂ ਕੋਈ ਮਾਡਲ ਫੜੋ, ਉਹਨੂੰ ਮੇਕਅਪ ਵਾਲੇ ਕਿਸਾਨ ਬਣਾ ਦਿੰਦੇ ਆ, ਗ੍ਰੀਨ ਸਕਰੀਨ ਸਾਹਮਣੇ ਉਹਨੂੰ ਐਂ ਖੜਾ ਕਰ ਲਓ, ਫੋਟੋਆਂ 3-4 ਖਿੱਚ ਲਓ, ਮਗਰ ਭਾਵੇਂ ਕਣਕ ਲਾ ਦਿਓ, ਭਾਵੇਂ ਝੋਨਾ ਲਾ ਲਓ, ਭਾਵੇਂ ਕਮਾਦ ਲਾ ਲਓ, ਕੋਈ ਗੱਲ ਨਹੀਂ। ਉਹ ਮਹਾਰਾਜ ਇੱਥੇ ਤਾਂ ਦੂਸਰੇ ਸੂਬੇ ਦਾ ਪੁਲ ਲੱਗ ਜਾਂਦਾ, ਮਗਰ ਤੁਸੀਂ ਇਕੱਲੇ ਕਣਕ ਝੋਨੇ ਦੀ ਗੱਲ ਕਰੀ ਜਾਂਦੇ। ਵੈਸੇ ਗੱਲ ਹੀ ਆ ਇੱਕ ਸੰਧਾਲੀਆ ਸਾਹਿਬ, ਮੇਰਾ ਇੱਕ ਇਤਰਾਜ਼ ਆ ਤੁਹਾਡੀ ਲੀਡਰਸ਼ਿਪ। ਤੁਸੀਂ ਕਰੋ, ਅਸੀਂ ਦੇਖੋ ਇਤਰਾਜ਼ ਦੂਰ ਕਰਨ ਲਈ ਬੈਠੇ ਆ, ਹੋਰ ਸਾਡਾ ਕੰਮ ਕੀ ਹੈ? ਗੱਲਾਂ ਬਾਤਾਂ ਕਰਨਾ ਜਿੱਦਾਂ ਨਹਿਰ ਸਾਫ਼ ਕਰ ਦਿੰਦੇ ਹੋ। ਇਤਰਾਜ਼ ਇਹ ਆ ਕਿ ਜਦੋਂ ਤੁਸੀਂ ਇਲੈਕਸ਼ਨ ਲੜਦੇ ਹੋ, ਲੀਡਰ ਲੋਕ ਸੂਝਵਾਨ ਸਤਿਕਾਰਯੋਗ ਸਾਡੇ, ਬਹੁਤ ਸਾਰੇ ਲੀਡਰਾਂ ਦੇ ਐਫੀਡੇਵਿਟ ਦੇਖੀਦੇ, ਉਹ ਕਹਿੰਦੇ ਜੀ ਮੈਂ ਕਿਸਾਨ ਵੀ ਹਾਂ, ਮੈਂ ਖੇਤੀਬਾੜੀ ਕਰਦਾ, ਖੇਤੀਬਾੜੀ ਤੋਂ ਮੇਰੀ ਇੰਨੀ ਆਮਦਨ ਹੁੰਦੀ ਹੈ, ਟੈਕਸ ਤਾਂ ਦੇਣਾ ਨਹੀਂ ਪੈਂਦਾ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਪੰਜਾਬ ਹੋਵੇ, ਮਹਾਰਾਸ਼ਟਰ ਹੋਵੇ, ਮੱਧ ਪ੍ਰਦੇਸ਼ ਹੋਵੇ, ਉੱਤਰ ਪ੍ਰਦੇਸ਼ ਹੋਵੇ, ਤਾਮਿਲਨਾਡੂ ਹੋਵੇ, ਬੰਗਾਲ ਹੋਵੇ, ਬਿਹਾਰ ਹੋਵੇ, ਉੜੀਸਾ ਹੋਵੇ, ਹਰ ਜਗ੍ਹਾ ਦੇ ਉੱਤੇ ਜਿਹੜਾ ਕਿਸਾਨ ਹੈ ਉਹ ਕਰਜ਼ਾਈ ਵੀ ਆ,
ਬਹੁਤ ਸਾਰੇ ਥਾਵਾਂ ਤੇ ਖੁਦਕੁਸ਼ੀ ਕਰਦਾ। ਅਸੀਂ ਨਹੀਂ ਕਹਿੰਦੇ ਕਿ ਭਾਈ ਤੁਸੀਂ ਖੁਦਕੁਸ਼ੀਆਂ ਕਰੋ, ਤੁਸੀਂ ਅੜੋ, ਤੁਸੀਂ ਸੰਘਰਸ਼ ਕਰੋ, ਖੁਦਕੁਸ਼ੀ ਨਾ ਕਰੋ, ਪਰ ਕਰਦਾ ਹੈ। ਉਹਦੀ ਜ਼ਮੀਨ ਵਿਕਦੀ ਹੈ। ਬਹੁਤ ਥੋੜੇ ਕਿਸਾਨ ਨੇ ਜਿਹੜੇ ਮਾੜਾ ਮੋਟਾ ਨਾਲ ਕਿਤੇ ਕਨਾਲ ਮਰਲਾ ਕੋ ਮੜਾ ਲੈਂਦੇ ਆ, ਪਰ ਹਰ ਵਾਰੀ ਇਹਨਾਂ ਲੀਡਰਾਂ ਦੀ ਜ਼ਮੀਨ ਵੱਧ ਕਿੱਦਾਂ ਜਾਂਦੀ ਹੈ, ਇਹਨਾਂ ਦੀ ਆਮਦਨ ਕਿੱਦਾਂ ਵੱਧ ਜਾਂਦੀ ਹੈ। ਕਦੇ ਕਿਸੇ ਲੀਡਰ ਨੇ ਇਸ ਕਰਕੇ ਖੁਦਕੁਸ਼ੀ ਵੀ ਨਹੀਂ ਕੀਤੀ। ਅਸੀਂ ਨਹੀਂ ਕਹਿੰਦੇ ਭਾਈ ਕਰੋ, ਕਿ ਉਹ ਬੰਦਾ ਆਖੇ ਕਿ ਮੈਂ ਖੇਤੀਬਾੜੀ ਕਰਕੇ ਕਰਜ਼ਾਈ ਹੋ ਗਿਆ, ਮੇਰੇ ਤੋਂ ਤਾਂ ਨਿਆਣੇ ਤੱਕ ਨਹੀਂ ਵਿਆਹ ਹੁੰਦੇ। ਇਹਨਾਂ ਦੀਆਂ ਕੋਠੀਆਂ ਵੀ ਵੱਧ ਜਾਂਦੀਆਂ, ਇਹਨਾਂ ਦੇ ਪਲਾਟ ਵੀ ਵੱਧ ਜਾਂਦੇ ਆ, ਇਹਨਾਂ ਦੇ ਸਿਰ ਕਰਜ਼ਾ ਵੀ ਨਹੀਂ ਵੱਧਦਾ, ਇਹਨਾਂ ਨੂੰ ਖੇਤੀਬਾੜੀ ਦੇ ਵਿੱਚੋਂ ਆਮਦਨ ਹੀ ਬੜੀ ਹੁੰਦੀ ਹੈ। ਉਸੇ ਸੂਬੇ ਦੇ ਲੋਕਾਂ ਨੂੰ ਆਮਦਨ ਨਹੀਂ ਹੁੰਦੀ। ਕਿਹੜਾ ਖਾਦ ਪਾਉਂਦੇ ਹੋ, ਕਿਹੜੀ ਦਵਾਈ ਪਾਉਂਦੇ ਹੋ, ਟਰੈਕਟਰ ਧੱਕਾ ਲਾ ਕੇ ਚਲਾਉਂਦੇ ਹੋ ਕਿ ਡੀਜ਼ਲ ਪਾ ਕੇ ਚਲਾਉਂਦੇ ਹੋ, ਕੋਈ ਨਾ ਕੋਈ ਨੁਕਤਾ ਦੱਸੋ। ਦੇਖੋ, ਨੁਕਤਾ ਬਹੁਤ ਹੀ ਵਧੀਆ ਆਸਾਨ, ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ, ਅਸੀਂ ਬੜੇ ਧੰਨਵਾਦੀ ਹਾਂ ਤੁਹਾਡੇ। ਇਸ ਤਰ੍ਹਾਂ ਦੇ ਬੰਦਿਆਂ ਦੀ ਲੋੜ ਹੈ ਜਿਹੜੇ ਚੰਗੇ ਸਵਾਲ ਕਰਦੇ ਨੇ। ਹਾਂ, ਚੰਗੇ ਸਵਾਲ ਕਰਦੇ ਨੇ। ਦੇਖੋ, ਗੱਲ ਪਤਾ ਕੀ ਹੈ, ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਵੀ ਜਦੋਂ ਆਪਾਂ 2 ਸਾਲ ਟਰਲਾ ਕੇ ਖਾਣੇ ਨੇ ਕਿਸੇ, ਤੁਸੀਂ ਮਤਲਬ ਪਿੰਡ ਵਾਲੇ ਡਾਕਟਰ ਕੋਲ ਜਾਓ ਦਵਾਈ ਲੈਣ, ਢਿੱਡ ਵੀ ਦੁਖਦਾ, ਅੱਖਾਂ ਲਾਲ ਨੇ, ਸਿਰ ਘੁੰਮਦਾ, ਉਦੋਂ ਬਾਅਦ ਗਿੱਟਾ ਪਤਾ ਨਹੀਂ ਟਸ ਟਸ ਕਰਦਾ, ਕੀ ਕਰਨਾ। ਗੋਲੀਆਂ ਉਹਨੇ ਪਹਿਲਾਂ ਇੱਕ ਚਿੱਟੀ ਗੋਲੀ ਦੇਣੀ ਆ, ਇੱਕ ਤਿੱਤਰ ਮਿੱਤਰਾ ਜਾਂ ਕੈਪਸੂਲ ਦੇਣਾ। ਜਿਹਦੇ ਚਿੱਟੀ ਗੋਲੀ ਇਕੱਲੀ ਖਾ ਲਈ ਫਿਰ ਵੀ ਆਰਾਮ ਨਹੀਂ ਆਉਣਾ, ਜੇ ਕੈਪਸੂਲ ਇਕੱਲਾ ਖਾ ਲਿਆ ਤਾਂ ਵੀ ਆਰਾਮ ਨਹੀਂ ਆਉਣਾ। ਉਹ ਕੈਪਸੂਲ ਨਾਲ ਗੋਲੀ ਚਾਹੀਦੀ ਹੈ ਫਿਰ ਆਰਾਮ ਆਉਣਾ। ਸੇਮ ਥਿੰਗ ਇੱਥੇ ਹੈ ਵੀ ਜਿਹੜਾ ਬੰਦਾ ਕਿਸਾਨ ਹੈ ਉਹ ਨਾਲ ਲੀਡਰ ਚਾਹੀਦਾ ਜੇ ਉਹਨੇ ਤਰੱਕੀ ਕਰਨੀ ਹੈ। ਇਕੱਲੇ ਕਿਸਾਨ ਨਾਲ ਗੱਲ ਨਹੀਂ ਬਣਦੀ। ਇਹ ਹੁਣ ਜਾਣਦੇ ਇਕੱਲੇ ਕਿਸਾਨ ਨੂੰ ਤੁਸੀਂ ਲੀਡਰ ਬਣਾਓ, ਫਿਰ ਉਹਨਾਂ ਦੀ ਤਰੱਕੀ ਹੋ ਸਕਦੀ ਹੈ। ਇਹ ਗੱਲ ਤਾਂ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ। ਤਰੀਕਾ ਮਤਲਬ ਮੈਂ ਤਾਂ ਤੁਹਾਨੂੰ ਮੈਂ ਬੇਨਤੀ ਕਰਾਂ, ਤੁਸੀਂ ਸਵਾਲ ਪੁੱਛਿਆ ਸੀ ਮੈਂ ਕਿਹਾ ਅੱਜ ਮੈਂ ਰਾਜ਼ ਦੱਸ ਦੇਣਾ ਆਪਣੀ ਮਤਲਬ ਉਸ ਖੁਸ਼ਹਾਲੀ ਦਾ ਵੀ ਜਾਂ ਤੁਸੀਂ ਇਕੱਲੇ ਕਿਸਾਨ ਰਹੋਗੇ ਫਿਰ ਵੀ ਕੁਝ ਨਹੀਂ ਬਣਨਾ, ਇਕੱਲੇ ਲੀਡਰ ਬਣ ਜਾਓਗੇ ਫਿਰ ਵੀ ਕੁਝ ਨਹੀਂ ਬਣਨਾ। ਸੰਧਾਲੀਆ ਸਾਹਿਬ, ਇੱਕ ਹੁਣ ਇੱਥੇ ਬਹੁਤ ਵੱਡਾ ਜਿਹੜਾ ਨੁਕਤਾ ਕਿ ਕਿਸਾਨਾਂ ਦੇ ਉੱਤੇ ਹਰ ਵਾਰੀ ਇਤਰਾਜ਼ ਹੁੰਦਾ ਜੀ ਇਹ ਚੰਗੇ ਤਰੀਕੇ ਕੰਮ ਨਹੀਂ ਕਰਦੇ, ਸਾਰਾ ਫਿਰ ਕਹਿੰਦੇ ਹੁੰਦੇ ਇਹ ਵਿਹਲੇ ਰਹਿੰਦੇ ਜੀ 3-4 ਮਹੀਨੇ ਫਸਲ ਬੀਜ ਲਈ, ਉਸ ਤੋਂ ਬਾਅਦ ਵੱਢਣ ਤੱਕ ਇਹ ਵਿਹਲੇ ਉੱਥੇ ਤਾਸ਼ ਕੁੱਟਦੇ ਆ। ਠੀਕ ਹੈ ਬਈ, ਤੁਸੀਂ ਕਹਿ ਤਾ, ਮੰਨ ਲਿਆ, ਮੰਨਣਾ ਪਊਗਾ। ਸਵਾਲ ਇਹ ਹੈ ਕਿ ਜੇ ਸਾਡੇ ਕੋਲੇ ਨਰਮਾ, ਅਸੀਂ ਕੱਚਾ ਹੀ ਕਿਉਂ ਵੇਚਦੇ ਹਾਂ? ਫੈਕਟਰੀ ਕਿਸਾਨ ਨਹੀਂ ਲਾ ਸਕਦਾ, ਤੁਸੀਂ ਫੈਕਟਰੀਆਂ ਇੱਥੇ ਲਾਈਆਂ ਕਿਉਂ ਨਹੀਂ ਜਿਹਦੇ ਨਾਲ ਕਿ ਉਹ ਕਪਾਹ ਤੋਂ ਨਰਮੇ ਤੋਂ ਅੱਗੇ ਚੀਜ਼ਾਂ ਬਣਨ, ਉਹਦੀ ਮੰਗ ਉੱਥੇ ਹੀ ਪੂਰਤੀ ਹੋਵੇ, ਉੱਥੋਂ ਹੀ 4 ਪੈਸੇ ਕਿਸਾਨ ਨੂੰ ਬਚਣ। ਤੁਸੀਂ ਕਿੰਨੂ ਤੋਂ ਜੂਸ ਬਣਾਉਣ ਦੀਆਂ ਫੈਕਟਰੀਆਂ ਕਿਉਂ ਨਹੀਂ ਲਾ ਸਕੇ? ਆਲੂ ਤੋਂ ਚਿਪਸ ਤੁਹਾਡੀਆਂ ਸਰਕਾਰਾਂ ਕਿਉਂ ਨਹੀਂ ਬਣਾ ਸਕਦੀਆਂ ਜੇ ਬਾਕੀ ਕੰਪਨੀਆਂ ਬਣਾ ਸਕਦੀਆਂ? ਕਿ ਦੁਆਬੇ ਦਾ ਆਲੂ ਹੈ, ਮਾਝੇ ਦਾ ਆਲੂ ਹੈ, ਉਹ ਕਲਕੱਤੇ ਜਾ ਕੇ ਕਿਉਂ ਵਿਕਦਾ? ਉਹ ਮਹਾਰਾਸ਼ਟਰ ਜਾ ਕੇ ਕਿਉਂ ਵਿਕਦਾ? ਉਹ ਦਿੱਲੀ ਦੀ ਮੰਡੀ 'ਚ ਕਿਉਂ ਜਾਵੇ? ਪੰਜਾਬ 'ਚ ਥਾਂ ਹੈ ਨਹੀਂ ਜਾਂ ਪੰਜਾਬ ਦੇ ਲੋਕ ਫੈਕਟਰੀ ਲਾਉਣ ਨਹੀਂ ਦਿੰਦੇ। ਹੋਰ ਦੇਖੋ, ਗੰਨਾ, ਹੁਣ ਸਾਰੀ ਉਮਰ ਗੰਨੇ ਤੋਂ ਇਕੱਲੀ ਖੰਡ ਥੋੜੀ ਬਣਦੀ, ਬਹੁਤ ਕੁਝ ਬਣਦਾ। ਹੁਣ ਉਸ ਪ੍ਰਕਿਰਿਆ ਦੇ ਵਿੱਚ ਸਰਕਾਰੀ ਤੌਰ ਦੇ ਉੱਤੇ ਆਪਾਂ ਫੇਲ ਕਿਉਂ ਹੋ ਗਏ? ਟਮਾਟਰ ਹੈ, ਸਬਜ਼ੀਆਂ, ਭਾਰਤ ਦੇ ਕਈ ਸੂਬੇ ਨੇ ਜਿਹੜੇ ਵਿਦੇਸ਼ਾਂ ਨੂੰ ਸਬਜ਼ੀਆਂ ਸਪਲਾਈ ਕਰਦੇ ਆ, ਪੰਜਾਬ 'ਚ ਸਬਜ਼ੀ ਨਹੀਂ ਹੁੰਦੀ। ਸਾਡੇ ਕੋਲੇ ਤਾਂ ਸਾਰੇ ਮੌਸਮ ਨੇ। ਪੰਜਾਬ ਦਾ ਫਰੂਟ ਅੰਮ੍ਰਿਤਸਰ ਵਾਲੇ ਹਵਾਈ ਅੱਡੇ ਤੋਂ, ਚੰਡੀਗੜ੍ਹ ਵਾਲੇ ਹਵਾਈ ਅੱਡੇ ਤੋਂ ਵਿਦੇਸ਼ 'ਚ ਕਿਉਂ ਨਹੀਂ ਜਾ ਸਕਦੀ ਸਬਜ਼ੀ ਤੇ ਸਾਡਾ ਫਰੂਟ? ਬਈ ਫਲੋਰੀਕਲਚਰ, ਤੁਸੀਂ ਜੀ ਫੁੱਲ ਬੀਜਿਆ ਕਰੋ, ਤੁਸੀਂ ਬੀਜ ਲੈਣਗੇ ਭਰਾ, ਹੋਊਗਾ ਕੀ ਉਹਨਾਂ ਦਾ? ਆਮਨ ਦਾ ਕਿੱਧਰਲੇ ਪਾਸੇ ਨੂੰ ਭੱਜ ਜੂਗਾ। ਹੁਣ ਜੇ ਤੁਸੀਂ ਕਿਸਾਨ ਫੈਕਟਰੀ ਨਹੀਂ ਲਾ ਸਕਦਾ, ਉਹ ਪਾਪੜ ਚਿਪਸ ਨਹੀਂ ਬਣਾ ਸਕਦਾ, ਉਹ ਕਿੰਨੂ ਦੇ ਜੂਸ ਕੱਢਣ ਦੀ ਫੈਕਟਰੀ ਸਰਕਾਰ ਤਾਂ ਲਾ ਸਕਦੀ ਹੈ, ਤੁਸੀਂ ਅੱਜ ਤੱਕ ਲਾਈ ਕਿਉਂ ਨਹੀਂ? ਤੁਸੀਂ ਇਕੱਲੇ ਮੁਆਵਜ਼ਾ ਦੇਣ ਜੋਗੇ ਹੀ ਆ। ਤੁਸੀਂ ਜਦੋਂ ਖਰਾਬਾ ਕੋਈ ਹੁੰਦਾ ਗਰਦਾਰੀਆਂ ਕਰਾਉਣ ਜੋਗੇ ਹੀ ਆ। ਤੁਸੀਂ ਮੁੜ ਕੇ ਧਰਨਿਆਂ ਦੇ ਉੱਤੇ ਜਾ ਕੇ ਜੂਸ ਪਿਆ ਕੇ ਭੁੱਖ ਹੜਤਾਲ ਖਤਮ ਕਰਾਉਣ ਜੋਗੇ ਹੀ ਆ। ਕੋਈ ਤੁਹਾਡੀ ਹੋਰ ਡਿਊਟੀ ਨਹੀਂ ਬਣਦੀ। ਇੱਕ ਚੀਜ਼ ਹੋਰ ਆਪਾਂ ਐਡ ਕਰੀਏ ਇਹਦੇ ਵਿੱਚ। ਹੁਣ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਨਾ, ਇਸ ਵਕਤ ਬਹੁਤ ਰੌਲਾ ਜੀ, ਇਹ ਬਾਰਡਰ ਸਟੇਟ ਜੀ, ਇਹ ਬਾਰਡਰ ਸੂਬਾ ਜੀ, ਇਹ BSF ਨੂੰ 15 ਤੋਂ 50 ਕਿਲੋਮੀਟਰ ਦੇ ਦਿਓ ਜੀ, ਇੱਥੇ ਬਹੁਤ ਖਤਰਾ ਪੈਦਾ ਹੋ ਗਿਆ। ਮੈਨੂੰ ਸਮਝ ਨਹੀਂ ਆਉਂਦੇ ਹੁੰਦੇ ਜਿਹੜੇ ਵੀ ABC ਲੀਡਰ ਸਾਹਿਬਾਨ ਇਹ ਸਾਰੇ ਬਿਆਨ ਦਿੰਦੇ ਨੇ, ਯਾਰ ਇੱਕ ਹੀ ਬਾਰਡਰ ਤੋਂ ਮਤਲਬ ਪਾਕਿਸਤਾਨ 'ਚ ਜਿਹੜਾ ਵੀ ABC ਬੰਦਾ ਬੈਠਾ ਉਹਨੂੰ ਬੜਾ ਕਲੀਅਰ ਹੈ, ਲੈ ਵੀ ਇੱਧਰ ਜੰਮੂ ਹੀ, ਇੱਥੋਂ ਜਦੋਂ ਸ਼ੁਰੂ ਹੋ ਜਾਓ ਤੇ ਇੱਥੋਂ ਲੈ ਕੇ ਨਾ ਰਾਜਸਥਾਨ ਤੱਕ, ਉੱਥੋਂ ਫੁੱਟ ਅੰਦਰ ਫਾਜ਼ਿਲਕਾ ਤੋਂ ਥੋੜ੍ਹਾ ਉਰੇ ਜੇ ਕਰਿਓ, ਬਾਕੀ ਨਹੀਂ ਕਦੇ ਵੀ ਖਤਰਾ। ਇੱਥੇ ਕਦੇ ਖਤਰਾ ਵੀ ਪਹਿਲੀ ਗੱਲ ਤਾਂ ਇਹ ਤੁਸੀਂ ਚੈੱਕ ਕਰੋ ਵੀ ਕੀ ਇਹ ਜੋ ਵੀ ਤੁਸੀਂ ਗੱਲਾਂ ਕਰਦੇ ਹੋ ABC, ਜੇ ਉਹ ਖਤਰਾ ਤੇ ਫਿਰ ਤੁਸੀਂ ਕਾਹਦੇ ਸਰਕਾਰ ਦੇ ਭਾਈ ਸਾਹਿਬ ਲੰਬੜਦਾਰਾਂ ਵੀ ਤੁਹਾਡੇ ਕੋਲੋਂ ਖਤਰਾ ਅਜੇ ਤੱਕ ਦੂਰ ਹੀ ਨਹੀਂ ਹੋਇਆ। ਦੂਜੀ ਗੱਲ ਵੀ ਇਸੇ ਚੀਜ਼ ਦਾ ਦੇ ਕੇ ਡਰਾਵਾ ਜਿਹੜਾ ਖਾਸ ਕਰਕੇ ਇਸ ਪਾਸੇ ਦਾ ਖੇਤੀ ਨਾਲ ਜੁੜਿਆ ਵਪਾਰ ਸੀ ਉਹਨੂੰ ਤੁਸੀਂ ਖਤਮ ਕਰ ਲਿਆ। ਹੁਣ ਮੈਨੂੰ ਸਮਝ ਨਹੀਂ ਆਈ ਵੀ ਹਾਂ ਗੁਜਰਾਤ ਵਾਲੀ ਬੰਦਰਗਾਹ ਜਿਹੜੀ ਹੈ ਉੱਥੋਂ ਉਹ ਕਿੰਨਾ ਸਮਾਨ ਫੜਿਆ ਗਿਆ, ਮੇਰੇ ਖਿਆਲ ਨਾਲ ਪੰਜਾਬ 'ਚੋਂ ਪਤਾ ਨਹੀਂ ਕਿੰਨੇ ਸਾਲ ਵਿਕਣਾ ਸੀਗਾ, ਉੱਥੋਂ ਸਾਰਾ ਵਪਾਰ ਉੱਧਰ ਚੱਲੀ ਵੀ ਜਾਂਦਾ। ਪੰਜਾਬ ਜਿਹੜਾ ਅੰਮ੍ਰਿਤਸਰੋਂ ਲਾਹੌਰ ਤੱਕ ਜਾਣ ਵਾਲਾ ਕੰਮ ਆ, ਉੱਥੋਂ ਟਰੱਕ ਨਹੀਂ ਜਾ ਸਕਦਾ ਕਿਉਂਕਿ ਖਤਰਾ। ਇਹ ਚੈੱਕ ਜ਼ਰੂਰ ਕਰਾਇਆ ਜਾਵੇ ਵੀ ਭਾਈ ਸਾਹਿਬ ਖਤਰਾ ਜਿਹੜਾ ਉਹ ਪਾਕਿਸਤਾਨ ਤੋਂ ਆ ਜਾਂ ਫਿਰ ਖਤਰਾ ਕਿਸੇ ਹੋਰ ਪਾਸਿਓਂ ਕੋਈ ਹਿਸਾਬ ਤਾਂ ਹੋਇਆ। ਠੀਕ ਹੈ ਜੀ, ਤੁਹਾਨੂੰ ਲੱਗਦਾ ਵੀ ਟਰੱਕ ਤੇ ਖਤਰਾ, ਤੇ ਯਾਰ ਜਹਾਜ਼ ਨਹੀਂ ਉੱਡ ਸਕਦਾ ਉੱਥੋਂ? ਅੰਮ੍ਰਿਤਸਰੋਂ ਜਹਾਜ਼ ਡਾ ਕੇ ਤੁਸੀਂ ਚਲਾ ਦਿਓ ਕਿਤੇ ਪਾਸੇ ਵੀ ਆਹ ਅਸੀਂ ਸਕੈਨਿੰਗ ਕਰ ਲਈ, ਥੋੜ੍ਹਾ ਚੱਲ ਜੇ
ਵੀ ਬਿਲਕੁਲ ਹੀ ਆਪਾਂ ਲੀਕ ਹੀ ਮਾਰਦੀ ਵੀ ਵੀਰ ਇੱਥੋਂ ਨਹੀਂ ਲੈਣਾ, ਹੋਰ ਜਿੱਥੋਂ ਮਰਜ਼ੀ ਲੈ ਜਾ। ਜਾਂ ਅਗਲਾ ਬੰਦਾ ਵਪਾਰੀ ਆਉਂਦਾ, ਉਹ ਕਹਿੰਦਾ ਪੰਜਾਬ ਤੋਂ ਪਹਿਲਾਂ ਮੈਂ ਉੱਥੇ ਗੁਜਰਾਤ ਲੈ ਜਾਊਂਗਾ, ਫਿਰ ਅਸੀਂ ਆਪਣਾ ਰੇਟ ਲਾ ਕੇ ਫਿਰ ਵੇਚ ਦੇਵਾਂਗੇ ਵੀਰ ਜੀ, ਫਿਰ ਉਹ ਕੰਮ ਸੈੱਟ, ਫਿਰ ਖਤਰਾ ਮੁੱਕ ਜਾਂਦਾ। ਨਹੀਂ ਉਸੇ ਤਾਂ ਫਿਰ ਸੁਰੱਖਿਆ ਪਰਤ ਜਿਹੜੀ ਹੈ ਨਾ ਬੜੀ ਵੱਡੀ ਵਧੀਆ ਹੋ ਜਾਂਦੀ ਹੈ। ਸੰਧਾਲੀਆ ਸਾਹਿਬ, ਆਖਰੀ ਨੁਕਤੇ ਦੇ ਉੱਤੇ ਆਪਾਂ ਜਾਣਾ ਜ਼ਰੂਰ ਹੈ। ਉਹ ਨੁਕਤਾ ਇਸ ਕਰਕੇ ਵਿਚਾਰ ਲੈਣਾ ਅੱਜ ਆਪਾਂ ਕਿ ਕਹਾਣੀ ਜਿਹੜੀ ਹੈ ਮੁੱਕੂਗੀ ਕਿੱਥੇ ਜਾ ਕੇ। ਕਹਾਣੀ ਤਾਂ ਮੁੱਕੀ ਪਈ ਆ WhatsApp ਤਾਂ, ਤਾਂ ਰੋਣ ਡਿਆ ਵਿਚਾਰੇ, ਸਾਲ ਹੋ ਗਿਆ ਉੱਥੇ ਜਾ ਕੇ ਬੈਠੇ ਆ। ਹੁਣ ਸੰਧਾਲੀਆ ਸਾਹਿਬ, ਨੁਕਤਾ ਇੱਥੇ ਕਾ ਕੇ ਮੁੱਕਦਾ ਕਿ ਜਿਹੜਾ ਆਮ ਬੰਦਾ ਇਸ ਵੇਲੇ ਕੀ ਕਰ ਲੈ। ਸਾਡੇ ਸਿਆਸਤਦਾਨ ਕਦੇ ਕਦੇ ਬਿਆਨ ਦਿੰਦੇ ਆ, ਨਿਆਣਿਓ ਬਾਹਰ ਨਾ ਜਾਓ, ਨਿਆਣਿਓ ਪੰਜਾਬ 'ਚ ਰਹੋ। ਬਿਲਕੁਲ ਠੀਕ ਗੱਲ ਹੈ, ਨਿਆਣੇ ਬਾਹਰ ਨਹੀਂ ਜਾਣਗੇ, ਨਿਆਣੇ ਪੰਜਾਬ ਦੇ ਵਿੱਚ ਰਹਿਣਗੇ। ਪਰ ਰੌਲਾ ਇਹ ਆ ਕਿ ਤੁਸੀਂ ਉਹਨਾਂ ਦੇ ਲਈ ਕਰੋਗੇ ਕੀ। ਮੈਨੂੰ ਸਭ ਤੋਂ ਵੱਡੀ ਚਿੜ ਜੇ ਕਿਸੇ ਗੱਲ ਤੋਂ ਆਉਂਦੀ ਹੈ ਤਾਂ ਮੁਆਵਜ਼ਾ ਸ਼ਬਦ ਤੋਂ ਆਉਂਦੀ ਹੈ। ਮੀਂਹ ਪੈ ਗਿਆ, ਫਸਲ ਖਰਾਬ ਹੋ ਗਈ, ਹੜ੍ਹ ਆ ਗਿਆ, ਫਸਲ ਖਰਾਬ ਹੋ ਗਈ, ਸੋਕਾ ਪੈ ਗਿਆ, ਫਸਲ ਖਰਾਬ ਹੋ ਗਈ, ਚਿੱਟੀ ਮੱਖੀ ਆ ਗਈ, ਫਸਲ ਖਰਾਬ ਹੋ ਗਈ, ਗੁਲਾਬੀ ਸੁੰਡੀ ਆ ਗਈ, ਫਸਲ ਖਰਾਬ ਹੋ ਗਈ, ਨਾਜਾਇਜ਼ ਮਾਈਨਿੰਗ ਦੇ ਕਰਕੇ ਸਤਲੁਜ ਦਰਿਆ ਦੇ ਕੰਢੇ ਜਿਹੜੇ ਆ ਭੋਰ ਦਿੱਤੇ ਗਏ, ਉਧਰੋਂ ਹੜ੍ਹ ਆ ਗਿਆ, ਫਸਲ ਖਰਾਬ ਹੋ ਗਈ। ਅੱਜ ਤੱਕ ਖੇਤੀਬਾੜੀ ਪ੍ਰਧਾਨ ਪੰਜਾਬ ਸੂਬਾ ਤੇ ਸਾਡੇ ਸੂਬੇ ਦੀਆਂ ਸਰਕਾਰਾਂ ਇੰਸ਼ੋਰੈਂਸ ਪਾਲਿਸੀ ਨਹੀਂ ਲਿਆ ਸਕੀਆਂ। ਆਪਦਾ ਇਹਨਾਂ ਦਾ ਦੰਦ ਵੀ ਦੁਖੇ, MLA MP ਸਾਹਿਬ ਸਾਡੇ ਮਾਣੀ ਮੱਤੇ, ਉਹਨਾਂ ਦੀ ਇੰਸ਼ੋਰੈਂਸ ਹੈਗੀ ਆ, ਉਹ ਸਰਕਾਰੀ ਖਰਚੇ ਤੇ ਹੈ। ਜਾਣੀ ਕਿਸਾਨ ਨੂੰ ਪਿੱਟ ਸਿਆਪਾ ਕਰਕੇ, ਸੜਕਾਂ ਰੋਕ ਕੇ, ਵਿੱਤ ਮੰਤਰੀ ਦਾ ਘਰ ਘੇਰ ਕੇ, ਮੁੱਖ ਮੰਤਰੀ ਦੇ ਘਰ ਦੇ ਮੂਹਰੇ ਜਾ ਕੇ, ਦੋ ਹੱਥੜੀਆਂ ਪਿੱਟ ਕੇ ਇਹ ਕਿਉਂ ਕਹਿਣਾ ਪੈਂਦਾ ਜੀ ਭੇਜਿਓ ਕਿਸੇ ਨੂੰ, ਦੇਖਿਓ ਉੱਥੇ ਵੀ ਦੇਖ ਕੇ ਮਾੜੇ ਜਿਹੇ ਪੈਸੇ ਦਿਓ ਜੀ। ਇਹ ਹੱਥ ਕਿਉਂ ਜੋੜਦੇ ਆ? ਤੁਹਾਨੂੰ ਨਹੀਂ ਪਤਾ ਕਿ ਖੇਤੀਬਾੜੀ ਜਿਹੜੀ ਹੈ ਉਹ ਮੌਸਮ ਦੇ ਉੱਤੇ ਨਿਰਭਰ ਕਰਦੀ ਹੈ। ਕਿਸਾਨ ਦਾ ਕੋਈ ਵਸ ਨਹੀਂ ਹੁੰਦਾ, ਸੋਕਾ ਵੀ ਪੈ ਸਕਦਾ, ਜ਼ਿਆਦਾ ਮੀਂਹ ਵੀ ਆ ਸਕਦਾ, ਮੀਂਹ ਘੱਟ ਵੀ ਆ ਸਕਦਾ, ਕੋਈ ਬਿਮਾਰੀ ਵੀ ਪੈ ਸਕਦੀ ਹੈ। ਤੁਸੀਂ ਅੱਜ ਤੱਕ ਇੰਸ਼ੋਰੈਂਸ ਕਿਉਂ ਨਹੀਂ? ਸਰਕਾਰ ਕਰਾਵੇ ਇੰਸ਼ੋਰੈਂਸ ਕਿ ਭਾਈ ਜੇ ਕੋਈ ਖਰਾਬਾ ਹੁੰਦਾ ਤੇ ਕਿਸਾਨ ਨੂੰ ਪਤਾ 7ਵੇਂ ਦਿਨ ਪੈਸੇ ਆ ਜਾਣੇ ਆ। ਅੱਜ ਤੱਕ ਵੀ ਤੁਸੀਂ ਉਹਨਾਂ ਨੂੰ ਠੂਠੇ ਫੜ ਕੇ ਮੰਗਣ ਕਿਉਂ ਤੁਰਿਆ? ਸਵਾਲ ਇੱਥੇ ਖੜਦਾ ਹੈ। ਇਹ ਨਾਲੇ ਪਿਛਲੇ ਸਮੇਂ 'ਚ ਆਈ ਸੀ ਗੱਲ ਨਾ ਕਿ ਵੀ ਹਾਂ ਭਾਈ ਸਾਹਿਬ ਅਸੀਂ ਇੰਸ਼ੋਰੈਂਸ ਦੀ ਉਹ ਪਾਲਿਸੀ ਜੀ ਤੇ ਹੈਗੀ, ਅਸੀਂ ਫਿਰ ਲਾਗੂ ਨਹੀਂ ਕੀਤੀ। ਪੁੱਛਿਆ ਕਿਉਂ ਨਹੀਂ ਕੀਤੀ? ਕਿਉਂਕਿ ਜੋ ਉਹਦੇ 'ਚ ਆਹ ਖਾਮੀਆਂ ਨੇ ਕਿ ਉਹ ਕਹਿੰਦੇ ਵੀ ਇੰਨੇ ਹਿੱਸੇ 'ਚ ਮੀਂਹ ਪਿਆ ਹੋਵੇ, ਇੰਨੀ ਖਰਾਬ ਹੋਈ ਹੋਵੇ ਫਸਲ, ਫਿਰ ਅਸੀਂ ਉਹ ਮੁਆਵਜ਼ਾ ਦਿੰਦੇ ਹਾਂ, ਜਾਂ ਇੰਨੇ ਏਰੀਏ ਦੇ ਵਿੱਚੋਂ ਰਿਪੋਰਟ ਆਵੇ ਤੇ ਫਿਰ ਅਸੀਂ ਮੁਆਵਜ਼ਾ ਦਿੰਦੇ, ਫਿਰ ਅਸੀਂ ਮੰਨਦੇ ਇੰਸ਼ੋਰੈਂਸ। ਇੱਦਾਂ ਦੀ ਗੱਲ ਸੀ ਨਾ ਯਾਰ। ਉਹਨੂੰ ਕਿੰਨੇ ਸਾਲ ਹੋ ਗਿਆ, ਕੋਈ ਕਾਨੂੰਨ, ਕੋਈ ਅਦਾਲਤ, ਕੋਈ ਕੁਛ ਤੇ ਹੋਊਗਾ। ਅਗਲੇ ਵੀ ਤੇ ਕੰਪਨੀ ਵਾਲੇ ਨੇ। ਹੁਣ ਮੈਨੂੰ ਸਮਝ ਨਹੀਂ ਲੱਗੀ ਵੀ ਜੇ ਬਿਜਲੀ ਦੀ ਗੱਲ ਕਰ ਲਓ, ਉਹ ਜੀ ਫਿਰ ਬਿਜਲੀ ਕੰਪਨੀਆਂ ਨੇ, ਇਹ ਕੋਈ ਇੰਸ਼ੋਰੈਂਸ ਵਾਲੀ ਗੱਲ ਕਰ, ਉਹ ਜੀ ਫਿਰ ਇੰਸ਼ੋਰੈਂਸ ਕੰਪਨੀਆਂ ਨੇ, ਇਹ ਜੀ ਕੋਈ ਉਦਯੋਗ ਦੀ ਗੱਲ, ਉਹ ਫਿਰ ਜੀ ਉਦਯੋਗ ਕੰਪਨੀਆਂ ਨੇ। ਮੈਨੂੰ ਸਮਝ ਨਹੀਂ ਆਏ ਵੀ ਤੁਸੀਂ ਕਹਿਣ ਨੂੰ ਕਹਿੰਦੇ ਵੀ ਅਸੀਂ ਲੀਡਰ ਬਹੁਤ ਵੱਡੇ ਆ ਤੇ ਡਰਦੇ ਤੁਸੀਂ ਨਿੱਕੀ ਜੀ ਕੰਪਨੀ ਵਾਲੇ ਮਾਲਕ ਤੋਂ ਹੀ ਆ, ਫਿਰ ਕਿਸ ਹਿਸਾਬ ਨਾਲ ਚੱਲੂ ਕੰਮ? ਨਹੀਂ, ਬਹੁਤ ਇੰਪੋਰਟੈਂਟ ਹੈ। ਬਾਕੀ ਸੰਧਾਲੀਆ ਸਾਹਿਬ ਅੱਜ ਕਈ ਗੱਲਾਂ ਬਾਤਾਂ ਇਸ ਮੁੱਦੇ ਦੇ ਉੱਤੇ ਕਰ ਲਈਆਂ, ਸਿਰਫ ਇਸ ਕਰਕੇ ਕਿ ਭਾਈ ਬਹੁਤ ਸਾਰੇ ਲੋਕ ਕਹਿੰਦੇ ਸੀ ਕਿਸਾਨ ਉੱਥੇ ਕਿਉਂ ਬੈਠੇ, ਉੱਠ ਕੇ ਘਰਾਂ ਨੂੰ ਜਾਣ। ਘਰ ਨੂੰ ਜਾਣਗੇ ਤਾਂ ਚਾਹੇ ਉਹ ਗੰਨਾ ਹੈ, ਚਾਹੇ ਉਹ ਆਲੂ ਹੈ, ਚਾਹੇ ਉਹ ਸਬਜ਼ੀ ਹੈ, ਚਾਹੇ ਉਹ ਕਿੰਨੂ ਹੈ, ਚਾਹੇ ਉਹ ਝੋਨਾ ਹੈ, ਚਾਹੇ ਉਹ ਨਰਮਾ ਹੈ, ਚਾਹੇ ਉਹ, ਆਪਾਂ ਨਰਮੇ ਦੀ ਬਹੁਤੀ ਗੱਲ ਨਹੀਂ ਕੀਤੀ ਕਿਉਂਕਿ ਰੋਜ਼ ਕਰੀਦੀ ਹੈ। ਫਸਲ ਰੁਲਦੀ ਹੈ, ਪੱਲੇ ਕੁਛ ਨਹੀਂ ਰਹਿੰਦਾ, ਨਿਆਣੇ ਤੱਕ ਨਹੀਂ ਪੜ੍ਹਾ ਹੁੰਦੇ। ਕਿਸਾਨ ਰੁਲਦਾ ਤੇ ਨਾਲ ਖੇਤ ਮਜ਼ਦੂਰ ਰੁਲਦਾ, ਛੋਟਾ ਵਪਾਰੀ ਵੀ ਰੁਲਦਾ। ਸੋ ਇਸ ਕਰਕੇ ਆਹ ਸਾਰੀਆਂ ਸਮੱਸਿਆਵਾਂ, ਜਿਹੜੇ ਲੀਡਰ ਸਵੇਰੇ ਉੱਠ ਕੇ ਕੁੜਤਾ ਪਜਾਮਾ ਪ੍ਰੈਸ ਕਰਾ ਕੇ, ਕਾਲਰ ਸੈੱਟ ਕਰਕੇ, ਮਾਈਕ ਠੀਕ ਹੈ, ਕੈਮਰਾ ਠੀਕ ਹੈ, ਮੈਂ ਲਾਈਵ ਹੋਣਾ ਹੈ, ਮੈਂ ਘਰੋਂ ਹੀ ਸੋਸ਼ਲ ਮੀਡੀਆ ਤੇ ਕਿ ਮੈਂ ਕਿਸਾਨਾਂ ਦੇ ਨਾਲ ਖੜਾ। ਜੇ ਤੁਸੀਂ ਖੜੇ ਹੁੰਦੇ ਨਾ ਨਾਲ, ਆਹ ਹਾਲਤ ਨਾ ਹੁੰਦੀ। ਅਜੇ ਵੀ ਖੜ ਜਾਓ ਜੇ ਖੜ ਸਕਦੇ ਹੋ। ਬਿਲਕੁਲ ਸਹੀ ਗੱਲ ਹੈ ਜੀ। ਸੋ ਅਸੀਂ ਤੇ ਇਹੀ ਆਸ ਉਮੀਦ ਕਰਦੇ ਹਾਂ ਵੀ ਸਾਡੀਆਂ ਇਹਨਾਂ ਗੱਲਾਂ ਬਾਤਾਂ ਦੇ ਵਿੱਚੋਂ ਕਿਸੇ ਨੂੰ ਕੋਈ ਨੁਕਤਾ, ਕੋਈ ਕਲੂ ਮਿਲ ਜੇ, ਕਿਸੇ ਦੇ ਅੰਦਰੋਂ ਕੋਈ ਆਵਾਜ਼ ਆਵੇ ਵੀ ਯਾਰ ਆਪਾਂ ਕਰ ਸਕਦੇ ਹਾਂ। ਜੇ ਏਡੀ ਵੱਡੀ ਭਾਰਤ ਦੀ ਮੰਡੀ ਬਾਹਰਲਿਆਂ ਦੇਸ਼ਾਂ ਨੂੰ ਦੇ ਸਕਦੀ ਹੈ ਤੇ ਪੰਜਾਬ ਵਾਲਿਆਂ ਨੂੰ ਨਹੀਂ ਦੀ ਵੀ ਉਹ ਮੰਡੀ ਰਾਸ਼ਨ ਦਾ ਖਾਂਦੀ ਆ 3 ਟਾਈਮ ਤੇ ਅਸੀਂ ਪੈਦਾ ਕਰਨ ਜੋਗੇ ਹੈਗੇ, ਸਾਡੇ ਕੋਲੇ ਬੰਦੇ ਵੀ ਹੈਗੇ। ਸੋ ਇਹ ਨੀਤੀ ਦੀ ਕਮੀ ਹੈ ਜੀ। ਬਾਕੀ ਹੁਣ ਕਦੋਂ ਬਣੂਗੀ ਕਦੋਂ ਨਹੀਂ ਬਣੂਗੀ, ਆਪਾਂ ਚੱਲੀਏ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।